गुरु जी। धन्यवाद आप जी का बहुत बहुत जी। आप जी संतान करो। सारे प्यारिਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। This meeting is being recorded. ਇਹ ਸਾਰੀਆਂ ਫੌਜਾਂ ਚੜ੍ਹਦੀ ਕਲਾ ਚ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 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 ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੇ ਯੋਧੇ ਇਹ ਧੰਨ ਭਾਗ ਨੇ ਕਿ ਜਿਨ੍ਹਾਂ ਨੇ ਜੀਵਨ ਕਮਾਉਣ ਦੀ ਚਾਹ ਰੱਖਦੇ ਨੇ, ਉਹਨਾਂ ਦੇ ਦਰਸ਼ਨ ਦਿਦਾਰੇ ਸਤਿਗੁਰੂ ਕਰਾ ਰਹੇ ਨੇ। ਤੇ ਜਿਹੜੇ ਗੁਰਸਿੱਖਾਂ ਨੇ ਆਪਣੀ ਮਿਊਟ ਤੇ ਆਡੀਓ ਨਹੀਂ ਕੀਤੀ, ਉਹ ਮਿਊਟ ਤੇ ਪਲੀਜ਼ ਕਰ ਲਓ ਥੋੜੀ ਦੇਰ ਲਈ। ਵੈਸੇ ਤੇ ਸਾਰੇ ਬਹੁਤ ਦੇਰ ਚ ਆ। ਜਿਸ ਵਾਸ਼ਨਾ ਦੀ ਬਾਤ ਜਿਹੜੀ ਏ ਉਹ ਬਹੁਤ ਪਹਿਲਾਂ ਚਰਚਾ ਦਾ ਵਿਸ਼ਾ ਚਾਹੀਦੀ ਸੀ, ਉਹ ਬਹੁਤ ਦੇਰ ਨਾਲ ਪੰਥ ਨੇ ਜਿਹੜੀ ਉਹ ਸ਼ੁਰੂ ਕੀਤੀ। ਜ਼ਿਆਦਾਤਰ ਤੇ ਜਿਹੜਾ ਇਹ ਉਹ ਡਰਾਇਆ ਹੀ ਗਿਆ ਏ ਕਿ ਇਹ ਵਾਸ਼ਨਾਵਾਂ ਇੱਦਾਂ ਦੀਆਂ ਨੇ, ਇੱਦਾਂ ਦੀਆਂ ਨੇ, ਇਹਦੇ 'ਚ ਇੱਦਾਂ ਹੋ ਜਾਂਦਾ, ਇੱਦਾਂ ਹੋ ਜਾਂਦਾ। ਪਰ ਕਦੀ ਸੋਚਿਆ ਨਹੀਂ ਕਿ ਜੋ ਸਾਹਿਬ ਨੇ ਰਚਿਆ ਏ, ਜੋ ਪਿਆਰੇ ਨੇ ਰਚਿਆ ਏ, ਕੁਝ ਤੇ ਕੀਮਤੀ ਹੋਏਗਾ। ਸਾਡੀ ਵਰਤੋਂ 'ਚ ਗੜਬੜ ਹੋ ਸਕਦੀ ਜਿੱਥੇ ਜਾ ਕੇ ਹੀ ਇਹਨੂੰ ਵਾਸ਼ਨਾ ਬਣਾਉਣੇ ਆ, ਪਰ ਪਿਆਰੇ ਵੱਲੋਂ ਤੇ ਦਾਤ ਹੀ ਹੋਏਗੀ, ਇਹ ਬਖਸ਼ਿਸ਼ ਹੋਏਗੀ ਨਾ। ਇਹ ਬੜੇ ਰੰਗ ਨੇ ਸੋਹਣੇ ਜਿਹੜੇ ਸਤਿਗੁਰੂ ਨੇ ਸਾਨੂੰ ਬਖਸ਼ੇ ਨੇ। ਉਹਨਾਂ 'ਚੋਂ ਕਾਮ ਰਸ ਵੀ ਇੱਕ ਬਹੁਤ ਸੋਹਣਾ ਰਸ ਹੈ। ਜਿਵੇਂ ਰਸਨਾ ਦੇ ਜਿਹੜੇ ਨੇ ਸਤਿਗੁਰੂ ਨੇ ਬੇਅੰਤ ਰਸ ਆਪ ਜੀ ਨੂੰ ਬਖਸ਼ੇ ਨੇ ਨਾ, ਇਸੇ ਢੰਗ ਦੇ ਨਾਲ ਜਿਹੜਾ ਕਾਮ ਰਸ ਹੈ ਉਹ ਵੀ ਆਪਣੇ ਆਪ 'ਚ ਇੱਕ ਮਹਾ ਰੰਗ ਹੈ। ਪਰ ਇਹਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ, ਜਦੋਂ ਇਹਦੇ 'ਚ ਅਸੀਂ ਗਲਤਾਨ ਹੁੰਦੇ ਹਾਂ, ਉਹ ਜਿਹੜਾ ਹੈ ਉਹ ਵਾਸ਼ਨਾ ਬਣਦਾ ਹੈ। ਉੱਦਾਂ ਇਹ ਵਾਸ਼ਨਾ ਨਹੀਂ, ਇਹ ਬਖਸ਼ਿਸ਼ ਹੈ। ਬਹੁਤ ਪਿਆਰੀ ਚੀਜ਼ ਹੈ। ਵੇਖੋ, ਜਿਹਦੇ ਤੋਂ ਇਹ ਪ੍ਰਕਿਰਤੀ ਨੇ ਅੱਗੇ ਚੱਲਣਾ, ਉਸ ਸਾਹਿਬ ਨੇ ਅਗਲਾ ਆਕਾਰ ਧਾਰਨ ਕਰਨਾ, ਜਿਹਦੇ ਤੋਂ ਅਗਲਾ ਪਸਾਰਾ ਚੱਲਣਾ ਹੈ, ਉਹ ਤੇ ਬਹੁਤ ਖੂਬਸੂਰਤ ਬਾਤ ਹੋਏਗੀ, ਬੜੀ ਬਖਸ਼ਿਸ਼ ਤੇ ਮਹਿਮਾ ਦੀ ਬਾਤ ਹੋਏਗੀ। ਪਰ ਉਹਦੀ ਸਮਝ ਨਾ ਹੋਣ ਕਰਕੇ ਉਹਨੂੰ ਵਾਸ਼ਨਾ ਬਣਾ ਲਿਆ, ਅਸੀਂ ਉਹਨੂੰ ਆਪਣੀ ਭੁੱਲ ਬਣਾ ਲਿਆ। ਤੇ ਇਹ ਵੀ ਵੇਖੋ ਕਿ ਮੰਦਭਾਗ ਨੇ ਕਿ ਅਸੀਂ ਬਖਸ਼ਿਸ਼ ਨੂੰ ਜਿਹੜਾ ਹੈ ਉਹ ਮੰਦਭਾਗ ਬਣਾ ਲੈਂਦੇ। ਸਤਿਗੁਰੂ ਦਿਆ ਕਰਨ ਜੇ ਅੱਜ ਜੇ ਉਹ ਹਿੰਮਤ ਬਖਸ਼ ਦੇਣ, ਬੋਲ ਬਖਸ਼ ਦੇਣ, ਰੰਗ ਬਖਸ਼ ਦੇਣ, ਤੇ ਸ਼ਾਇਦ ਸਾਡੇ ਸਾਰਿਆਂ ਦੀ ਪਕੜ 'ਚ ਆ ਜਾਵੇ ਕਿ ਇਹ ਕੀ ਰੰਗ ਹੈ ਅਸਲ ਦੇ ਵਿੱਚ। ਪਰ ਸਭ ਤੋਂ ਪਹਿਲਾਂ ਤੇ ਇਹ ਜ਼ਰੂਰੀ ਹੈ ਕਿ ਇਹਦੇ ਤੋਂ ਇੰਨੀ ਨਫ਼ਰਤ ਜਾਂ ਇੰਨਾ ਇਹਦੇ ਤੋਂ ਵਿਰੋਧ ਜਾਂ ਆਪਣੇ ਮਨ 'ਚ ਨਹੀਂ। ਸਭ ਤੋਂ ਪਹਿਲਾਂ ਇਹ ਜਾਣਨਾ ਹੈ ਕਿ ਇੱਕ ਦਾਤ ਹੈ, ਇਹ ਇੱਕ ਬਖਸ਼ਿਸ਼ ਹੈ। ਉਸੇ ਦਾਤ ਤੇ ਉਸੇ ਬਖਸ਼ਿਸ਼ ਦੇ ਜ਼ਰੀਏ ਜਿਹੜਾ ਹੈ ਉਹ ਗੁਰੂ ਨਾਨਕ ਜਿਹੜੇ ਨੇ ਉਹ ਵੀ ਮਹਿਤਾ ਕਾਲੂ ਜੀ ਦੇ ਘਰੇ ਜਿਹੜਾ ਹੈ ਉਹ ਆਕਾਰ ਧਾਰਨ ਕਰਦੇ। 10ਵੇਂ ਪਾਤਸ਼ਾਹ ਪੌਂਟਾ ਸਾਹਿਬ ਜਿਹੜਾ ਹੈ ਉਸੇ ਬਖਸ਼ਿਸ਼ 'ਚੋਂ ਪ੍ਰਗਟ ਹੁੰਦੇ। ਬੇਅੰਤ ਰੰਗ ਉਹਨਾਂ ਨੇ ਇਸੇ ਬਖਸ਼ਿਸ਼ 'ਚੋਂ ਪ੍ਰਗਟ ਹੋ ਕੇ ਕੀਤੇ। ਪਰ ਬਹੁਤਾਤ ਦੇ ਵਿੱਚ ਸਾਨੂੰ ਜਿਹੜਾ ਅਸੀਂ ਡਰੇ ਰਹਿੰਦੇ ਹਾਂ ਕਿ ਹਾਏ ਮਰ ਗਏ, ਹਾਏ ਕਾਮ ਵਾਸ਼ਨਾ ਆ ਗਈ, ਹਾਏ ਕ੍ਰੋਧ ਆ ਗਿਆ, ਹਾਏ ਆ ਗਿਆ। ਪਰ ਉਹਦੇ ਜਿਹੜਾ ਪਿੱਛੇ ਸੱਚ ਹੈ, ਜਿਹੜਾ ਜੀਵਨ ਹੈ, ਉਹ ਅਸੀਂ ਜਾਣਿਆ ਨਹੀਂ ਕਦੀ। ਜਦੋਂ ਅਸੀਂ ਜਾਣਿਆ ਨਹੀਂ ਹੈ, ਸਮਝਿਆ ਨਹੀਂ ਹੈ, ਤੇ ਫਿਰ ਉਹ ਸਾਡੇ ਡਰ ਦਾ ਕਾਰਨ ਬਣਦਾ ਹੈ। ਸਾਡੀ ਅਗਿਆਨਤਾ ਹੀ ਸਾਡੇ ਦੁੱਖ ਦਾ ਤੇ ਸਾਡੇ ਪਾਪ ਦਾ ਕਾਰਨ ਬਣਦੀ ਹੈ। ਜਿਸ ਦਿਨ ਉਹਦੇ ਰੰਗ ਨੂੰ, ਮਹਿਮਾ ਨੂੰ ਸਮਝ ਲਵਾਂਗੇ ਨਾ, ਤੇ ਤੁਸੀਂ ਹੈਰਾਨ ਹੋ ਜਾਣਾ, ਇਹ ਬੜਾ ਪਿਆਰਾ ਲੱਗਣਾ ਸ਼ੁਰੂ ਹੋ ਜਾਣਾ।
ਜਿਹੜਾ ਹੁਣ ਗੁਲਤਾਨ ਹੁੰਨੇ ਆ, ਡੁੱਬਦੇ ਆ, ਫਿਰ ਇਹ ਡੁੱਬਣਾ ਨਹੀਂ। ਤੇ ਸਤਿਗੁਰੂ ਪਿਤਾ ਦੀ ਉਹ ਮਹਿਮਾ ਦੇ ਰੰਗ ਨੇ ਤੇ ਬੜੇ ਸੋਹਣੇ ਨੇ। ਚਲੋ ਹੁਣ ਸਵਾਲਾਂ ਦੇ ਜ਼ਰੀਏ ਜਿਹੜਾ ਇਹ ਆਪ ਜੀ ਦੇ ਸਵਾਲ ਜਿਹੜੇ ਨੇ ਫਿਰ ਉਸੇ, ਕਿਉਂਕਿ ਅਸੀਂ ਗਏ ਤੇ ਅਸੀਂ ਬਹੁਤ ਗਾਂਹ ਚਲੇ ਜਾਣਾ, ਫਿਰ ਉਹਨਾਂ ਦੇ ਸਵਾਲਾਂ ਦੇ ਅਨੁਸਾਰ ਹੀ ਜਿਹੜਾ ਜਵਾਬ ਹੈ, ਤਾਂ ਕਿ ਕੁਝ ਸ਼ੰਕੇ ਨਿਵਰਤ ਹੋ ਜਾਣ, ਕੁਝ ਸਮਝ ਆ ਜੇ। ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਗਹਿਰਾ ਰੰਗ ਹੈ ਨਾ, ਉਹ ਵੀ ਆਪ ਜੀ ਨਾਲ ਬਿਆਨ ਕਰਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਫੌਜਾਂ ਨੂੰ। ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਵੀ ਜੋ ਇਹ ਵੀਡੀਓ ਹੈ, ਆਪਣੀ ਜੋ ਕਾਨਫਰੰਸ ਕਾਲ ਹੈ, ਆਪਾਂ ਇਹਦੀ ਰਿਕਾਰਡਿੰਗ ਹੋ ਰਹੀ ਹੈ। ਸੋ ਸਾਰਿਆਂ ਨੂੰ ਜਿੱਦਾਂ ਵੀ ਸਾਰੇ ਜਣੇ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਹੋਵੇ। ਤੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ, ਤੇ ਖਾਲਸਾ ਜੀ ਦਾ, ਉਹਨਾਂ ਦਾ, ਜਿਨ੍ਹਾਂ ਨੇ ਇਹ ਆਪਣਾ ਅਨਮੋਲ ਸਮਾਂ ਜਿਹੜਾ ਉਹ ਆਪਣੇ ਸਾਰਿਆਂ ਵਾਸਤੇ ਕੱਢਿਆ ਹੈ। ਸੋ ਸਾਨੂੰ ਇਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਸਭ ਤੋਂ ਪਹਿਲਾਂ ਜੋ ਸਵਾਲ ਹੈ, ਆਪਾਂ ਭਾਈ ਗੁਰਬੀਰ ਸਿੰਘ ਜੀ ਹੁਣਾਂ ਵੱਲੋਂ ਆਉਣੇ ਹਾਂ। ਸੋ ਭਾਈ ਗੁਰਬੀਰ ਸਿੰਘ ਜੀ ਹੁਣੀ ਆਪਣਾ ਸਵਾਲ ਜਿਹੜਾ ਹੈ ਉਹ ਆਪ ਜੀ ਕਰੋ ਜੀ, ਕਿਰਪਾ। ਭਾਈ ਗੁਰਬੀਰ ਸਿੰਘ ਜੀ, ਆਪ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਜਿਵੇਂ ਕਿ ਅਸੀਂ ਆਪ ਜੀ ਨੂੰ ਬੇਨਤੀ ਕੀਤੀ ਸੀ, ਮਾਫੀ ਚਾਹੁੰਦੇ ਹਾਂ ਜੀ ਸਾਰੀ ਸੰਗਤ ਤੋਂ। ਵਿੱਚ ਇੱਕ ਕਾਲ ਆ ਗਈ ਸੀ ਵਾਹਿਗੁਰੂ ਜੀ, ਤੇ ਵਾਹਿਗੁਰੂ ਜੀ ਜਿਵੇਂ ਕਿ ਅਸੀਂ ਆਪ ਜੀ ਨੂੰ ਬੇਨਤੀ ਕੀਤੀ ਸੀਗੀ ਕਿ ਸਾਡੇ ਸੁਰਤ ਜਿਹੜੀ ਆ ਨਾ ਜੀ, ਸੁਰਤ ਕਾਮ ਦਾ ਪਿੱਛਾ ਬਹੁਤ ਕਰਦੀ ਹੈ। ਤਨ ਕਰਕੇ ਨਹੀਂ ਵੀ, ਤੇ ਜਦੋਂ ਸੋਚਣ ਦੀ ਜਿਹੜੀ ਸੋਚ ਦੇ ਵਿੱਚ ਇਸ ਢੰਗ ਨਾਲ ਇਹ ਚੀਜ਼ ਚੱਲਣ ਲੱਗ ਪੈਂਦੀ ਆ, ਪਤਾ ਹੁੰਦਿਆਂ ਹੋਇਆਂ ਵੀ ਇਹ ਗਲਤ ਹੋ ਰਿਹਾ ਵਾ, ਇਹਨੂੰ ਇਸ ਢੰਗ ਨਾਲ ਨਹੀਂ ਸੋਚਣਾ ਚਾਹੀਦਾ, ਤੇ ਉਹਦੇ ਪਿੱਛੇ ਪਿੱਛੇ ਸੋਚ ਜਿਹੜੀ ਆ ਫਿਰ ਵੀ ਤੁਰੀ ਜਾਂਦੀ ਆ ਜੀ। ਬੜੀ ਕੋਸ਼ਿਸ਼ ਕਰੀਦੀ ਆ ਕਿ ਇਸ ਸੋਚ ਨੂੰ ਇਹਦੇ ਵਿੱਚੋਂ ਬਾਹਰ ਕੱਢਿਆ ਜਾਵੇ, ਜਾਂ ਇੱਥੇ ਗਲਤ ਹੋ ਰਿਹਾ, ਇੱਥੇ ਬਹੁਤ ਜ਼ਿਆਦਾ ਗਲਤ ਹੋ ਰਿਹਾ। ਵਾਹਿਗੁਰੂ ਜੀ, ਉਸ ਖਾਲਸਾ ਜੀ ਸਾਡੇ ਤੋਂ ਵਾਪਸ ਨਹੀਂ ਮੁੜਿਆ ਜਾਂਦਾ, ਇੰਨਾ ਜ਼ਿਆਦਾ ਉਸ ਢੰਗ ਸੁਰਤ ਇਸ ਚੀਜ਼ ਦੇ ਪਿੱਛੇ ਪਿੱਛੇ ਚੱਲਣ ਲੱਗ ਜਾਂਦੀ ਹੈ ਜੀ। ਇਹ ਸਮਝ ਨਹੀਂ ਆ ਰਹੀ ਕੀ ਹੋ ਰਿਹਾ ਜੀ ਸਾਡੇ ਨਾਲ। ਠੀਕ ਹੈ ਜੀ ਖਾਲਸਾ ਜੀ, ਅਗਲੇ ਵੀ ਇੱਕ ਦੋ ਸਿੰਘਾਂ ਦੇ ਕੁਐਸਚਨ ਲੈ ਲਓ। ਹਾਂਜੀ ਹਾਂਜੀ ਖਾਲਸਾ ਜੀ। ਸੋ ਅਗਲੇ ਜਿਹੜੇ ਗੁਰਮੁਖ ਨੇ ਬੇਨਤੀ ਕਰਾਂਗੇ ਭਾਈ ਸਤਨਾਮ ਸਿੰਘ ਜੀ ਹੁਣਾਂ ਨੂੰ। ਤੇ ਭਾਈ ਸਤਨਾਮ ਸਿੰਘ ਜੀ ਹੁਣੀ ਆਪ ਜੀ ਦਾ ਸਵਾਲ ਜੋ ਹੈ ਉਹ ਆਪ ਜੀ ਲਿਆਓ, ਰੱਖੋ। ਭਾਈ ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਵਾਹਿਗੁਰੂ ਜੀ ਦੱਸਦਾ, ਵਾਹਿਗੁਰੂ ਸ਼ੁਕਰਾਨਾ ਕਰਦਾ ਆਪ ਜੀ ਦਾ। ਵਾਹਿਗੁਰੂ ਜੀ ਆਪ ਜੀ ਨੇ ਉਸ ਦਿਨ ਦੀ ਬਹੁਤ ਕਿਰਪਾ ਕੀਤੀ ਵਾਹਿਗੁਰੂ ਜੀ, ਤੇ ਸਦਾ ਹੀ ਇਹਦਾ ਕਿਰਪਾ ਬਣਾਈ ਰੱਖਿਓ ਜੀ। ਵਾਹਿਗੁਰੂ ਦਾਸ ਦੀ ਇਹੀ ਬੇਨਤੀ ਆ ਵਾਹਿਗੁਰੂ ਜੀ, ਦੱਸ ਦੋ ਵਾਹਿਗੁਰੂ ਜੀ, ਬਰਾਗੀ ਸਿਫਰ ਦੀ ਥੋੜੀ ਦਾਤ ਬਖਸ਼ੋ ਵਾਹਿਗੁਰੂ ਜੀ। ਵਾਹਿਗੁਰੂ ਬਖਸ਼ਿਓ ਉਹਨੇ ਜਿੰਨੇ ਦਾ ਸੰਭਾਲ ਸਕਾਂ। ਆਪ ਜੀ ਨੇ ਵਾਹਿਗੁਰੂ ਜੀ ਬਹੁਤ ਕਿਰਪਾ ਕੀਤੀ ਉਸ ਦਿਨ ਦੀ। ਵਾਹਿਗੁਰੂ ਜੀ ਦੋਵਾਂ ਚੀਜ਼ਾਂ ਤੇ ਆਪ ਜੀ ਦੀ ਕਿਰਪਾ ਹੋ ਗਈ। ਵਾਹਿਗੁਰੂ ਸੋਚ ਤੋਂ ਵੀ ਬਚ ਗਿਆ, ਤੇ ਕਾਮ ਤੋਂ ਵੀ ਗੁਰੂ ਪਾਤਸ਼ਾਹ ਨੇ ਕਿਰਪਾ ਕਰਤੀ ਉਹਦੀ। ਇੱਕ ਬੇਨਤੀ ਵਾਹਿਗੁਰੂ ਜੀ ਮੇਰੀ ਸੁਪਨੇ ਪ੍ਰਤੀ ਸੀ। ਵਾਹਿਗੁਰੂ ਜੀ ਸੁਪਨੇ ਪ੍ਰਤੀ ਮੈਂ ਬੇਨਤੀ ਕੀਤੀ ਸੀ। ਵਾਹਿਗੁਰੂ ਜੀ ਸੁਪਨਾ ਮੈਂ ਕਿਸੇ ਸਾਧੂ ਦੇ ਦਰਸ਼ਨ ਕੀਤੇ ਰਾਤ ਨੂੰ, ਤੇ ਵਾਹਿਗੁਰੂ ਸਾਰਾ ਦਿਨ ਮੇਰਾ ਖੇੜੇ ਵਿੱਚ ਗਿਆ। ਜਾਂ ਵਾਹਿਗੁਰੂ ਮੈਂ ਕਿਸੇ ਗਲਤ ਜਗ੍ਹਾ ਤੇ ਰਾਤ ਨੂੰ ਜਾ ਕੇ ਪਰਾਈ ਜਨਾਂ ਦਾ ਸੰਗ ਹੋ ਗਿਆ ਸੁਪਨੇ ਵਿੱਚ। ਵਾਹਿਗੁਰੂ ਸਾਰਾ ਦਿਨ ਹੀ ਖਿੰਡਿਆ ਖਿੰਡਿਆ ਚਲੇ ਗਿਆ ਜੀ, ਵਿਅਰਥ ਚਲੇ ਗਿਆ। ਵਾਹਿਗੁਰੂ ਜੀ ਸੁਪਨਾ ਮੈਂ ਨਹੀਂ ਵੇਖਿਆ ਤੇ ਫਿਰ ਵੇਖਿਆ ਕਿਵੇਂ ਆ? ਜੇ ਵਾਹਿਗੁਰੂ ਜੀ ਮੈਂ ਨਹੀਂ ਵੇਖਿਆ ਫਿਰ ਮੈਨੂੰ ਚੇਤੇ ਕਿੱਦਾਂ ਵਾ? ਵਾਹਿਗੁਰੂ ਜਿਸ ਦਿਨ ਕਹਿੰਦੇ ਸਾਧੂ ਸੰਗਤ ਹੋ ਜਾਂਦੀ ਸੁਪਨੇ ਵਿੱਚ, ਵਾਹਿਗੁਰੂ ਬੜਾ ਹੀ ਪਿਆਰਾ ਦਿਨ ਲੰਘਦਾ ਜੀ, ਖਿੜਿਆ ਖਿੜਿਆ। ਬਸ ਇਹੀ ਦਾਸ ਦੀ ਬੇਨਤੀ ਹੈ, ਕਿਰਪਾ ਕਰਕੇ ਸਮਤ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਆਪਣੇ ਭਾਈ ਕਮਲ ਸਿੰਘ ਜੀ, ਜੇ ਕਮਲ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਆ, ਤੇ ਕਮਲ ਸਿੰਘ ਜੀ ਆਪ ਜੀ ਆਪਣਾ ਸਵਾਲ।
भाई कमल सिंह जी अनम्यूट कर लो आप जी। हाँ जी कर लगे मेरे ख्याल। कमल सिंह जी थोड़ी आवाज नहीं आ रही, थोड़ा जा देखियो एक बार चेक करियो अपना। वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह। खालसा जी का खालसा वाहिगुरू जी की फतेह। ਹੁਣ ਆਉਂਦੀ ਹੈ ਜੀ ਆਵਾਜ਼? ਵਾਹਿਗੁਰੂ ਜੀ। हाँ जी हाँ जी, आ रही है। हाँ जी आ रही है जी, आ रही है। ਹਾਂਜੀ ਹਾਂਜੀ। ਦਾਸ ਦਾ ਹੀ ਸਵਾਲ ਸੀਗਾ, ਮਤਲਬ ਕਾਮ ਵਾਸ਼ਨਾ ਪ੍ਰਤੀ, ਕਿ ਜਿੱਦਾਂ ਮੇਰੀ ਜਿਹੜੀ ਹੁਣ ਸਲਿਪਰੀ ਏਜ ਹੈ, ਜਿੱਦਾਂ ਏਜ ਬੜੀ ਉਹ ਚੱਲ ਰਹੀ ਹੈ ਕਿ ਯੰਗਸਟਰ ਏਜ ਹੈ, ਸੋ ਕਈ ਵਾਰ ਜਿੱਦਾਂ ਪ੍ਰਾਪਤ ਕਾਰਜਾਂ ਪ੍ਰਤੀ, ਕਿਉਂਕਿ ਇਹਦੇ ਸੰਸਾਰ ਜੀਵਨ ਦੇ ਵਿੱਚ ਨਹੀਂ ਹੈਗੇ, ਸੋ ਉਹ ਬੜੇ ਭੱਦੇ ਭੱਦੇ ਜਿਹੜੇ ਖਿਆਲ ਆ ਉਹ ਚੱਤੋਂ ਪੈ ਜਿਹੜੇ ਦਿਮਾਗ ਦੇ ਵਿੱਚ ਰਹਿੰਦੇ ਆ, ਭਾਵੇਂ ਅਸੀਂ ਕੋਸ਼ਿਸ਼ ਵੀ ਕਰੀਏ, ਗੁਰਮੁਖਾਂ ਦੀ ਸੰਗਤ ਕਰਕੇ ਉਹ ਦੱਸਦੇ ਵੀ ਨੇ ਕਿੱਦਾਂ ਨਾ ਕਰੀਏ ਤਾਂ ਵੀ ਫਿਰ ਉਹ ਜਿਹੜੇ ਖਿਆਲ ਆ ਉਹ ਜਾਣ ਕੇ ਆਉਂਦੇ ਆ ਉਹਦੇ ਵਿੱਚ, ਮਤਲਬ ਖਿਆਲ ਲਗਾਤਾਰ ਉਹਦੇ ਵਿੱਚ ਰਹਿੰਦੇ ਆ। ਚਲੋ ਆਪ ਜੀ ਆਪਣਾ ਆਡੀਓ ਮਿਊਟ ਕਰਿਓ, ਅਸੀਂ ਤਿੰਨਾਂ ਸਿੰਘਾਂ ਦੇ ਸਵਾਲਾਂ ਦਾ ਜਵਾਬ ਦੇ ਦਿੰਦੇ। ਸਭ ਤੋਂ ਪਹਿਲੇ ਗੁਰਸਿੱਖਾਂ ਦਾ ਸਵਾਲ ਸੀ ਕਿ ਪਤਾ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹ ਮਨ ਰੁਕਦਾ ਨਹੀਂ, ਮਨ ਬਦੋ ਬਦੀ ਜਿਹੜਾ ਹੈ ਉਸ ਰੰਗ ਨੂੰ ਚਲਿਆ ਜਾਂਦਾ, ਉਹਦੇ 'ਚ ਗਲਤਾਨ ਹੋ ਜਾਂਦਾ। ਬਾਤ ਇੱਦਾਂ ਹੈ ਕਿ ਦੋ ਚੀਜ਼ਾਂ ਹੁੰਦੀਆਂ, ਕਈ ਵਾਰ ਸਾਨੂੰ ਪਤਾ ਲੱਗ ਜਾਂਦਾ ਹੈ ਪਰ ਆਕਰਸ਼ਣ ਭੰਗ ਨਹੀਂ ਹੁੰਦੇ, ਗਹਿਰੇ 'ਚ ਆਕਰਸ਼ਣ ਹੁੰਦੇ ਨੇ, ਉਹ ਭੰਗ ਨਹੀਂ ਹੁੰਦੇ। ਦੂਜੀ ਬਾਤ ਹੈ ਕਿ ਧਰਮ ਦੀਆਂ ਕੁਝ ਚੀਜ਼ਾਂ ਜਿਹੜੀਆਂ ਨੇ ਅਸੀਂ ਬਹੁਤ ਸੋਹਣੇ ਢੰਗ ਨਾਲ ਨਹੀਂ ਕਮਾਈਆਂ, ਅਸੀਂ ਕੁਝ ਇੱਦਾਂ ਕਮਾ ਰਹੇ ਹਾਂ ਕਿ ਪੜ੍ਹ ਰਹੇ ਹਾਂ ਪਰ ਉਹਨੂੰ ਸੁਭਾਅ ਨਹੀਂ ਬਣਾ ਰਹੇ, ਉਹਨੂੰ ਜੀਵਨ ਨਹੀਂ ਬਣਾ ਰਹੇ। ਇਹ ਇਵੇਂ ਹੀ ਹੈ ਕਿ ਜਿਵੇਂ ਕੋਈ ਮਨੁੱਖ ਜਿਹੜਾ ਹੈ ਉਹ ਤਰਨ ਦਾ ਤੈਰਾਕ ਬਣਨ ਦੀ ਕਿਤਾਬ ਤੇ ਪੜ੍ਹ ਲੇ ਕਿ ਹਾਂ ਮੈਂ ਤੈਰਾਕ ਬਣਨਾ ਕਿੱਦਾਂ ਹੈ, ਉਹ ਸਿੱਖ ਵੀ ਲਵੇ ਟੀਚਰ ਤੋਂ ਕਿ ਤੈਰਾਕ ਜਿਹੜਾ ਹੈ ਉਹ ਕਿੱਦਾਂ ਬਾਹਾਂ ਮਾਰਦਾ, ਕਿੱਦਾਂ ਲੱਤਾਂ ਮਾਰਦਾ, ਪਰ ਪਤਾ ਉਦੋਂ ਲੱਗਣਾ ਹੈ ਜਦੋਂ ਉਹ ਪਾਣੀ 'ਚ ਗਿਆ। ਇਸੇ ਤਰੀਕੇ ਨਾਲ ਹੀ ਸਾਰੇ ਜਾਣੇ ਜਿਹੜੇ ਹਨ ਨਾ ਉਹ ਸਤਿਗੁਰੂ ਦੇ ਹੁਕਮਾਂ ਨੂੰ ਦਰਸ਼ਨ ਤੇ ਕਰ ਰਹੇ ਹਾਂ, ਇੱਕ ਦੂਜੇ ਨੂੰ ਸੁਣਾ ਵੀ ਰਹੇ ਹਾਂ, ਬੋਲ ਵੀ ਰਹੇ ਹਾਂ ਕਿ ਕਾਮ ਕ੍ਰੋਧ ਨਹੀਂ ਕਰਨਾ ਚਾਹੀਦਾ, ਇਹ ਬੁਰਾ ਹੈ, ਪਰ ਉਹਦੇ ਤੋਂ ਪਾਰ ਕਿਵੇਂ ਜਾਈਏ, ਉਹ ਸੁਭਾਅ ਕਿਵੇਂ ਕਿ ਸਾਡੇ ਅੰਦਰ ਕਾਮ ਪ੍ਰਗਟ ਹੋਵੇ ਨਾ। ਜਦੋਂ ਉਹ ਸਿਚੁਏਸ਼ਨ ਆਉਂਦੀ ਹੈ, ਉਹ ਘੜੀ ਆਉਂਦੀ ਹੈ ਤੇ ਅਸੀਂ ਰੁੜ ਜਾਂਦੇ ਹਾਂ। ਜਿਵੇਂ ਸਾਨੂੰ ਪਤਾ ਲੱਗ ਗਿਆ ਕਿ ਬੁਰਾ ਹੈ ਪਰ ਫਿਰ ਵੀ ਸਾਡੇ ਅੰਦਰ ਆਕਰਸ਼ਣ ਬਚੇ ਨਹੀਂ, ਹੈ ਨਾ। ਜਿੰਨੀ ਦੇਰ ਤੱਕ ਅੰਦਰ ਆਕਰਸ਼ਣ ਬਚਿਆ ਹੈ ਉਨੀ ਦੇਰ ਤੱਕ ਜਿਹੜਾ ਹੈ ਇਹ ਰੌਲਾ ਰਹੇਗਾ ਕਿ ਮਨ ਜਿਹੜਾ ਹੈ ਉਹ ਆਕਰਸ਼ਣ ਨੂੰ ਪਕੜਦਾ ਹੈ, ਮਨ ਤੇ ਆਕਰਸ਼ਣ ਦਾ ਅਸਰ ਹੁੰਦਾ ਹੈ। ਮਨ ਜਿਹੜਾ ਹੈ ਉਹ ਤੇ ਬੇਅੰਤ ਗੱਲਾਂ ਸੁਣਦਾ ਹੈ, ਬੇਅੰਤ ਅਸੀਂ ਰੋਜ਼ ਗੱਲਾਂ ਕਰਦੇ ਹਾਂ, ਰੋਜ਼ ਸੁਣਦੇ ਹਾਂ, ਕਈ ਖੇਡਾਂ ਹੁੰਦੀਆਂ, ਪਰ ਸਾਡੇ ਅੰਦਰ ਆਕਰਸ਼ਣ ਕੀ ਨੇ। ਦੂਜੇ ਗੁਰਮੁਖ ਪਿਆਰਿਆਂ ਨੇ ਪਹਿਲੀ ਬਾਤ ਕਿ ਕਿਰਪਾ ਕਰਨ ਵਾਲਾ ਇੱਕ ਹੀ ਸਾਹਿਬ ਹੈ, ਭਾਈ ਸਤਨਾਮ ਸਿੰਘ ਜੀ। ਸਭ ਉਹਦੀਆਂ ਲੀਲਾ ਨੇ, ਸਭ ਉਹਦੀਆਂ ਖੇਡਾਂ ਨੇ। ਸਰੀਰ ਤੇ ਕਦੀ ਅਟਕ ਨਾ ਜਾਇਓ, ਸਰੀਰ ਤੇ ਉਹ ਮੀਲ ਪੱਥਰ ਦੀ ਤਰ੍ਹਾਂ ਹੈ। ਮੀਲ ਪੱਥਰ ਦਾ ਦੀਵਾ ਜਿਹੜਾ ਹੁੰਦਾ ਹੈ ਨਾ ਉਹ ਰਸਤਾ ਦਿਖਾਉਂਦਾ ਹੈ ਬਸ, ਤੇ ਜੇ ਕੋਈ ਦੀਵਾ ਚੌਂਕ 'ਚ ਰੱਖ ਕੇ ਦੀਵੇ ਦੀਆਂ ਪਰਿਕਰਮਾ ਕਰਨ ਲੱਗ ਜੇ ਤੇ ਪਹੁੰਚਣਾ ਉਹਨੇ ਵੀ ਕਿਤੇ ਨਹੀਂ, ਹੈ ਨਾ। ਪਹੁੰਚਣਾ ਜ਼ਰੂਰੀ ਹੈ ਉਸ ਸਾਹਿਬ ਤੱਕ, ਉਹ ਰੰਗ ਤੱਕ ਜਿਹੜਾ ਹੈ ਉਹਨੂੰ ਮੰਨਣਾ ਜ਼ਰੂਰੀ ਹੈ। ਦੂਜੀ ਸਤਿਗੁਰੂ ਨੇ ਜੇ ਆਪ ਜੀ ਦੇ ਉਹਨਾਂ ਰੰਗਾਂ ਤੇ ਕਿਰਪਾ ਕੀਤੀ ਹੈ ਤੇ ਕੋਈ ਗੱਲ ਨਹੀਂ, ਆਪ ਜੀ ਉਹਦੇ ਧੰਨਵਾਦ ਚਰੇ, ਉਹਨੂੰ ਮਾਣਿਓ। ਤੇ ਬਾਕੀ ਜਿਹੜੀ ਆਪ ਜੀ ਬਾਤ ਕਹਿੰਦੇ ਹੋ ਕਿ ਜਦੋਂ ਸੁਪਨਾ ਆਉਂਦਾ ਏ, ਜੇ ਸਾਧੂ ਦਾ ਆ ਜਾਵੇ, ਕਿਸੇ ਗੁਰਸਿੱਖ ਪਿਆਰੇ ਦਾ ਆ ਜਾਵੇ, ਉਸ ਸਾਹਿਬ ਪਿਤਾ ਦੇ ਕਿਸੇ ਆਸ਼ਕ ਦਾ ਆ ਜਾਵੇ ਤੇ ਦਿਨ ਬੜਾ ਚੰਗਾ ਲੰਘਦਾ ਏ। ਤੇ ਜੇ ਕਿਸੇ ਬੁਰਾ ਸੁਪਨਾ ਆ ਜਾਵੇ ਜਾਂ ਬੁਰੀ ਸੰਗਤ ਦਾ ਆ ਜਾਵੇ ਤੇ ਦਿਨ ਜਿਹੜਾ ਏ ਉਹ ਬੁਰਾ ਹੋ ਜਾਂਦਾ, ਕਿਉਂਕਿ ਸੰਗਤ ਤੇ ਸੰਗਤ ਹੀ ਹੈ। ਜਿੱਦਾਂ ਦੀ ਸੰਗਤ ਕਰੋਗੇ ਉੱਦਾਂ ਦੇ ਤੁਸੀਂ ਹੋ ਜਾਂਦੇ, ਚਾਹੇ ਸੁਪਨੇ 'ਚ ਕਰੋ, ਚਾਹੇ ਤੁਸੀਂ ਬਾਹਰ ਕਰੋ, ਚਾਹੇ ਫੋਨ ਕਰਕੇ ਕਰੋ, ਚਾਹੇ ਕਿਤਾਬ ਕਰਕੇ ਕਰੋ, ਚਾਹੇ ਟੀਵੀ ਤੇ ਕਰ ਲਓ। ਜਿੱਦਾਂ ਦੀ ਸੰਗਤ ਕਰੋਗੇ ਉਹ ਆਪ ਜੀ ਦੇ ਅੰਦਰ, ਤੁਸੀਂ ਸੇਵਨ ਕੀ ਕੀਤਾ,
ਜੋ ਤੁਸੀਂ ਅੱਖਾਂ ਦੇ ਜ਼ਰੀਏ, ਕੰਨਾਂ ਦੇ ਜ਼ਰੀਏ, ਇੰਦਰੀਆਂ ਦੇ ਜ਼ਰੀਏ ਸੇਵਨ ਕਰੋਗੇ, ਉੱਦਾਂ ਦਾ ਸਰੀਰ ਤੇ ਅਸਰ ਹੋਏਗਾ। ਇਸ ਕਰਕੇ ਜਿਹੜਾ ਏ ਉਹ ਸਭ ਤੋਂ ਪਹਿਲਾਂ ਤੇ ਜਿਹੜਾ ਸੇਵਨ ਕਰਦੇ ਆ ਨਾ, ਜਿਹੜਾ ਅਸੀਂ ਰੂਪ ਦੇਖਦੇ ਆ, ਉਹਨੂੰ ਬੰਦ ਕਰਨਾ ਪਏਗਾ। ਪਰ ਰੂਪ ਨੂੰ ਬੰਦ ਕਰਨ ਦੇ ਵੀ ਜਿਹੜੇ ਨੇ ਉਹ 2-3 ਤਰੀਕੇ ਨੇ। ਇੱਕ ਅਸੀਂ ਅੰਦਰੋਂ ਕਹੀ ਜਾਂਦੇ ਕਿ ਰੂਪ ਨਹੀਂ ਦੇਖਣਾ, ਰੂਪ ਨਹੀਂ ਦੇਖਣਾ। ਜਿੰਨਾ ਜ਼ਿਆਦਾ ਅਸੀਂ ਕਹਿੰਦੇ ਉਨਾ ਜ਼ਿਆਦਾ ਅਸੀਂ ਰੂਪ ਪ੍ਰਤੀ ਆਕਰਸ਼ਿਤ ਹੁੰਦੇ। ਜ਼ੋਰ ਨਾਲ ਨਹੀਂ, ਜਿੱਦ ਦੇ ਨਾਲ ਨਹੀਂ, ਸਮਝ ਕੇ, ਗਿਆਨ ਦੇ ਨਾਲ, ਗਿਆਨ ਤੇ ਧਿਆਨ ਦੇ ਨਾਲ ਜਿਹੜਾ ਇਹ ਰੂਪ ਤੋਂ ਜਿਹੜਾ ਇਹ ਬਚਣਾ ਹੈ, ਨਾ ਕਿ ਜਿੱਦ ਕਰਕੇ। ਜਦੋਂ ਅਸੀਂ ਜਿੱਦ ਕਰਕੇ ਕਰਾਂਗੇ ਤੇ ਮਨ ਦਾ ਨਾ ਇੱਕ ਬਹੁਤ ਵੱਡੀ ਸ਼ਕਤੀ ਹੈ। ਇਹ ਇੰਦਰੀਆਂ ਦੇ ਜ਼ਰੀਏ ਜੋ ਕੁਝ ਆਸੇ ਪਾਸੇ ਦੇਖਦੇ ਹਾਂ, ਕੰਨਾਂ ਦੇ ਜ਼ਰੀਏ, ਅੱਖਾਂ ਦੇ ਜ਼ਰੀਏ, ਇਹ ਅੰਦਰ ਇੱਕ ਟ੍ਰਿਗਰ ਹੋ ਜਾਂਦੀ ਚੀਜ਼ ਤੇ ਵਾਪਸ ਸਾਨੂੰ ਉਹਦਾ ਜਿਹੜਾ ਹੈ ਉਹ ਥੋਟ ਆਉਣ ਲੱਗ ਪੈਂਦਾ। ਕਈ ਵਾਰ ਕਈ ਗੁਰਸਿੱਖਾਂ ਦੀ ਆਉਂਦੀ ਹੈ ਕਿ ਉਹ ਸੰਗਤ 'ਚ ਬੈਠੇ ਨੇ, ਗੁਰੂ ਪਿਤਾ ਦਾ ਰੰਗ ਮਾਣਦੇ ਨੇ, ਸਾਹਮਣੇ ਕੋਈ ਧੀ ਜਾਂ ਕੋਈ ਭੈਣ ਜਿਹੜੀ ਹੈ ਉਹ ਰੂਪਵਾਨ ਨੰਗੀ ਤੇ ਧਿਆਨ ਉੱਥੇ ਚਲਾ ਗਿਆ ਤੇ ਗੁਰੂ ਘਰ ਦੇ ਬੈਠਿਆਂ ਵੀ ਅੰਦਰ ਜਿਹੜਾ ਹੈ ਉਹ ਮਨ ਜਿਹੜਾ ਉਹ ਗੁਰਬਾਣੀ ਨੂੰ ਛੱਡ ਕੇ ਉੱਦਾਂ ਦੀਆਂ ਵਿਚਾਰਾਂ 'ਚ ਚਲਿਆ ਗਿਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਹਰ ਜਿਹੜਾ ਹੈ ਉਹ ਕੁਝ ਹੈ। ਬਾਹਰ ਤੇ ਸਿਰਫ ਇੱਕ ਉਹ ਟ੍ਰਿਗਰ ਕਰਨ ਵਾਲੀ ਚੀਜ਼ ਹੈ, ਉਹ ਬਸ ਇੱਕਦਮ ਜਿਹੜਾ ਇਹ ਕਲਿੱਕ ਹੋ ਜਾਂਦਾ। ਬਾਕੀ ਜਿਹੜਾ ਅੰਦਰ ਅਸੀਂ ਆਕਰਸ਼ਣ ਭਰ ਕੇ ਬੈਠੇ ਆ ਉਹ ਖਤਰਨਾਕ ਹੈ। ਜੋ ਸਾਡਾ ਵਜੂਦ ਜਿਹੜਾ ਹੈ ਉਹ ਹੀ ਹੈ ਜਿੱਦਾਂ ਦੇ ਅਸੀਂ ਆਕਰਸ਼ਣ। ਸਾਧੂ ਕੀ ਹੁੰਦਾ? ਸਾਧੂ ਨੂੰ ਆਪਣੇ ਪਿਆਰੇ ਨਾਲ ਪਿਆਰ ਕਰਨ ਦਾ ਆਕਰਸ਼ਣ ਹੁੰਦਾ, ਸੇਵਾ ਕਰਨ ਦਾ ਆਕਰਸ਼ਣ ਹੁੰਦਾ। ਉਹਦੇ ਵੀ ਆਕਰਸ਼ਣ ਹੁੰਦੇ ਨੇ, ਹਨਾ। ਉਹਦੀ ਲੁਕਾਈ ਤੋਂ ਬਲਹਾਰ ਜਾਣ ਦਾ ਸ਼ੌਂਕ ਹੁੰਦਾ, ਉਹਦਾ ਉਸ ਲੁਕਾਈ ਦੀ ਸੇਵਾ ਕਰਨ ਦਾ ਜਿਹੜਾ ਹੈ ਆਕਰਸ਼ਣ ਹੁੰਦਾ, ਹਨਾ। ਉਹਨੂੰ ਗਾਉਣ ਦਾ, ਉਹਦੇ ਤੋਂ ਮਰ ਮਿਟਣ ਦਾ, ਫਨਾਹ ਹੋ ਜਾਣ ਦਾ ਆਕਰਸ਼ਣ ਹੁੰਦਾ, ਹਨਾ। ਹਰ ਰੰਗ 'ਚ ਉਹਨੂੰ ਵੇਖਣ ਦਾ ਆਕਰਸ਼ਣ ਹੁੰਦਾ। ਤੇ ਉਹ ਇਦਾਂ ਦਾ ਜਿਹੜਾ ਅੰਦਰ ਆਕਰਸ਼ਣ ਜਾਂ ਰੰਗ ਜਾਂ ਜ਼ਿੰਦਗੀ ਰੱਖ ਕੇ ਬੈਠਾ ਹੈ ਉਹਨੂੰ ਸਾਧੂ ਕਹਿ ਦਿੰਦੇ, ਹੈ ਨਾ। ਦੂਜੇ ਪਾਸੇ ਸੰਸਾਰੀ ਜੀਵ ਹੈ ਜਿਹੜਾ ਕਾਮ ਵਾਸ਼ਨਾ ਰੱਖ ਕੇ ਬੈਠਾ ਹੈ, ਹੰਕਾਰ ਰੱਖ ਕੇ ਬੈਠਾ ਹੈ, ਸ਼ੋਭਾ ਦੇ ਕੁਝ ਰੱਖ ਕੇ ਬੈਠਾ ਹੈ, ਕੋਈ ਵਿਖਾਵਾ, ਲੋਕ ਪਖੰਡ, ਕਈ ਕੁਝ ਰੱਖ ਕੇ ਬੈਠਾ ਹੈ, ਉਹ ਉਦਾਂ ਦਾ ਹੋ ਜਾਂਦਾ। ਸਭ ਤੋਂ ਜ਼ਰੂਰੀ ਇਸ ਰੰਗ ਦੇ ਵਿੱਚ ਹੈ ਕਿ ਆਪ ਜੀ ਗਿਆਨ ਦੇ ਨਾਲ ਜਿਹੜਾ ਹੈ ਰੂਪ ਨੂੰ ਵੇਖਣਾ ਬੰਦ ਕਰਨਾ। ਤੇ ਉਹ ਕਿਵੇਂ ਕਰਨਾ ਹੈ ਉਹ ਅਸੀਂ ਆਪ ਜੀ ਨਾਲ ਦੱਸਦੇ ਹਾਂ। ਜਿਵੇਂ ਸਤਿਗੁਰੂ ਨੇ ਸਮਝਾਇਆ ਹੀ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਉੱਦਾਂ ਹੀ ਦੱਸ ਦੇਣ ਦੀ। ਪਰ ਫਿਰ ਵੀ ਸਾਡੀ ਸਮਰੱਥਾ ਹੈ, ਰਸਨਾ ਦੀ ਸਮਰੱਥਾ ਹੈ, ਸਰੀਰ ਦੀ ਸਮਰੱਥਾ ਹੈ, ਉਹ ਤੇ ਨਹੀਂ ਦੱਸ ਪਾਵਾਂਗੇ ਜੋ ਐਗਜ਼ੈਕਟ ਉਹਨੇ ਦੱਸਿਆ ਹੀ। ਪਰ ਉਹ ਦੱਸ ਸਕਦੇ ਜੋ ਸਾਡੇ ਸੰਭਵ ਹੋ ਸਕੇ। ਬਾਕੀ ਸਤਿਗੁਰੂ ਲੀਲਾ ਜਾਣਦੇ ਨੇ। ਬਾਕੀ ਇਹ ਜਿਹੜੇ ਪਿਆਰੇ ਗੁਰਸਿੱਖ ਨੇ, ਇਹਨਾਂ ਦਾ ਸਵਾਲ ਹੈ ਕਿ ਮਨ ਜਿਹੜਾ ਹੈ ਉਹ ਕਾਮ ਵਾਸ਼ਨਾ 'ਚ ਜਾਂ ਉੱਦਾਂ ਦੀਆਂ ਵਿਚਾਰਾਂ 'ਚ ਰਹਿੰਦਾ ਹੈ। ਸਭ ਤੋਂ ਪਹਿਲਾਂ ਸਮਝਣਾ ਪਏਗਾ, ਕਾਮ ਵਾਸ਼ਨਾ ਸਾਨੂੰ ਬਹੁਤ ਸੋਹਣੀ ਲੱਗਦੀ, ਇਹਨੂੰ ਸਮਝਣ ਵਾਸਤੇ ਬਹੁਤ ਸੋਹਣਾ ਰੰਗ ਹੈ। ਕਿਉਂਕਿ ਕ੍ਰੋਧ ਅਸੀਂ ਬਚਪਨ 'ਚ ਸਿੱਖ ਲੈਂਦੇ। ਜਦੋਂ ਨਿੱਕੇ ਜਿਹੇ ਹੁੰਦੇ ਨਾ, ਉਦੋਂ ਖਿਡੌਣੇ ਖੁੱਸ ਜਾਂਦੇ ਤੇ ਅਸੀਂ ਦੂਜੇ ਨਾਲ ਦੇ ਬੱਚੇ ਤੇ ਕ੍ਰੋਧ ਕਰ ਲੈਂਦੇ। ਹੰਕਾਰ ਕਰਨਾ, ਲੜਨਾ, ਮੋਹ ਕਰਨਾ, ਇਹ ਸਾਰਾ ਕੁਝ ਬਚਪਨ 'ਚ ਸਿੱਖਿਆ ਜਾਂਦਾ ਜਦੋਂ ਅਸੀਂ ਹੋਸ਼ ਵੀ ਨਹੀਂ ਅਜੇ ਚੰਗੀ ਤਰ੍ਹਾਂ ਸੰਭਾਲੀ ਹੁੰਦੀ। ਇੱਕ ਕਾਮ ਵਾਸ਼ਨਾ ਹੀ ਇੱਦਾਂ ਦੀ ਏ ਜਿਹੜੀ ਅਸੀਂ ਹੋਸ਼ ਦੇ ਵੇਲੇ ਸੰਭਾਲਦੇ ਹਾਂ, ਜਦੋਂ ਸਾਨੂੰ ਹੋਸ਼ ਆਉਂਦੀ। ਤੇ ਜਦੋਂ ਸਾਨੂੰ ਹੋਸ਼ ਆਉਂਦੀ ਏ, ਕਾਮ ਵਾਸ਼ਨਾ ਸਾਡੇ ਤੇ ਉਦੋਂ ਅਸਰ ਸ਼ੁਰੂ ਕਰਦੀ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਯਾਦ ਕਰੋਗੇ ਕਿ ਤੁਹਾਡੇ ਅੰਦਰ ਸਭ ਤੋਂ ਪਹਿਲੀ ਵਾਰ ਤੁਹਾਨੂੰ ਕਾਮ ਵਾਸ਼ਨਾ ਬਾਰੇ ਕਿਵੇਂ ਪਤਾ ਲੱਗਾ ਸੀ। ਤੇ ਤੁਸੀਂ ਹੈਰਾਨ ਹੋਵੋਗੇ, ਵੱਡੇ ਜਿਹੜੇ ਕਜ਼ਨ ਨੇ, ਚਾਚੇ ਤਾਏ ਦੇ ਮਿੱਤਰ ਨੇ, ਉਹਨਾਂ ਤੋਂ ਪਤਾ ਲੱਗਾ ਹੋਏਗਾ, ਹੈ ਨਾ। ਜਾਂ ਕਿਸੇ ਨੇ ਜਿਹੜਾ ਅੱਜ ਕੱਲ੍ਹ ਤੇ ਚਲੋ ਸੋਸ਼ਲ ਮੀਡੀਆ, TV, ਕਈ ਸਾਧਨ ਨੇ, ਉਹਨਾਂ ਤੋਂ ਪਤਾ ਲੱਗ ਗਿਆ ਹੋਏਗਾ। ਕਿਸੇ ਨੇ ਕਿਸੇ ਮੂਵੀ ਤੋਂ ਸਿੱਖਿਆ ਹੋਏਗਾ। ਉਸ ਤੋਂ ਪਹਿਲਾਂ ਤੇ ਪਤਾ ਹੀ ਨਹੀਂ ਸੀ। ਜਿਨ੍ਹਾਂ ਦੀ ਥੋੜ੍ਹੀ ਵਡੇਰੀ ਉਮਰ ਹੈ, ਜੇ ਉਹ ਗੁਰਸਿੱਖ ਥੋੜ੍ਹਾ ਜਿਹਾ ਯਾਦ ਕਰਨ ਤੇ ਅੱਜ ਤੋਂ 20-25 ਸਾਲ ਪਹਿਲਾਂ ਚਲੇ ਜਾਈਏ ਤੇ 15-18 ਸਾਲਾਂ 20 ਸਾਲਾਂ ਦੇ ਬੱਚਿਆਂ ਨੂੰ, ਧੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਾਮ ਵਾਸ਼ਨਾ ਹੁੰਦੀ ਕੀ ਹੈ। ਅਸੀਂ ਸਾਡੀ ਨਿੱਕੇ ਦੀ ਹੋਸ਼ ਹੈ ਕਿ ਜਦੋਂ ਲਾਈਟ ਪਿੰਡਾਂ 'ਚ ਘੱਟ ਆਉਂਦੀ ਹੁੰਦੀ ਸੀ ਤੇ ਜਿਹੜੇ ਸਾਡੇ ਤੋਂ ਕਾਫੀ ਵੱਡੇ ਹੀ 20-20 ਸਾਲਾਂ ਦੇ, ਉਹ ਲੁਕਣ ਮੀਚ ਹੀ ਸਾਰੇ ਖੇਡਦੇ ਹੁੰਦੇ ਸੀ ਬੱਚਿਆਂ ਵਾਂਗੂ। ਉਹਨਾਂ ਨੂੰ ਕਾਮ ਵਾਸ਼ਨਾ ਬਾਰੇ ਪਤਾ ਹੀ ਨਹੀਂ ਸੀ ਕਿ ਕਾਮ ਵਾਸ਼ਨਾ ਕੀ ਹੁੰਦੀ।
ਜਦੋਂ ਅਸੀਂ ਕਿਸੇ ਤੋਂ ਸੁਣਦੇ ਹਾਂ, ਦੇਖਦੇ ਹਾਂ, ਫਿਰ ਸਾਡੇ ਅੰਦਰ ਆਕਰਸ਼ਣ ਬਣਨੇ ਸ਼ੁਰੂ ਹੋ ਜਾਂਦੇ। ਤੇ ਇਹਦੇ 'ਚ ਇੱਕ ਰੰਗ ਹੋਰ ਜ਼ਰੂਰ ਹੈ ਜਿਹੜਾ ਥੋੜ੍ਹਾ ਜਿਹਾ ਖਤਰਨਾਕ ਹੈ, ਕਿ ਜਦੋਂ ਵੀ ਕੋਈ ਕਾਮ ਵਾਸ਼ਨਾ 'ਚ ਜਾਂਦਾ ਹੈ ਜਾਂ ਸੈਕਸ ਸਰੀਰਕ ਸੰਭੋਗ 'ਚ ਜਾਂਦਾ ਹੈ ਤੇ ਉਹਨੂੰ ਰਸ ਨਹੀਂ ਆਉਂਦਾ। ਸਹੀ ਅਰਥ 'ਚ ਧਿਆਨ ਨਾਲ ਦੇਖੋਗੇ ਨਾ ਤੇ ਉਹ ਇੱਥੋਂ ਸੋਚ ਰਿਹਾ ਹੁੰਦਾ ਦਿਮਾਗ ਦੇ ਨਾਲ ਬਸ, ਕਿ ਇੱਦਾਂ ਹੋ ਰਿਹਾ ਏ, ਇੱਦਾਂ ਹੋ ਰਿਹਾ ਏ, ਆਹ ਹੋ ਗਿਆ, ਮੈਂ ਇੱਦਾਂ ਕਰ ਰਿਹਾ ਏ। ਉਹ ਜਦੋਂ ਇੱਥੋਂ ਸੋਚਦਾ ਏ ਤੇ ਉਦੋਂ ਉਹਦੀ ਜਨਮ ਇੰਦਰੀ ਵੀ ਜਿਹੜੀ ਏ ਉਹ ਐਕਟਿਵ ਹੁੰਦੀ। ਜਿਹਦੇ ਅੰਦਰ ਰੂਪ ਦਾ ਆਕਾਰ, ਰੂਪ ਦੀ ਵਿਚਾਰ ਨਹੀਂ ਆਉਣਗੇ ਤੇ ਸੱਚ ਜਾਣੇ ਉਹਦੀ ਜਨਮ ਇੰਦਰੀ ਵੀ ਐਕਟਿਵ ਨਹੀਂ ਹੁੰਦੀ। ਜਨਮ ਇੰਦਰੀ ਦਾ ਵੀ ਜਿਹੜਾ ਕਹਿ ਲਓ ਕਿ ਉਹ ਐਕਟਿਵ ਹੋਣ ਦਾ ਕਾਰਨ ਵਿਚਾਰ ਨੇ, ਥਾਟ ਪ੍ਰੋਸੈਸ। ਇਹ ਕਰਕੇ ਸਾਧੂਆਂ ਦੀ ਦੁਨੀਆ 'ਚ ਇੱਕ ਸ਼ਬਦ ਨੇ ਕਿ ਜਿਹੜੇ ਭੋਗੀ ਨੇ ਉਹ ਅਸਲ ਦੇ ਵਿੱਚ ਕਦੀ ਭੋਗਦੇ ਨਹੀਂ, ਉਹ ਤੇ ਸੋਚਦੇ ਰਹਿੰਦੇ ਕਿ ਮੈਂ ਭੋਗ ਰਿਹਾ ਹਾਂ। ਉਹ ਸੋਚਾਂ 'ਚ ਭੋਗਦੇ ਨੇ। ਤੇ ਜਿਹੜੇ ਅਸਲ ਦੇ ਵਿੱਚ ਜੋਗੀ ਨੇ, ਭੋਗਦੇ ਤੇ ਉਹ ਨੇ। ਅਸੀਂ ਸੋਚ ਰਹੇ ਹਾਂ ਕਿ ਕੁਝ ਹੋ ਰਿਹਾ ਹੈ। ਤੁਸੀਂ ਹੈਰਾਨ ਹੋਵੋਗੇ ਜੇ ਉਸ ਸੋਚ ਨੂੰ ਕਦੀ ਬਾਹਰ ਕੱਢ ਕੇ ਵੇਖੋ। ਕਦੀ ਤੁਸੀਂ ਨੋਟਿਸ ਕਰਕੇ ਦੇਖਿਓ ਆਪਣੇ ਮਨ ਨੂੰ ਕਿ ਅੰਦਰ ਸੋਚ ਨਹੀਂ ਚੱਲੀ ਰੂਪ ਦੀ। ਅੱਜ ਮਨ ਪਰੇਸ਼ਾਨ ਹੈ, ਕੋਈ ਸੰਸਾਰ ਦੀ ਉਲਝਣ 'ਚ ਉਲਝਿਆ ਹੈ, ਤੇ ਤੁਸੀਂ ਹੈਰਾਨ ਹੋਵੋਗੇ ਉਸ ਦਿਨ ਕਾਮ ਵਾਸ਼ਨਾ ਨਹੀਂ ਜਾਗੇਗੀ। ਕਿਉਂ? ਕਿਉਂਕਿ ਇੱਥੇ ਸੋਚ ਨਹੀਂ ਚੱਲ ਰਹੀ। ਸੋਚ ਜਿਹੜੀ ਉਹ ਅੱਗੇ ਨਹੀਂ ਪਕੜ ਰਹੀ ਕਿ ਮੈਂ ਇਸਤਰੀ ਏ, ਸਾਹਮਣੇ ਆਹ ਕਰ ਰਿਹਾ ਹੈ, ਆਹ ਕਰ ਰਿਹਾ ਹੈ। ਪਰ ਥੋੜ੍ਹਾ ਜਿਹਾ ਇਹ ਵੀ ਨਾਲ ਸੋਚਣਾ ਪਏਗਾ ਕਿ ਜਿਹੜੇ ਸਤਿਗੁਰੂ ਪਿਤਾ ਨੇ ਜਦੋਂ ਸਰੀਰ ਦਾ ਆਕਾਰ ਧਾਰਨ ਕੀਤਾ ਤੇ ਕੀ ਉਹਨਾਂ ਨੇ ਵੀ ਇੱਦਾਂ ਹੀ ਕੀਤਾ ਹੋਏਗਾ? ਉਹਨਾਂ ਦੇ ਅੰਦਰ ਤੇ ਰੂਪ ਦਾ ਆਕਰਸ਼ਣ ਹੈ ਨਹੀਂ ਸੀ। ਕੋਈ ਰੰਗ ਹੋਰ ਹੋਏਗਾ, ਕੋਈ ਖੇਡ ਹੋਰ ਵੀ ਹੋਏਗੀ ਜਿਹੜੀ ਇਹਦੇ ਤੋਂ ਬਿਨਾਂ ਸਾਨੂੰ ਪਤਾ ਨਹੀਂ ਹੈ ਜਿਸ ਖੇਡ ਦਾ। ਸਤਿਗੁਰੂ ਪਿਤਾ ਦੇ ਅੰਦਰ ਤੇ ਇਸਤਰੀ ਦੇ ਰੂਪ ਦਾ ਆਕਰਸ਼ਣ ਨਹੀਂ ਨਾ ਹੋ ਸਕਦਾ। ਫਿਰ ਹੈਰਾਨੀ ਦੀ ਬਾਤ ਇਹ ਹੈ ਕਿ ਉਹਨਾਂ ਦੇ ਜਦੋਂ ਸਾਹਿਬਜ਼ਾਦਿਆਂ ਨੂੰ ਅੱਗੇ ਰੰਗ ਦੇਣਾ ਹੈ, ਜਦੋਂ ਅੱਗੇ ਸਾਹਿਬਜ਼ਾਦਿਆਂ ਦੇ ਰੰਗ 'ਚ ਪ੍ਰਫੁੱਲਤ ਹੋਣਾ ਹੈ, ਜਦੋਂ ਉਹ ਮਹਾਰੰਗਾਂ ਨੂੰ ਪ੍ਰਗਟ ਕਰਨਾ ਹੈ, ਤੇ ਸਤਿਗੁਰੂ ਕਿਸ ਰੰਗ 'ਚ ਗਏ ਹੋਣਗੇ? ਜੇ ਇਸ ਰੰਗ 'ਚ ਸਤਿਗੁਰੂ ਗਏ ਹੋਣਗੇ ਉੱਥੇ ਬੜੀ ਮਹਿਮਾ ਦਾ ਰੰਗ ਤੇ ਬਖਸ਼ਿਸ਼ ਦਾ ਰੰਗ ਹੋਏਗਾ। ਸਾਡੇ ਵਾਲਾ ਤੇ ਨਹੀਂ ਹੋਏਗਾ ਜਿਹੜਾ ਅਸੀਂ ਕਰਦੇ ਹਾਂ। ਪਰ ਅਸੀਂ ਕਦੀ ਸੋਚਦੇ ਨਹੀਂ। ਸਾਨੂੰ ਲੱਗਦਾ ਇਹ ਕਾਮ ਨੂੰ ਭੋਗਣ ਦਾ ਇੱਕ ਹੀ ਤਰੀਕਾ ਹੈ ਜਿਹੜਾ ਅਸੀਂ ਸੰਸਾਰ ਤੋਂ ਸਿੱਖਿਆ, ਪਰ ਕਾਮ ਨੂੰ ਇੱਕ ਬਖਸ਼ਿਸ਼ ਦੇ ਤੌਰ ਤੇ ਮੰਨਣ ਦਾ ਹੋਰ ਵੀ ਤਰੀਕੇ ਹੋਣਗੇ ਜਿਹੜੇ ਸਾਨੂੰ ਅਜੇ ਨਹੀਂ ਪਤਾ। ਸਭ ਤੋਂ ਜ਼ਰੂਰੀ ਚੀਜ਼ ਇਹ ਕਿ ਆਪਣੇ ਆਕਰਸ਼ਣ ਨੂੰ ਪਛਾਣਨਾ। ਜਿੰਨੀ ਦੇਰ ਤੱਕ ਅੰਦਰ ਆਕਰਸ਼ਣ ਰਹਿਣਗੇ ਉਨੀ ਦੇਰ ਤੱਕ ਗੜਬੜ ਰਹੇਗੀ। ਆਕਰਸ਼ਣ ਨੂੰ ਪਛਾਣਨਾ ਤੇ ਆਕਰਸ਼ਣ ਨੂੰ ਤੋੜ ਕੇ ਸਤਿਗੁਰੂ ਦੇ ਗੁਣਾਂ ਨੂੰ ਧਾਰਨ ਕਰਨਾ, ਉਸ ਗੁਣੀ ਨਿਧਾਨ ਦੇ ਗੁਣ ਨੂੰ ਪ੍ਰਾਪਤ ਕਰਨਾ। ਸਾਡੇ ਅੰਦਰ ਅਸੀਂ ਖੁਦ ਆਪਣੀ ਬਾਤ ਦੱਸਦੇ ਹਾਂ, ਸਾਡੇ ਅੰਦਰ ਖੁਦ ਕਾਮ ਦਾ ਬਹੁਤ ਆਕਰਸ਼ਣ ਹੁੰਦਾ ਸੀ, ਬਹੁਤ ਜ਼ਿਆਦਾ ਕਾਮ ਵਾਸ਼ਨਾ। ਜਦੋਂ ਬੰਦਗੀ ਦੇ ਵਿੱਚ ਆਏ ਤੇ ਕਈ ਮਹੀਨੇ ਮਿਹਨਤ ਕਰਨੀ, ਨਾਮ ਜਪਦੇ ਰਹਿਣਾ, ਬਾਣੀ ਪੜ੍ਹਦੇ ਰਹਿਣਾ, ਫਿਰ ਥੋੜ੍ਹੀ ਦੇਰ ਬਾਅਦ ਮਨ ਨੂੰ ਖੋਜ ਕੇ ਵੇਖਣਾ ਕਿ ਅੰਦਰ ਬਚੀ ਕਿ ਨਹੀਂ ਬਚੀ, ਤੇ ਵੇਖਣਾ ਉਹ ਫੇਰ ਹੋਣੀ, ਫੇਰ ਕਰ ਲੈਣਾ ਕਿ ਹੁਣ ਫੇਰ 2 ਮਹੀਨੇ ਜਪਣਾ ਹੈ, ਫੇਰ ਇੰਨਾ ਚਿਰ ਕਰਨਾ ਹੈ। ਕਰਦੇ ਕਈ ਲਗਭਗ 1.5 ਤੋਂ 2-2.5 ਸਾਲ ਲੱਗ ਗਏ ਲਗਾਤਾਰ, ਮਤਲਬ ਬਿਨਾਂ ਨਾਗਾ। ਕਿਸੇ ਗੁਰਸਿੱਖ ਨੇ ਕਹਿ ਦਿੱਤਾ ਕਿ ਮਹਾਤਮਾ ਬੁੱਧ ਅੱਧਾ ਪ੍ਰਸ਼ਾਦਾ ਛਕਦੇ ਸੀ, ਵਾਸ਼ਨਾ ਨੂੰ ਖਤਮ ਕਰਨਾ ਇਹਨਾਂ ਤੇ ਫੂਡ ਘਟਾ ਦੇਣਾ ਚਾਹੀਦਾ, ਅਨਾਜ ਇੰਨਾ ਕੁ ਘੱਟ ਕਰ ਦਿਓ ਕਿ ਸ਼ਕਤੀ ਨਾ ਬਣੇ ਦੇ ਅੰਦਰ, ਤੇ ਪ੍ਰਸ਼ਾਦਾ ਬਹੁਤ ਘਟਾ ਦਿੱਤਾ। ਪਰ ਅਸੀਂ ਹੈਰਾਨ ਹੋਏ ਕਿ ਪ੍ਰਸ਼ਾਦਾ ਘਟਣ ਦੇ ਨਾਲ ਵੀ ਉਹ ਉੱਦਾਂ ਤੇ ਘਟਦੀ ਏ, ਪਰ ਇੱਦਾਂ ਨਹੀਂ ਘਟਦੀ ਕਿ ਉਹ ਖਤਮ ਹੋ ਜਾਂਦੀ। ਉੱਦਾਂ ਇਹ ਹੈ ਕਿ ਕੁਝ ਦਿਨਾਂ ਦਾ ਵਕਫਾ ਪੈ ਜਾਂਦਾ, ਪਰ ਉਹ ਘਟਦੀ ਨਹੀਂ ਹੈ। ਬੇਅੰਤ ਤਰੀਕੇ ਅਪਣਾਏ, ਬੇਅੰਤ ਕਈ ਵਾਰ ਮਨ ਨੂੰ ਕਿ
काम नहीं करना, रूप नहीं वेखना। ਉਹ ਜਿੰਨਾ ਹੀ ਇਹਨੂੰ ਮਨ ਨੂੰ ਇਹ ਸਮਝਾਉਂਦੇ ਹਾਂ, ਮਨ ਉਨੇ ਹੀ ਅੰਦਰ ਉਹ ਚੀਜ਼ ਬਾਰੇ ਜ਼ਿਆਦਾ ਚਿਤਵਨ ਕਰਦਾ ਹੀ, ਜ਼ਿਆਦਾ ਸੋਚਦਾ ਹੈ। ਬੜੀ ਮੁਸ਼ਕਲ 'ਚ ਪਏ, ਗੁਰੂ ਪਿਤਾ ਅੱਗੇ ਰੋਂਦੇ ਵੀ ਰਹੇ, ਜੋਦੜੀਆਂ ਵੀ ਕਰਦੇ ਰਹੇ। ਫਿਰ ਇਹ ਵੀ ਕਹਿੰਦੇ ਰਹੇ ਕਿ ਸਤਿਗੁਰੂ ਜੇ ਇਹੋ ਕੁਝ ਹੀ ਰਹਿਣਾ ਹੀ ਤੇ ਇਹ ਮਾਰਗ ਤੇ ਲੈ ਕੇ ਹੀ ਕਿਉਂ ਆਇਆ, ਹੈ ਨਾ। ਕਾਹਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਰਹਿਣ ਦਿੰਦਾ, ਮੈਲਿਆਂ ਕੁਚੈਲਿਆਂ ਨੂੰ ਜਿੱਦਾਂ ਰੁਲਣ ਡੇ ਹਾਂ, ਜੋ ਕਰਦੇ ਹਾਂ ਠੀਕ ਹੀ ਰਹਿਣ ਹੀ ਦਿੰਦਾ, ਹੈ ਨਾ। ਆਹ ਤੇ ਹੁਣ ਜ਼ਿਆਦਾ ਬਿਵਤਾ ਬਣ ਗਈ ਕਿ ਉਧਰੋਂ ਤੇਰੇ ਪੁੱਤ ਵੀ ਅਖਵਾਉਣ ਲੱਗ ਪਏ, ਤੇਰੇ ਸਿੰਘ ਵੀ ਹੋ ਗਏ, ਅੰਦਰ ਦਾ ਕੋੜ ਖਤਮ ਨਹੀਂ ਹੋ ਰਿਹਾ, ਕਰੀਏ ਕੀ। ਇੱਕ ਉਹਨਾਂ ਦਿਨਾਂ 'ਚ ਆਸੇ ਪਾਸੇ ਦੇ ਜਿਹੜੇ ਲੋਕ ਹੀ ਉਹਨਾਂ ਨੇ ਬਹੁਤ ਡਰਾਇਆ ਸੀ ਕਿ ਕਾਮ ਇੱਦਾਂ ਹੁੰਦਾ ਜੀ, ਆਹ ਇੱਦਾਂ ਹੁੰਦਾ। ਉਹ ਜਿੰਨਾ ਜ਼ਿਆਦਾ ਲੋਕ ਡਰਾਉਂਦੇ ਨੇ ਆਸੇ ਪਾਸਿਓਂ ਜਿਹੜਾ ਪ੍ਰਚਾਰ ਹੁੰਦਾ, ਸਾਡੇ ਅੰਦਰ ਜਿਹੜਾ ਏ ਓਨੀਆਂ ਜ਼ਿਆਦਾ ਉਹਦੀ ਬੀਜ ਜਿਹੜੇ ਉਹ ਸਖਤ ਹੁੰਦੇ ਜਾਂਦੇ। ਫਿਰ ਜਦੋਂ ਸਤਿਗੁਰੂ ਨੇ ਕੁਝ ਰੰਗਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਤੇ ਅਸੀਂ ਸਮਝ ਆਏ ਕਿ ਸਤਿਗੁਰੂ ਨੇ ਸਭ ਤੋਂ ਪਹਿਲੀ ਬਾਤ ਸਮਝਾਈ ਸੀ ਕਿ ਕਾਮ ਛੱਡ, ਅਜੇ ਵਾਸ਼ਨਾ ਸਮਝ, ਵਾਸ਼ਨਾ ਕੀ ਹੁੰਦੀ। ਜਿਹੜੇ ਪੰਜ ਜਿਨ੍ਹਾਂ ਨੂੰ ਪੰਜ ਵੈਰੀ ਕਹਿੰਦੇ ਆ, ਪੰਜ ਦੁਸ਼ਮਣ ਕਹਿੰਦੇ, ਉਹਨਾਂ ਪੰਜਾਂ ਨੂੰ ਸਮਝ ਲਾਓ ਹੈ ਕੀ ਹੈ। ਤੇ ਫਿਰ ਸਤਿਗੁਰੂ ਨੇ ਉਹ ਬੜਾ ਸੋਹਣਾ ਬੀਜ ਰੂਪ ਤੋਂ ਸ਼ੁਰੂ ਕੀਤਾ ਸੀ ਕਿ ਜਦੋਂ ਪਰਮਾਤਮਾ ਇੱਕ ਤੋਂ ਅਨੇਕ ਹੁੰਦਾ ਏ, ਅਨੇਕਤਾ ਦੇ ਵਿੱਚ ਪਸਰਦਾ ਏ ਨਾ, ਉਦੋਂ ਉਹ ਅਨੇਕਤਾ ਜਿਹੜੀ ਏ ਉਹਦੇ 'ਚ ਇੱਕ ਵਜੂਦ ਹੁੰਦਾ, ਜਿਹੜਾ ਹਮ ਰਾਮ ਕੀ ਅੰਸ਼ ਜਿਹੜੀ ਏ ਨਾ, ਅੰਸ਼ ਰੂਪ ਪ੍ਰਗਟ ਹੁੰਦਾ। ਪਰ ਜੇ ਉਹ ਅੰਸ਼ ਰੂਪ ਜਿਹੜਾ ਏ ਉਹ ਆਪਣੀਆਂ ਪਰਿਕਰਮਾ ਖੁਦ ਕਰਨ ਲੱਗ ਪਵੇ, ਆਪਣੀ ਪੂਜਾ ਖੁਦ ਕਰਨ ਲੱਗ ਪਵੇ, ਆਪਣੀ ਚਾਹਤਾਂ ਆਪਣੀਆਂ ਮੰਗਾਂ ਦੇ ਵਿੱਚ ਚੱਲ ਪਵੇ, ਉੱਥੇ ਉਹ ਗੜਬੜ ਹੋ ਜਾਂਦੀ। ਉੱਥੋਂ ਸ਼ੁਰੂ ਹੁੰਦਾ ਜਿੱਥੇ ਉਹ ਪਸਰਿਆ ਏ ਅਨੇਕਤਾ ਦੇ ਵਿੱਚ, ਉੱਥੇ ਤੇ ਪ੍ਰੇਮ ਨੂੰ ਪਸਰਿਆ ਏ ਕਿ ਉਹ ਪ੍ਰੇਮ ਕਰ ਸਕੇ, ਕਿਉਂਕਿ ਪ੍ਰੇਮ ਨੂੰ ਦੋ ਚਾਹੀਦੇ ਨੇ। ਦੂਜਾ ਚਾਹੀਦਾ ਏ ਜਿਹਨੂੰ ਨਮਸਕਾਰ ਕਰ ਸਕੀਏ, ਦੂਜਾ ਚਾਹੀਦਾ ਏ ਜਿਹਦੀਆਂ ਪਰਿਕਰਮਾ ਕਰ ਸਕੀਏ, ਦੂਜਾ ਚਾਹੀਦਾ ਏ ਜਿਹਨੂੰ ਗਲਵੱਕੜੀ ਪਾ ਸਕੀਏ, ਦੂਜਾ ਚਾਹੀਦਾ ਏ ਜਿਹਦੇ ਹੱਥ ਨੂੰ ਚੁੰਮ ਸਕੀਏ, ਦੂਜਾ ਚਾਹੀਦਾ ਏ ਜਿਹਦੇ ਚਰਨਾਂ ਤੇ ਸੀਸ ਰੱਖ ਸਕੀਏ, ਦੂਜਾ ਚਾਹੀਦਾ ਏ ਜਿਹਦੇ ਤੋਂ ਹੱਸਦੇ ਹੱਸਦੇ ਕੁਰਬਾਨ ਹੋ ਸਕੀਏ। ਪਰ ਜੇ ਤੇ ਉਹ ਜਿਹੜੀ ਅੰਸ਼ ਏ ਉਹ ਆਪਣੇ ਪਿਆਰੇ ਤੋਂ ਕੁਰਬਾਨ ਹੁੰਦੀ, ਆਪਣੇ ਪਿਆਰੇ ਦੇ ਰੰਗ 'ਚ ਜਾਂਦੀ, ਫਿਰ ਤੇ ਉਹ ਸਹੀ ਸੀ। ਪਰ ਉਹਨੂੰ ਭਰਮ ਪੈ ਗਿਆ ਕਿ ਮੈਂ ਹਾਂ, ਤੇ ਜੇ ਮੈਂ ਹਾਂ ਤੇ ਫਿਰ ਪਹਿਲਾ ਆਕਰਸ਼ਣ ਸ਼ੁਰੂ ਹੋਇਆ ਹਉਮੈ ਦਾ। ਹਉਮੈ ਬੀਜ ਰੂਪ ਹੋ ਜਾਂਦੀ ਹੈ। ਤੇ ਫਿਰ ਜੇ ਮੈਂ ਹਾਂ ਤੇ ਫਿਰ ਮੈਂ ਨੂੰ ਚਾਹੀਦਾ ਕੀ ਏ, ਉਹ ਆਸੇ ਪਾਸੇ ਸੰਸਾਰ ਤੋਂ ਜੋ ਮੈਲਾ ਕੁਚੈਲਾ ਇਕੱਠਾ ਕਰਦਾ, ਉਹਦੇ ਹਿਸਾਬ ਨਾਲ ਆਪਣੀਆਂ ਮੰਗਾਂ ਸ਼ੁਰੂ ਕਰ ਲੈਂਦਾ, ਉਹਦੇ ਹਿਸਾਬ ਨਾਲ ਆਪਣੇ ਅੰਦਰ ਆਕਰਸ਼ਣ ਬਣਾਉਣੇ ਸ਼ੁਰੂ ਕਰ ਦਿੰਦਾ ਕਿ ਜੇ ਮੈਂ ਹਾਂ ਤੇ ਮੈਨੂੰ ਫਿਰ ਇੱਦਾਂ ਦਾ ਰੂਪ ਚਾਹੀਦਾ, ਮੈਨੂੰ ਜਿਹੜਾ ਇਹ ਇੱਦਾਂ ਦੀ ਮਾਇਆ ਚਾਹੀਦੀ, ਇੱਦਾਂ ਦਾ ਇੱਕ। ਫਿਰ ਆਕਾਰ ਦੇ ਆਕਰਸ਼ਣ ਇੰਨੇ ਕੁ ਨੇ ਕਿ ਸਿਰਫ ਇੱਥੇ ਕੁ ਜੇ ਰੁਕਦੇ ਥੋੜ੍ਹੀ। ਘਰ ਕਿੱਦਾਂ ਦਾ ਚਾਹੀਦਾ, ਮੇਰਾ ਕਮਰਾ ਕਿੱਦਾਂ ਦਾ ਚਾਹੀਦਾ, ਰੂਪ ਕਿੱਦਾਂ ਦਾ ਚਾਹੀਦਾ, ਹਰ ਇੱਕ ਚੀਜ਼ ਦਾ ਫਿਰ ਆਕਰਸ਼ਣ ਬਣਾ ਲੈਂਦਾ ਆਪਣੇ ਨੂੰ। ਉਹ ਜਿਹੜੇ ਬੇਅੰਤ ਤਰ੍ਹਾਂ ਦੇ ਆਕਰਸ਼ਣ ਨੇ ਨਾ, ਉਹਨਾਂ ਨੂੰ ਜਦੋਂ 5 ਭਾਗਾਂ ਦੇ ਵਿੱਚ ਵੰਡੀਏ, ਵੈਸੇ 3 ਭਾਗਾਂ 'ਚੋਂ ਵੰਡੇ ਜਾਂਦੇ ਨੇ। 2 ਤੇ ਉਹਨਾਂ ਦੇ ਰਿਐਕਸ਼ਨ ਨੇ, 2 ਤੇ ਜਿਹੜੇ ਨੇ ਉਹ ਪ੍ਰਤੀਬਿੰਬਤ ਹੁੰਦੇ ਨੇ, 3 ਮੇਨ ਨੇ ਜਿਹਦੇ 'ਚੋਂ ਅਹੰਕਾਰ ਏ ਕਿ ਮੈਂ ਇੱਦਾਂ ਦਾ, ਮੈਨੂੰ ਸ਼ੋਭਾ ਚਾਹੀਦੀ, ਮੈਨੂੰ ਆਹ ਚਾਹੀਦਾ, ਮੇਰੀ ਇੱਜ਼ਤ ਹੋਣੀ ਚਾਹੀਦੀ, ਮੇਰੀ ਗੱਲ ਮੰਨਣੀ ਚਾਹੀਦੀ। ਇਹ ਸਾਰੇ ਆਕਰਸ਼ਣ, ਸਾਰੀਆਂ ਮੰਗਾਂ ਜਿਹੜੀਆਂ ਉਹ ਅਹੰਕਾਰ ਵਾਸ਼ਨਾ ਖਾਉਂਦੀਆਂ। ਇਹ ਕੋਈ ਅੰਦਰ ਇੱਦਾਂ ਦੇ ਕੋਈ ਭੂਤ ਨਹੀਂ ਹੈ ਕਿ ਕੋਈ ਭੂਤ ਰੂਪ ਹੈ ਜਾਂ ਉਹਨੇ ਕੋਈ ਇੱਦਾਂ ਦਾ ਸਰੂਪ ਬਣਾਇਆ ਹੈ ਜਾਂ ਕੋਈ ਸ਼ੈਤਾਨ ਰੂਪ ਹੈ। ਸਾਡੇ ਹੀ ਆਕਰਸ਼ਣ ਨੇ, ਸਾਡੀਆਂ ਹੀ ਮੰਗਾਂ ਨੇ, ਅਸੀਂ ਹੀ ਮੰਗ ਰਹੇ ਹਾਂ। ਜਿੰਨੀਆਂ ਮੰਗਾਂ ਅਸੀਂ ਸ਼ੋਭਾ ਨਾਲ ਰਿਲੇਟਡ ਆਪਣੇ ਆਪ ਨੂੰ ਉੱਚਾ ਚੁੱਕਣ ਦੇ ਨਾਲ ਜਿਹੜਾ ਮੰਗਦੇ ਹਾਂ, ਉਹ ਸਾਰੀਆਂ ਹੰਕਾਰ ਵਾਸ਼ਨਾ 'ਚ ਆ ਜਾਂਦੀਆਂ। ਉਹਨਾਂ ਸਾਰੀਆਂ ਦਾ ਇਕੱਠ ਜਿਹੜਾ ਹੈ ਅਹੰਕਾਰ ਵਾਸ਼ਨਾ ਖਾਉਂਦਾ। ਜਿਹੜੀਆਂ ਰੂਪ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਅਸੀਂ ਕਾਮ ਵਾਸ਼ਨਾ ਕਹਿ ਦਿੰਦੇ ਕਿ ਮੈਨੂੰ ਇੱਦਾਂ ਦਾ ਰੂਪ ਚਾਹੀਦਾ, ਮੈਂ ਇੱਦਾਂ ਦੇ ਰੂਪ ਨੂੰ ਜਿਹੜਾ ਹੈ ਉਹ ਸਪਰਸ਼ ਕਰਨਾ ਚਾਹੁੰਦਾ, ਵੇਖਣਾ ਇੱਦਾਂ ਦੇ ਆਕਾਰ ਨੂੰ ਚਾਹੁੰਦਾ, ਉਹ ਸਭ ਕਾਮ ਵਾਸ਼ਨਾ ਚਾਹੀਦਾ। ਤੇ ਜਿਹੜੀਆਂ ਤੀਜਾ ਇਹ ਲੋਭ ਵਾਸ਼ਨਾ, ਜਿਹੜੀ ਧਨ ਦੌਲਤ ਤੇ ਮਾਇਆ ਤੇ ਆ ਕੇ ਖੜੀ ਹੋ ਜਾਂਦੀ ਹੈ। ਇਹਦੇ 'ਚੋਂ ਕ੍ਰੋਧ ਤੇ ਮੋਹ ਜਿਹੜਾ ਇਹਨਾਂ ਤਿੰਨਾਂ ਦੇ ਮਿਲਣ ਦੇ ਵਿੱਚ ਸਹਾਈ ਹੋਵੇ, ਸਹਾਇਤਾ ਕਰੇ, ਉਹਦੇ ਤੇ ਮੋਹ ਆ ਜਾਂਦਾ ਹੈ ਨਾ। ਜਿਹੜਾ ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਇਹ ਵਿਘਨ ਪਾਵੇ, ਰੁਕਾਵਟ ਬਣੇ, ਉਹਦੇ ਤੇ ਕ੍ਰੋਧ ਆ ਜਾਂਦਾ। ਹੁਣ ਕਦੀ ਤੁਸੀਂ ਸੋਚਿਆ ਕਿ ਪਤਨੀ ਨਾਲ ਰਹਿਣਾ ਕਿਉਂ ਔਖਾ ਹੈ?
ਪਤਨੀ ਨਾਲ ਰਹਿਣਾ ਔਖਾ ਇਸੇ ਕਰਕੇ ਕਿ ਇੱਕ ਪਾਸੇ ਜਿਹੜਾ ਹੈ ਉਹਦੇ ਤੋਂ ਕਾਮ ਦਾ ਸਵਾਰਥ ਵਾਸ਼ਨਾ ਪੂਰੀ ਹੁੰਦੀ ਏ, ਪਰ ਦੂਜੇ ਪਾਸੇ ਉਹ ਸਾਡੀ ਹਉਮੈ ਨੂੰ ਛੇੜਦੀ ਰਹਿੰਦੀ। ਕਾਮ ਵਾਸ਼ਨਾ ਦੀ ਤੇ ਪੂਰਤੀ ਹੋ ਰਹੀ ਏ, ਪਰ ਹਉਮੈ ਜਿਹੜੀ ਏ, ਅਹੰਕਾਰ ਏ, ਉਹਨੂੰ ਛੇੜਦੀ ਰਹਿੰਦੀ ਏ, ਉਹਦੇ ਵਿੱਚ ਰੁਕਾਵਟ ਬਣਦੀ ਏ, ਵਿਘਨ ਪਾਉਂਦੀ ਏ। ਇਹ ਕਰਕੇ ਉਹਦੇ ਤੋਂ ਜਿਹੜਾ ਏ ਉਹ ਥੋੜ੍ਹਾ ਜਿਹਾ ਲੜਾਈ ਝਗੜਾ ਵੀ ਬਣਿਆ ਰਹਿੰਦਾ। ਜਦੋਂ ਕਿਤੇ ਉਹ ਸਾਡੀ ਹਉਮੈ ਦੇ ਵਿੱਚ ਸਹਾਇਤਾ ਕਰ ਦਿੰਦੀ, ਦੂਜਿਆਂ ਨੂੰ ਕਹਿ ਦਿੰਦੀ ਨਹੀਂ ਇਹ ਤੇ ਬੜੇ ਚੰਗੇ ਨੇ, ਇਹ ਤੇ ਬੜੇ ਵਧੀਆ ਨੇ, ਇਹ ਤੇ ਬਸ ਬਹੁਤ ਆਨੰਦ 'ਚ ਨੇ, ਤੇ ਅਸੀਂ ਉਦੋਂ ਖੁਸ਼ ਵੀ ਹੋ ਜਾਂਦੇ, ਉੱਤੇ ਮੋਹ ਵੀ ਆਉਣਾ ਸ਼ੁਰੂ ਹੋ ਜਾਂਦਾ। ਸਾਡੇ ਮਿੱਤਰ ਤੇ ਦੁਸ਼ਮਣ ਵੀ ਇੱਦਾਂ ਦੇ ਹੀ ਨੇ। ਅਸਲ ਦੇ ਵਿੱਚ ਬਾਹਰ ਕੋਈ ਮਿੱਤਰ ਨਹੀਂ ਹੈ, ਬਾਹਰ ਕੋਈ ਦੁਸ਼ਮਣ ਨਹੀਂ ਹੈ, ਕੋਈ ਵੈਰੀ ਨਹੀਂ ਹੈ, ਸਭ ਇੱਕੋ ਜੋਤ ਦਾ ਤੇ ਪਸਾਰਾ ਹੈ। ਦੁਸ਼ਮਣ ਕੌਣ ਹੋਏਗਾ? ਕੌਣ ਆਪਣਾ, ਕੌਣ ਬੇਗਾਨਾ? ਇੱਥੇ ਬਸ ਰੌਲਾ ਇੰਨਾ ਹੈ ਕਿ ਜਿਹੜਾ ਇਹਨਾਂ ਤਿੰਨਾਂ ਵਾਸ਼ਨਾ 'ਚ ਸਹਾਇਤਾ ਕਰਦਾ ਹੈ, ਥੋੜ੍ਹਾ ਜਿਹਾ ਸੰਜੋਗ ਕਰਦਾ ਹੈ, ਸਵਾਰਥ ਦੇ ਵਿੱਚ ਪੂਰਾ ਹੁੰਦਾ ਹੈ, ਉਹ ਆਪਣਾ ਜਿਹਾ ਲੱਗਣ ਲੱਗ ਪੈਂਦਾ। ਜਿਹੜਾ ਇਹ ਵਿਘਨ ਪਾਉਂਦਾ ਹੈ ਉਹ ਬੇਗਾਨਾ ਲੱਗਣ ਲੱਗ ਪੈਂਦਾ। ਆਪ ਜੀ ਕਹੇ ਨਵੇਂ ਜੀਵ ਨੂੰ ਮਿਲੋ, ਉਹ ਤੁਹਾਨੂੰ ਕਵੇ ਕਿ ਬੜੀ ਚੜ੍ਹਦੀ ਕਲਾ 'ਚੋ, ਇਹ ਬੜੇ ਮਹਾਨ ਨੇ, ਇਹ ਬੜੀ ਬਾਣੀ ਪੜ੍ਹਦੇ ਨੇ, ਜੋ ਤੁਸੀਂ ਆਪਣੇ ਬਾਰੇ ਆਪੇ ਦੱਸਿਆ ਹੁੰਦਾ। ਆਪ ਹੀ ਅਸੀਂ ਦੱਸ ਦਿੰਦੇ ਅਸੀਂ ਇੱਦਾਂ ਕਰਦੇ। ਸ਼ੁਰੂ 'ਚ ਅਸੀਂ ਮਿਲਦੇ ਹੀ ਕਰਦੇ ਕੀ ਹਾਂ, ਸਾਡੀਆਂ ਗੱਲਾਂ ਕੀ ਨੇ ਕਿ ਅਸੀਂ ਵੀ ਇੱਦਾਂ ਕਰਦੇ, ਅਸੀਂ ਇੰਨਾ ਜੀ ਪਾਠ ਕਰਦੇ, ਅਸੀਂ ਜੀ ਦੀ ਸੰਗਤ ਕੀਤੀ, ਅਸੀਂ ਜੀ ਆਪ ਹੀ ਦੱਸਿਆ ਹੁੰਦਾ। ਤੇ ਜੇ ਉਹ ਤੋਤਾ ਰਟਨ ਤੁਹਾਡੇ ਤੋਂ ਜਿਹੜਾ ਰਟਿਆ ਏ, ਉਹ ਥਾਂ ਸਾਰੀ ਜਿੱਥੇ ਤੁਸੀਂ ਮਿਲੋ ਉੱਥੇ ਉਹ ਰਟਨ ਰਟੇ ਦੁਬਾਰਾ ਤੁਹਾਡੇ ਵਾਲਾ ਹੀ, ਤੇ ਤੁਸੀਂ ਕਹਿੰਦੇ ਇਹ ਮਿੱਤਰ, ਇਹ ਮੇਰੇ ਨਾਲ ਪਿਆਰ ਕਰਦਾ। ਤੇ ਜਿਹੜਾ ਕਵੇ ਨਾ ਕਿ ਇਹ ਥੋੜ੍ਹਾ ਜਿਹਾ ਹੰਕਾਰੀ ਹੈਗਾ, ਇਹ ਆਪਣੇ ਬਾਰੇ ਲੋਕਾਂ ਨੂੰ ਦੱਸਦਾ ਰਹਿੰਦਾ, ਤੇ ਉਹਦੇ ਨਾਲ ਤੇ ਦੁਸ਼ਮਣੀ ਹੋ ਜਾਂਦੀ, ਲੱਗਦਾ ਇਹ ਨਫ਼ਰਤ ਕਰਦਾ ਹੈ। ਫਿਰ ਇੱਕ ਹੋਰ ਰੰਗ ਇਹਦੇ ਵਿੱਚ ਸਮਝ ਲੈਣਾ, ਕਾਮ ਵਾਸ਼ਨਾ ਜਿਹੜੀ ਹੈ ਨਾ, ਇਹ ਸਿਰਫ ਸੈਕਸ ਦੇ ਨਾਲ ਰਿਲੇਟਡ ਨਹੀਂ ਹੈ। ਕਾਮ ਵਾਸ਼ਨਾ ਦਾ ਜਿਹੜਾ ਬੀਜ ਹੈ ਉਹ ਕਾਮਨਾ ਤੋਂ ਸ਼ੁਰੂ ਹੁੰਦਾ, ਇੱਛਾ ਤੋਂ ਸ਼ੁਰੂ ਹੁੰਦਾ। ਜਿੱਥੇ ਭਰਮ ਪੈਂਦਾ ਏ ਤੇ ਮੰਗ ਖੜੀ ਹੁੰਦੀ ਏ ਨਾ, ਤੇ ਜਿਹੜੀ ਕਾਮਨਾ ਦੀ ਮੰਗ ਏ ਉਹਦੇ ਵਿੱਚ ਵੀ ਜਿਉਂ-ਜਿਉਂ ਤੁਸੀਂ ਪਿੱਛੇ ਨੂੰ ਜਾਓਗੇ, ਜਿੱਤਦੇ ਜਾਓਗੇ ਨਾ ਆਪਣੇ ਜੀਵਨ ਨੂੰ, ਸਭ ਤੋਂ ਪਹਿਲਾਂ ਜਿੱਦਾਂ ਇਹ ਜੀਵਨ ਲੋਭ ਉੱਡਣਾ, ਲੋਭ 'ਚੋਂ ਫਿਰ ਇਹ ਨਹੀਂ ਕਿ ਪੂਰਾ ਉੱਡ ਜਾਣਾ, ਲੋਭ ਦੇ ਕੁਝ ਅੰਸ਼, ਕੁਝ ਬੀਜ ਰੂਪ ਰਹਿ ਜਾਣੇ, ਫਿਰ ਕਾਮ ਉੱਡਣਾ ਏ, ਫਿਰ ਜਿਹੜਾ ਇਹ ਹੰਕਾਰ ਦੇ ਮੋਟੇ ਜਿਹੜੇ ਵਿਖਾਵਾ ਕਰਨਾ, ਪਖੰਡ ਕਰਨਾ, ਆਪਣੀ ਸਿਫਤ ਚਾਹਣਾ, ਇੱਦਾਂ ਦੀਆਂ ਚੀਜ਼ਾਂ ਮੁੱਕਣੀਆਂ ਨੇ। ਪਰ ਜਦੋਂ ਉਹਦੇ ਬੀਜ ਰੂਪ 'ਚ ਜਦੋਂ ਸੈਕਿੰਡ ਦੂਜੇ ਪੜਾਅ 'ਚ ਤੁਸੀਂ ਗਏ, ਤੁਸੀਂ ਹੈਰਾਨ ਹੋਣਾ ਕਿ ਉੱਥੇ ਬੀਜ ਰੂਪ ਲੋਭ ਵੀ ਹੈ, ਉੱਥੇ ਕਾਮ ਰੂਪ ਕਾਮਨਾ ਅਜੇ ਵੀ ਹੈ, ਭਾਵੇਂ ਕਿ ਇਸ ਰੂਪ ਦੇ ਵਿੱਚ ਉਹ ਸਰੀਰ ਦੇ ਆਕਰਸ਼ਣ 'ਚ ਨਹੀਂ ਜਾਂਦੀ, ਪਰ ਇਸ ਰੂਪ 'ਚ ਉਹ ਕਾਮਨਾ ਰੂਪ ਹੈ, ਬੀਜ ਸਵਰੂਪ ਹੈ। ਜਦੋਂ ਉਸ ਪੜਾਅ 'ਚ ਜਾਓਗੇ ਉੱਥੇ ਉਹ ਮਿਲਣਗੇ, ਤੇ ਉਹ ਵੀ ਬੜੇ ਸੂਖਮ ਨੇ ਤੇ ਬੜੇ ਖਤਰਨਾਕ ਨੇ ਉੱਥੇ ਵੀ। ਪਰ ਚਲੋ ਮੋਟੇ ਜਿਹੇ ਰੂਪ 'ਚ ਜਿਹੜਾ ਇਹਨੂੰ ਸਮਝ ਲਈਏ, ਸਰੀਰ ਦੇ ਆਕਰਸ਼ਣ ਜਿਹੜਾ ਹੈ ਉਹ ਸਿਰਫ ਸਰੀਰ ਦਾ ਆਕਰਸ਼ਣ ਨਹੀਂ ਹੈ, ਉਹਦੇ ਤੇ ਬੜੇ ਆਕਰਸ਼ਣ ਨੇ। ਉਹਦੇ ਤੇ ਰੰਗ ਦਾ ਆਕਰਸ਼ਣ ਹੈ, ਕਿਸੇ ਨੂੰ ਕਾਲਾ ਰੰਗ ਪਸੰਦ ਹੈ, ਕਿਸੇ ਨੂੰ ਗੋਰਾ ਹੈ, ਕਿਸੇ ਨੂੰ ਗੁਲਾਬੀ ਹੈ, ਕਿਸੇ ਨੂੰ ਨੀਲਾ ਕਾਲਾ, ਜਿੱਦਾਂ ਦਾ ਵੀ। ਫਿਰ ਆਕਾਰ ਦੇ ਵੀ ਆਕਰਸ਼ਣ ਨੇ, ਕਿਸੇ ਨੂੰ ਕਿੰਨਾ ਮੋਟਾ ਸਰੀਰ ਚਾਹੀਦਾ ਹੈ, ਕਿਸੇ ਨੂੰ ਕਿੰਨਾ ਪਤਲਾ ਚਾਹੀਦਾ ਹੈ। ਫਿਰ ਉਹਦੇ 'ਚ ਵੀ ਕਈ ਵੈਰਾਈਟੀਆਂ ਨੇ ਜਿਹੜੀਆਂ ਮਨੁੱਖ ਨੇ ਆਪਣੇ ਮਨ 'ਚ ਪਾਲੀਆਂ ਨੇ, ਆਪਣੇ ਅੰਦਰ ਮੰਗਾਂ ਰੱਖੀਆਂ ਨੇ। ਫਿਰ ਉਸ ਤੋਂ ਅੱਗੇ ਜਿਹੜਾ ਏ ਉਹ ਇਸਤਰੀ ਜਿਹੜੀ ਏ ਉਹ ਕਿੱਦਾਂ ਦਾ ਵਿਵਹਾਰ ਕਰੇ, ਕਿੱਦਾਂ ਗਲ ਵੱਕੜੀ ਪਾਵੇ। ਸਾਡੀ ਵਾਰ ਸਾਨੂੰ ਯਾਦ, ਇੱਕ ਵਾਰ ਕੋਈ ਗੁਰਸਿੱਖ ਆਏ ਤੇ ਸਾਨੂੰ ਕਹਿਣ ਲੱਗੇ, ਖਾਲਸਾ ਜੀ, ਉਹ ਅਸੀਂ ਕਾਲਜ ਪੜ੍ਹਦੇ ਸੀ, ਉਦੋਂ ਤੋਂ ਸਾਡੇ ਪੁਰਾਣੇ ਮਿੱਤਰ ਹੀ ਉਹ, ਤੇ ਉਹ ਕਿਸੇ ਕਾਲਜ ਪੜ੍ਹਦਿਆਂ ਕਿਸੇ ਧੀ ਰਾਣੀ ਦੇ ਨਾਲ ਬਹੁਤ ਆਕਰਸ਼ਣ 'ਚ ਹੀ, ਬਹੁਤ ਜ਼ਿਆਦਾ। ਉਹਨਾਂ ਦਾ ਵਿਆਹ ਵੀ ਹੋ ਗਿਆ ਉਹਦੇ ਨਾਲ, ਤੇ ਲੜਦੇ ਉਹਦੇ ਨਾਲ। ਤੇ ਇੱਕ ਦਿਨ ਸਾਨੂੰ ਆ ਕੇ ਦੱਸਣ ਲੱਗੇ, ਉਦੋਂ ਵੀਰ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਵੀਰ ਜੀ ਇੱਦਾਂ ਨਾ ਵੀ ਮੈਂ ਪਛਤਾਇਆ ਹੀ ਇਹ ਵਿਆਹ ਕਰਾ ਕੇ। ਅਸੀਂ ਕਿਹਾ ਹੋਇਆ ਕੀ, ਤੂੰ ਤੇ ਪਾਗਲ ਹਾਂ, ਤੂੰ ਤਾਂ ਉਦੋਂ ਕਹਿੰਦਾ ਹਾਂ ਕਿ ਉਹ ਨਾ ਮਿਲੀ ਤੇ ਮੈਂ ਮਰ ਜਾਣਾ, ਤੇ ਵਜ੍ਹਾ ਕੀ ਹੋਈ? ਤੇ ਹੱਸ ਕੇ ਕਹਿਣ ਲੱਗਾ, ਜਦੋਂ ਸੈਕਸ ਕਰਦੀ ਏ ਨਾ ਉਦੋਂ ਆਵਾਜ਼ਾਂ ਨਹੀਂ ਸਹੀ ਕੱਢਦੀ। ਤੇ ਅਸੀਂ ਸੋਚੀ ਪੈ ਗਏ ਕਿ ਹੈਰਾਨੀ ਦੀ ਬਾਤ ਹੈ ਨਾ, ਮਨੁੱਖ ਉਹ ਆਵਾਜ਼ ਕਿੱਦਾਂ ਦੀ ਕਰੇ, ਉਹ ਵੀ ਉਹਦਾ ਆਕਰਸ਼ਣ ਹੈ। ਜੇ ਬਾਕੀ ਸਾਰਾ ਕੁਝ ਮਿਲ ਗਿਆ, ਉਹ ਇੱਕ ਨਹੀਂ ਮਿਲਿਆ, ਤੇ ਉੱਥੇ ਵੀ ਰੌਲਾ ਪੈ ਜਾਣਾ। ਇਹ ਬੇਅੰਤ ਆਕਰਸ਼ਣ ਨੇ, ਇੱਕ ਨਹੀਂ ਹੈ। ਅਸੀਂ ਸੋਚਦੇ ਸਿਰਫ ਸੈਕਸ ਹੀ ਆਕਰਸ਼ਣ ਹੈ, ਨਹੀਂ, ਉਹਦੇ 'ਚ ਬੜੇ ਆਕਰਸ਼ਣ ਨੇ। ਪਰ ਸਮਝਣਾ ਪਏਗਾ
कि जो असल सत्य एक जीवन हुंदा जिहड़ा असल दे विच परमात्मा ने रचिया हुंदा, एक अहीं अपने आसे पासियों समाज तो कुछ चीज़ां नूं धारण करदे हां, कुछ आकर्षण वासनावां नूं धारण करदे हां, वो बिल्कुल भिन्न हुंदियां। वो असली जीवन नाल मेल नहीं कदी भी खांदियां। जिवें शरीर दे आकर्षण च भी असीं जिहड़ा है असीं कुछ होर सोचदे हां, पर जदों मिलदा है जे वो शरीर मिल भी जावे तो असीं अखीर परेशान ही हुन्ने। अखीर लगदा है अच्छा इहो ही है। जिवें वो पुरानी एक साखी है, कोई गुरसिख सानूं सुणाउंदा सी कि किहे ऑफिस दे विच ना दो जाने काम करदे सी ते एक दिन वो दोवें जाने डिनर लंच करन गए, बाहर किते होटल दे विच खाना खाण गए ते उत्थे होटल च बैठे आ, उधरों दरवाजे तो कोई बहुत सोहनी जिन्नू लोग कहिंदे ने वो इस्त्री अंदर एंटर होई ते जिहड़ा एक नौजवान सी ना थोड़ा जिहा घट उम्र दा सी, उहने हौका भरिया साह लंबा जिहा लिया ते कहण लगा कि आ जिहड़ी इस्त्री है ना मैं इहदे पिछे पागल आ, मेरी सारी जिंदगी बस इनू पाउण ते ही है, जे ये मिल जे तो मेरी जिंदगी च कुछ रस बने, नहीं तो मेरी जिंदगी किहे काम दी नहीं। ते मैं बड़े चिर दा कोशिश करदा इनू पाउण दी। ते दूजे ने कहा कि जदों ये तैनू मिल जेगी ना मैनू जरूर दसी। ते वो कहण लगा कि तू क्यों चाहुंदा है तैनू दसां, मैनू मिल जेगी तैनू क्यों दसां। ते वो हस के कहण लगा, कहंदा क्योंकि तेरे वर्गा पागल मैं भी कुछ साल पहला ही, अज वो मेरी पत्नी है ते अज मैं उत्तों छुटकारा पाउणा चाहुंदा। रौला ये है कि जदों मिल जांदा है ना, जो असीं वासना दे तल ते इत्थे सोचिया हुंदा, जो सोचां नूं घमाया हुंदा, वो नहीं हुंदा। जीवन कुछ होर चलदा है, जीवन दे रंग कुछ होर ने। इस्त्री ये उहदे सुबह उठेगी उहदे मूँह चों बदबू भी आएगी, उन्नू वध घट खाएगी, उन्नू गैस भी होएगी। थोड़ा चिर जे किते नहाउण धोउण च वध घट करेगी, उहदी शरीर तो भी गंदी समैल आएगी, है ना। पर ये दूरों कित्थे दिखाई दिंदा, ये चीज़ां साडा मन सोचदा थोड़ी है। हर मनुख दियां कुछ कमियां हुंदियां, उहदे च भी बेअंत कमियां होणगियां, पर मन जिहड़ा है वो आकर्षण दे विच इहो ही दिक्कत हुंदी कि वो दोवें चीज़ां वेख नहीं पाउंदा। सिर्फ चंगियां चंगियां जो सुनना चाहुंदा है उन्ना ही देखदा, जो चितवना चाहुंदा है सोचना चाहुंदा है उन्ना ही सोचदा। पर जदों उहदा मलाप हुंदा मिलदा है फिर उन्नू परेशानी खड़ी हुंदी, क्योंकि जो उन्हें सोचिया ही नहीं हुंदा जां सुनना चाहिया ही नहीं हुंदा वो उहदे सामने सच हुंदा। हुण हैरानी दी बात है जे जिहड़ा मन है वो ते चाहुंदा है इदां कि जिन्नू संसार ने शिखर ते मन्निया है ना, कि कोई इदां दी धी जिन्नू सब तो वध स्वरूप जिहड़ा है सतगुरु ने बख्शिया होवे वो चाहिदी है। पर रौला ये पैंदा है कि वो मिल भी जावे तो जिन्नी देर तक इत्थों दिमाग तो सोचां दे घोड़े नहीं दड़ाओगे ना कि मैं एडी सोहनी इस्त्री नाल संभोग कर रहा, मैं इनू छू रहा, मैं इनू टच कर रहा, उन्नी देर तक कुछ नहीं होना। जिहड़ियां आप जी दे अंदर ग्लैंड्स ने ना, ये सारियां ही इदां ने। आप कजी ध्यान ना वेखियो, आप जी किते बाहर खेडण जांदे हो, आप जी सोहना खेडो, कोई गेम खेडदे हो, सोहनी गेम खेडो, फुटबॉल खेडदे हो जां सॉकर खेडदे हो, किते गोल कर दो तुसीं ते अंदर जिहड़ी ग्लैंड है उन्नू खुशी हुंदी, क्योंकि तुसीं सोचदे हो बड़े एक्साइट हो के कि मैं गोल कीता। ते जदों तुसीं सोचदे हो ते अंदर एक हार्मोन है डोपामिन वो रिलीज़ हो जांदा ते तुहानूं चंगा लगदा। ਜਿਹੜੇ शराब पींदे ने उन्हां नूं भी ਉਹ रिलीज़ ਹੁੰਦਾ। ਜਦੋਂ क्रोध आउंदा है उदों एक एडरनल हारमोन है ਜਿਹੜਾ ਆਪ ਜੀ ਦੇ एडरनल ਗਲੈਂਡ ਤੋਂ ਜਿਹੜਾ ਹੈ ਉਹ ਰਿਲੀਜ਼ ਹੁੰਦਾ। ਇਹ ਸਾਰੀਆਂ ਗ੍ਰੰਥੀਆਂ ਇਦਾਂ ਹੀ ਵਰਕ ਕਰਦੀਆਂ ਨੇ। ਜਿਵੇਂ ਕਾਮ ਵਾਸ਼ਨਾ 'ਚ ਜਿਹੜਾ ਹੈ ਜਨਮ ਇੰਦਰੀ ਜਿਹੜੀਆਂ ਟੈਸਟਿਸ ਗਲੈਂਡ ਹੈ ਉਹ ਆਪ ਜੀ ਦੀ ਉੱਦਾਂ ਵਰਕ ਕਰਦੀ ਹੈ, ਉੱਦਾਂ ਹੀ ਦੂਜੀਆਂ ਉੱਦਾਂ ਹੀ ਐਡਰਨਲ ਗਲੈਂਡ ਕਰਦੀ ਹੈ, ਉੱਦਾਂ ਹੀ ਹਾਈਪੋਥੈਲਮਸ ਕਰਦੀ ਹੈ, ਉੱਦਾਂ ਹੀ ਪਿੱਛੇ ਸਾਰੀਆਂ ਗਲੈਂਡਸ ਉੱਦਾਂ ਹੀ ਵਰਕ ਕਰਨ ਰਹੀਆਂ। ਜਿਹੜੀਆਂ ਤੁਹਾਡੀ ਐਕਸਾਈਟਮੈਂਟ ਤੇ ਜਿਹੜੀਆਂ ਨੇ, ਤੁਸੀਂ ਕਿੰਨੇ ਐਕਸਾਈਟ ਹੋਏ, ਤੁਸੀਂ ਕਿੰਨੇ ਉਤੇਜਿਤ ਹੋਏ, ਤੁਸੀਂ ਕਿੰਨੇ ਉਤਸ਼ਾਹਤ ਗਏ, ਕਿੰਨੇ ਹਾਈਪਰ ਹੋਏ, ਉਹ ਜਦੋਂ ਤੁਹਾਡਾ ਹਾਈਪਰ ਦਾ ਲੈਵਲ ਉਸ ਪੀਕ ਨੂੰ ਟੱਚ ਕਰਦਾ ਹੈ ਉਹਨੇ ਰਸ ਛੱਡਣਾ ਹੀ ਛੱਡਣਾ ਹੈ, ਉਹਦਾ ਸੁਭਾਅ ਹੈ। ਪਰ ਉਹਨਾਂ ਦਾ ਇੱਕ ਦੂਜਾ ਰੂਪ ਵੀ ਹੈ, ਜਦੋਂ ਤੁਸੀਂ ਸ਼ਾਂਤੀ 'ਚ ਜਾਂਦੇ ਆ, ਜਦੋਂ ਤੁਸੀਂ ਸਹਿਜ 'ਚ ਜਾਂਦੇ ਆ, ਰੰਗ 'ਚ ਜਾਂਦੇ ਆ, ਉਹ ਉਦੋਂ ਵੀ ਆਪਣਾ ਰੰਗ ਛੱਡਦੀਆਂ ਨੇ। ਪਰ ਉਦੋਂ ਉਹ ਸਦਾ ਹੈ, ਉਦੋਂ ਇਹ ਹਮੇਸ਼ਾ ਹੈ। ਜੋ ਚੀਜ਼ ਤੁਸੀਂ ਸੈਕਸ 'ਚੋਂ ਪਾਈ ਹੈ, ਸਰੀਰਕ ਸੰਬੰਧਾਂ 'ਚੋਂ ਜਿਹੜਾ ਆਨੰਦ ਪਾਇਆ ਹੈ,
ਸਾਧੂ ਤੇ ਉਹ ਇੱਕ ਵਾਰ ਵਾਹਿਗੁਰੂ ਕਹਿ ਲੇ ਤੇ ਉਹਨੂੰ ਹਜ਼ਾਰਾਂ ਗੁਣਾ ਜ਼ਿਆਦਾ ਆਨੰਦ ਹੈ, ਤੇ ਹੋ ਸਕਦਾ ਹੈ ਕਈ ਦਿਨ ਉਸ ਆਨੰਦ 'ਚ ਰਵੇ। ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਤੁਸੀਂ ਜ਼ਿਆਦਾ ਐਕਸਾਈਟਡ ਹੋ ਕੇ, ਹਾਈਪਰ ਹੋ ਕੇ ਉਹਨਾਂ ਗ੍ਰੰਥੀਆਂ ਤੋਂ ਕੰਮ ਲੈਂਦੇ ਆ, ਜਾਂ ਤੁਸੀਂ ਜਿਹੜਾ ਇਹ ਸਹਿਜ ਤੋਂ ਕੰਮ ਲੈਂਦੇ ਆ। ਇਹ ਦੋ ਅਲੱਗ-ਅਲੱਗ ਦੁਨੀਆ ਨੇ। ਤੇ ਦੂਜੀ ਬਾਤ ਇਹ ਕਿ ਆਕਰਸ਼ਣ ਵਾਸਤੇ ਸੋਚਣਾ ਪੈਂਦਾ, ਜੀਵਨ ਵਾਸਤੇ ਸੋਚਣਾ ਨਹੀਂ ਪੈਂਦਾ। ਉਹ ਆਪਣੇ ਆਪ ਚੱਲ ਰਿਹਾ ਏ, ਉਹ ਇੱਕ ਜੀਵਨ ਦੀ ਧਾਰਾ 'ਚ, ਉਹ ਰੰਗ 'ਚ। ਹਾਂ, ਇਹਦੇ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਜੀਆਂ ਨੇ ਤੇ ਜੀਵਨ ਨਹੀਂ ਕਮਾਉਣਾ, ਉਸ ਪ੍ਰਭੂ ਨੂੰ ਨਹੀਂ ਮਿਲਣਾ, ਉਹ ਖਪਣਾ ਖੁਪਣਾ ਚਾਹੁੰਦੇ ਤੇ ਖਪ ਲੈਣ, ਕੋਈ ਦਿੱਕਤ ਨਹੀਂ ਹੈ। ਬਾਕੀ ਆਪ ਜੀ ਵਾਸਤੇ ਜਿਹੜਾ ਇਹ ਉਹ ਇੱਕ ਦੋ ਅਭਿਆਸ ਨੇ, ਆਪ ਜੀ ਉਹ ਕਰਿਆ ਕਰਿਓ। ਪਰ ਕਾਮ ਵਾਸ਼ਨਾ ਦੇ ਸੰਬੰਧ 'ਚ ਇੱਕੋ ਹੀ ਚੀਜ਼ ਧਿਆਨ 'ਚ ਰੱਖਣੀ ਕਿ ਇਹ ਅਭਿਆਸ ਜਿਹੜੇ ਨੇ ਬਹੁਤੇ ਨਹੀਂ ਕਰਨੇ, ਕਿਉਂਕਿ ਮਨੁੱਖ ਦੀ ਇੱਕ ਆਦਤ ਹੈ, ਜਦੋਂ ਇਹ ਬਹੁਤੇ ਕਰਨ ਲੱਗ ਪੈਂਦਾ ਨੇ ਇਹਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ, ਤੇ ਜਦੋਂ ਇਹਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਫਿਰ ਅਭਿਆਸ ਤੇ ਬਚਦਾ ਨਹੀਂ, ਫਿਰ ਤੇ ਵਾਸ਼ਨਾ ਹੀ ਬਚਦੀ ਹੈ ਪਿੱਛੇ। ਕਾਮ ਵਾਸ਼ਨਾ ਦਾ ਅਭਿਆਸ ਜਿਹੜਾ ਹੈ, ਵੇਖੋ ਉਹ 3-4 ਚੀਜ਼ਾਂ ਚਾਹੀਦੀਆਂ ਜਿਹਦੇ ਨਾਲ ਟੁੱਟਦਾ ਹੈ। ਇੱਕ ਗਿਆਨ ਚਾਹੀਦਾ, ਗਿਆਨ ਕਿਸੇ ਸਾਧੂ ਤੋਂ ਮਿਲ ਜਾਂਦਾ। ਗਿਆਨ ਦੀ ਬਾਤ ਜਿਹੜੀ ਹੈ ਨਾ, ਉਹ ਕਿਸੇ ਸਾਧੂ ਤੋਂ ਮਿਲ ਜਾਂਦੀ। ਇੱਕ ਆਦਤ ਹੈ ਸਰੀਰ ਦੀ, ਜਿਹੜੀ ਮਸਲ ਮੈਮਰੀਜ਼ ਹੈ ਨਾ, ਮੈਮਰੀ ਸਿਰਫ ਇੱਥੇ ਦਿਮਾਗ 'ਚ ਹੀ ਨਹੀਂ ਹੈ। ਆਪ ਜੀ ਦੀ ਬੋਡੀ 'ਚ ਜਿਹੜੇ ਲੱਖਾਂ ਸੈੱਲ ਨੇ ਨਾ, ਉਹਨਾਂ ਸਾਰੀਆਂ ਦੀ ਆਪੋ ਆਪਣੀ ਇੰਡੀਵਿਜੂਅਲ ਮੈਮਰੀ ਵੀ ਹੈ, ਉਹਨਾਂ ਦੀ ਆਪਣੀ ਇੱਕ ਯਾਦ ਵੀ ਹੈ, ਜਿਹਦੇ ਬਾਰੇ ਸਾਨੂੰ ਪਤਾ ਨਹੀਂ ਬਹੁਤਿਆਂ ਨੂੰ। ਉਹ ਜਿਹੜੀ ਮਸਲ ਮੈਮਰੀ ਹੈ ਨਾ, ਉਹ ਵੀ ਡਿਵੈਲਪ ਹੋਈ ਹੁੰਦੀ ਹੈ। ਜਦੋਂ ਅਸੀਂ ਬਾਰ-ਬਾਰ ਕੰਮ ਨੂੰ ਕਿਸੇ ਨੂੰ ਰਿਪੀਟ ਕਰਨੇ ਆ ਨਾ, ਤੇ ਉਹ ਜਿਹੜੀ ਮੈਮਰੀ, ਮਸਲ ਮੈਮਰੀ, ਉਹ ਡਿਵੈਲਪ ਹੋ ਜਾਂਦੀ। ਕਈ ਕੰਮ, ਕਈ ਜਿਹੜਾ ਕਾਰਜ ਕਈ ਵਾਰ ਅਸੀਂ ਕਹਿੰਦੇ ਨਾ ਕਿ ਅਸੀਂ ਸਮਝਦੇ ਵੀ ਹਾਂ, ਅਸੀਂ ਰੁਕਦੇ ਵੀ ਹਾਂ, ਅਸੀਂ ਚਾਹੁੰਦੇ ਵੀ ਹਾਂ ਕਿ ਇੱਦਾਂ ਨਹੀਂ ਕਰਨਾ, ਪਰ ਫਿਰ ਵੀ ਬਦੋ ਬਦੀ ਜਿਹੜਾ ਇਹ ਸਾਡੇ ਕੋਲ ਕੰਮ ਹੋ ਗਿਆ। ਉਹ ਮਸਲ ਮੈਮਰੀ ਜਿਹੜੀ ਉੱਦਾਂ ਡਿਵੈਲਪ ਹੋਈ ਹੈ। ਉਹਨੂੰ ਤੋੜਨ ਵਾਸਤੇ ਥੋੜ੍ਹਾ ਜਿਹਾ ਹੱਠ ਦਾ ਜਿਹੜਾ ਹੈ ਉਹ ਅਭਿਆਸ ਕਰਨਾ ਪੈਂਦਾ, ਯੋਧੇ ਬਣ ਕੇ ਜੀਣਾ ਪੈਂਦਾ। ਗਿਆਨ ਚਾਹੀਦਾ ਹੈ, ਫਿਰ ਸਤਿਗੁਰੂ ਦਾ ਜ਼ਿਆਦਾ ਰੰਗ ਚਾਹੀਦਾ ਹੈ, ਮਹਿਮਾ ਦਾ, ਕਿ ਆਪਣੇ ਧਿਆਨ ਨੂੰ ਜੇ ਉੱਥੋਂ ਖਾਲੀ ਕਰਨਾ ਹੈ, ਜਿੱਥੇ ਅੱਜ ਉਹ 24 ਘੰਟੇ ਸੋਚਦਾ ਹੈ ਜਾਂ 24 ਘੰਟਿਆਂ 24 ਘੰਟੇ ਸੋਚਦਾ ਹੈ, ਉਹ ਖਾਲੀ ਥਾਂ ਭਰਨ ਨੂੰ ਵੀ ਤੇ ਕੋਈ ਬਦਲ ਚਾਹੀਦਾ ਹੈ ਨਾ। ਉੱਥੇ ਸਤਿਗੁਰੂ ਦੀ ਮਹਿਮਾ, ਗੁਰੂ ਮੀਰਾ ਦਾ ਰੰਗ ਲਿਆਉਣਾ ਪਏਗਾ। ਤੇ ਜਿਹੜੀ ਸਭ ਤੋਂ ਕੀਮਤੀ ਹੈ, ਉਹਦੀ ਬਖਸ਼ਿਸ਼ ਚਾਹੀਦੀ ਹੈ, ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋਏਗਾ। ਪਰ ਇਹ ਵੀ ਬਾਤ ਨਾਲ ਹੈ, ਜਿਹੜੇ ਇਸ ਮਾਰਗ ਤੇ ਗਏ ਨੇ, ਉਹਨਾਂ ਸਭਨਾਂ ਨੇ ਪਾਈ ਹੈ ਕਿ ਜਦੋਂ ਤੁਸੀਂ ਇਹ ਮਿਹਨਤ ਕਰਦੇ ਹੋ ਨਾ, ਇਹ 3 ਰੰਗ ਦੀ ਮਿਹਨਤ ਜਦੋਂ ਕਰਦੇ ਹੋ, ਚੌਥੀ ਕਿਰਪਾ ਉਹ ਆਪੇ ਕਰ ਦਿੰਦਾ, ਉਹ ਟੁੱਟ ਜਾਂਦਾ ਆਪ ਜੀ ਦੇ। ਅਭਿਆਸ ਇੱਕ ਜਿਹੜਾ ਇਹ ਉਹ ਕਰਿਓ, ਜਦੋਂ ਵੀ ਤੁਸੀਂ ਕਿਤੇ ਕਾਮ ਵਾਸ਼ਨਾ ਆਵੇ, ਜਾਂ ਜਿਨ੍ਹਾਂ ਦੀ ਪਤਨੀ ਹੈ, ਜਾਂ ਜਿਹੜੇ ਜੀਵਨ ਸਾਥੀ ਦੇ ਨਾਲ ਸਰੀਰਕ ਸੰਬੰਧਾਂ 'ਚ ਜਾਂਦੇ ਨੇ ਨਾ, ਹੁਣ ਥੋੜ੍ਹਾ ਜਾਗ ਕੇ ਜਾਇਓ। ਸਿਰਫ ਇੰਨਾ ਸੋਚਿਓ ਕਿ ਜੋ ਤੁਸੀਂ ਕਰ ਰਹੇ ਹੋ ਉਹ ਵਾਕਈ ਕੁਝ ਹੋ ਰਿਹਾ ਹੈ, ਕਿ ਤੁਸੀਂ ਸੋਚ ਰਹੇ ਹੋ ਕੁਝ ਤੇ ਤਾਂ ਹੋ ਰਿਹਾ ਹੈ। ਜੋ ਰਸ ਜਿਹੜਾ ਹੈ, ਜਿਹਨੂੰ ਤੁਸੀਂ ਰਸ ਮੰਨ ਰਹੇ ਹੋ ਕਿ ਮੈਨੂੰ ਇਹਦੇ ਚੋਂ ਰਸ ਆ ਰਿਹਾ, ਉਹ ਵਾਕਈ ਰਸ ਉਹਦੇ ਚੋਂ ਆ ਰਿਹਾ ਹੈ, ਜਾਂ ਤੁਸੀਂ ਸੋਚ ਹੀ ਰਹੇ ਹੋ ਕਿ ਮੈਨੂੰ ਰਸ ਆ ਰਿਹਾ ਹੈ। ਥੋੜਾ ਚਿਰ ਸੋਚ ਕੇ ਜਿਹੜਾ ਹੈ ਨਾ, ਆਪਣੀ ਸੋਚ ਤੋਂ ਪਰੇ ਹੋ ਕੇ ਉਸ ਰਸ ਨੂੰ ਵੇਖਿਓ ਕਿ ਰਸ ਉੱਥੇ ਹੈ ਜਾਂ ਇਲੂਜ਼ਨ ਹੈ, ਮਾਇਆ ਹੀ ਹੈ ਸਿਰਫ। ਵਹ ਇੱਕ ਮੁਸ਼ਕਲ ਤੇ ਹੋਏਗੀ, ਕਿ ਥੋੜਾ ਔਖਾ ਹੋਏਗਾ। ਜੇ ਤੁਸੀਂ ਇਹ ਅਭਿਆਸ ਕਰ ਲਿਆ ਨਾ ਤੇ ਔਖਾ ਹੋਏਗਾ। ਤੁਹਾਨੂੰ ਸਮਝ ਆ ਜਾਣੀ ਕਿ ਮੈਂ ਹੀ ਕਮਲਾ ਹੈ ਜਿਹੜਾ ਸੋਚ ਰਿਹਾ ਹੈ ਤੇ ਮੈਨੂੰ ਲੱਗਦਾ ਮਿਲ ਰਿਹਾ ਹੈ ਕੁਝ ਨਹੀਂ ਇੱਥੇ। ਇਹ ਚਾਹੇ ਉਹ ਸੰਸਾਰ ਦੀ ਸਭ ਤੋਂ ਮੋਟੀ ਇਸਤਰੀ ਹੋਵੇ, ਚਾਹੇ ਜਿਹਨੂੰ ਸਭ ਤੋਂ ਫਿੱਟ ਕਹਿੰਦੇ ਆ, ਜਿੱਦਾਂ ਦਾ ਰੰਗ ਚਾਹੁੰਦੇ ਆ, ਜਿੱਦਾਂ ਦੀ ਰੂਪ ਚਾਹੁੰਦੇ ਆ, ਉੱਦਾਂ ਦੀ ਹੋਵੇ। ਜਿਹੜਾ ਸੋਚ ਕੇ ਕਰਨਾ ਹੈ ਨਾ, ਜਿਹੜੀ ਸੋਚ ਕੇ ਭੋਗਦੇ ਨੇ, ਉਹਨਾਂ ਦੀ ਤੇ ਸੋਚ ਹੀ ਉਹਨਾਂ ਦੀ ਕਾਮ ਵਾਸ਼ਨਾ ਪੂਰੀ ਕਰਦੀ ਏ। ਉਹਦੇ ਨਾਲ ਇਸਤਰੀ ਦਾ ਕੋਈ ਸੰਬੰਧ ਨਹੀਂ ਹੁੰਦਾ ਕਿ ਉਹ ਗੋਰੀ ਏ, ਕਾਲੀ ਏ, ਉਹ ਕਿਹੜੇ ਸਾਈਜ਼ ਦੀ ਏ, ਕਿਸ ਢੰਗ ਦੀ ਏ, ਉਹਦੇ ਨਾਲ ਬਹੁਤਾ ਕੁਝ ਨਹੀਂ ਹੁੰਦਾ। ਤੇ ਦੂਜਾ ਅਭਿਆਸ ਜਿਹੜਾ ਏ, ਉਹ ਰੂਪ ਨੂੰ ਵੇਖਣਾ ਬੰਦ ਕਰੋ। ਜਿੰਨਾ ਜ਼ਿਆਦਾ ਤੁਸੀਂ ਰੂਪ ਨੂੰ ਵੇਖ ਰਹੇ ਹੋ ਤੇ ਪੁਰਾਣੇ ਆਕਰਸ਼ਣ ਜਿਹੜੇ ਨੇ ਉਹਨੂੰ ਉਹਨਾਂ ਤੇ ਢਾਲ ਰਹੇ ਹੋ ਕਿ ਇਦਾਂ ਦਾ ਰੂਪ, ਇਦਾਂ ਦਾ ਹੋਣਾ ਚਾਹੀਦਾ, ਉਹ ਉਹਨਾਂ ਅੰਦਰ ਪਰਪੱਕ ਹੋ ਰਿਹਾ ਹੈ, ਉਹਨੇ ਅੰਦਰ ਸੋਚ ਜ਼ਿਆਦਾ ਚੱਲ ਰਹੇ ਨੇ।
ਆਪਣੇ ਮਨ ਨੂੰ ਗੁਰੂ ਦੀ ਕਾਰ ਲਾਓ, ਗੁਰੂ ਦੇ ਆਰੇ ਲਾਓ, ਬਾਣੀ ਨੂੰ ਗਾਉਣਾ, ਗੁਰੂ ਦੀ ਸਿਫਤੋ ਸਲਾਹ ਗਾਉਣੀ, ਹੈ ਨਾ। ਹਰ ਇਸਤਰੀ 'ਚ ਕੋਸ਼ਿਸ਼ ਕਰਿਆ ਕਰੋ ਕਿ ਜਿੱਥੇ ਮਨ ਭਟਕੇ, ਮਨ ਨੂੰ ਕਿਹਾ ਕਿ ਇਹਦੇ 'ਚ ਮੇਰੀ ਮਾਤਾ ਸਾਹਿਬ ਕੌਰ ਰਹਿੰਦੀ ਹੈ, ਮਾਤਾ ਸਾਹਿਬ ਕੌਰ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਿਓ। ਇਹ 2-3 ਅਭਿਆਸ ਨੇ ਜਿਹੜੇ ਆਪ ਜੀ ਕਰਿਓ, ਆਪ ਜੀ ਨੂੰ ਆਪਣੇ ਆਪ ਪਕੜ 'ਚ ਆ ਜਾਣੀ ਕਿ ਇਹ ਚੱਲ ਕੀ ਰਿਹਾ ਹੈ ਮੇਰੇ ਨਾਲ। ਇਹਨਾਂ ਤਿੰਨਾਂ ਨੂੰ ਕਰੋਗੇ ਤੇ ਫਿਰ ਅਗਲੀ ਬਾਤ ਕਰ ਸਕਦੇ ਹਾਂ, ਸੌਖੀ ਹੋਏਗੀ। ਵੈਸੇ ਤੇ ਤੋਂ ਅਗਲੇ ਪੜਾਅ ਵੀ ਨੇ, ਕਿਉਂਕਿ ਅੱਗੇ ਜਾ ਕੇ ਹੋਣਾ ਕੀ ਹੈ ਕਿ ਮਨ ਨੂੰ ਸਮਝ ਆ ਜਾਣੀ, ਪਰ ਹੁਣ ਯਾਦ ਮਸਲ ਮੈਮਰੀ ਨਹੀਂ ਟੁੱਟਣੀ। ਮਨ ਨੂੰ ਸਮਝ ਆ ਜਾਣਾ ਕਿ ਆਕਰਸ਼ਣ ਹੈ, ਮੈਂ ਹੀ ਬੇਵਕੂਫੀ ਕਰ ਰਿਹਾ, ਮੈਂ ਹੀ ਮਨ ਤੋਂ ਸੋਚ ਰਿਹਾ, ਹੈ ਨਾ। ਜਦੋਂ ਤੁਸੀਂ ਕਰੋਗੇ ਆਪ ਜੀ ਨੂੰ ਪਕੜ 'ਚ ਆ ਜਾਣਾ। ਪਰ ਜਿਹੜੀ ਆਦਤ ਹੈ ਗਹਿਰੇ 'ਚ ਆਕਰਸ਼ਣ, ਗਹਿਰੇ 'ਚ ਚਲਿਆ ਗਿਆ, ਉਹ ਟੁੱਟਣਾ ਨਹੀਂ। ਫਿਰ ਉਸ ਪੜਾਅ 'ਤੇ ਸਭ ਤੋਂ ਜ਼ਰੂਰੀ ਹੈ ਕਿ ਮਸਲ ਮੈਮਰੀ ਜਿਹੜੀ ਹੈ ਉਹ ਟੁੱਟੇ, ਉਹਦੀ ਯਾਦ ਟੁੱਟੇ। ਤੇ ਜਿਹੜੇ ਡਾਕਟਰ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਜੇ ਮਸਲ ਮੈਮਰੀ ਨੂੰ ਤੋੜਨਾ ਹੋਏਗਾ ਤੇ ਉਹਦੇ ਉੱਤੇ ਕੁਝ ਦੂਜਾ ਰਿਟਨ ਕਰਨਾ ਪਏਗਾ, ਕੁਝ ਦੂਜਾ ਰੰਗ ਉਹਦੇ ਤੇ ਚਾੜਨਾ ਪਏਗਾ। ਤੇ ਫਿਰ ਦੂਜੇ ਨੰਬਰ ਤੇ ਚਾਹੀਦੀ ਹੈ ਸੇਵਾ, ਰੱਜ ਕੇ ਸੇਵਾ। ਫਿਰ ਲੋਕਾਈ ਦੀ ਸੇਵਾ 'ਚ ਉਤਰਨਾ, ਆਪਣੇ ਆਪ ਨੂੰ ਉਸ ਸੇਵਾ, ਕੋਈ ਜ਼ਿੰਦਗੀ ਨੂੰ ਮਕਸਦ ਦੇ ਕੇ ਉਹਦੇ 'ਚ ਰਜਾ ਲੈਣਾ। ਤੇ ਬਾਕੀ ਕਾਮ ਵਾਸ਼ਨਾ ਨੂੰ ਜੇ ਡਰ ਕੇ ਕਰੋਗੇ ਕਿ ਹਾਏ ਹਾਏ ਰੂਪ ਵੇਖਿਆ ਗਿਆ, ਹਾਏ ਹਾਏ ਆਹ ਹੋ ਗਿਆ, ਹਾਏ ਹਾਏ ਆਹ ਹੋ ਗਿਆ, ਇਹ ਗੜਬੜ ਹੋਏਗੀ। ਜਿਹੜਾ 1-2 ਕਦਮ ਦਾ ਆਪ ਜੀ ਨੂੰ ਅਭਿਆਸ ਦੱਸੀਦਾ ਏ ਕਿ ਆਪਣੇ ਅੰਦਰ ਜ਼ਿਆਦਾ ਰਹਿਣਾ ਏ ਤੇ ਬਸ ਆਪਣੇ ਪਿਆਰੇ ਨੂੰ ਅੰਦਰ ਧਾਰ ਕੇ ਉਹਦੀ ਬਾਣੀ ਨੂੰ ਗਾਉਂਦੇ, ਉਸ ਪਿਆਰੇ ਦੇ ਰੰਗ ਨੂੰ ਮਾਣਦੇ, ਜਿੱਥੇ ਜਾਣਾ ਏ ਬਸ ਉੱਥੇ ਤੁਰੇ ਜਾਣੇ ਰਹਿਣਾ। ਆਪਣੇ ਕੰਮ ਨਾਲ ਜਿਹੜਾ ਏ ਜ਼ਿਆਦਾਤਰ ਆਪਣੇ ਅੰਦਰ ਰਹਿਣਾ, ਉਹਨੇ ਹੀ ਆਪ ਜੀ ਦੇ ਬੇਅੰਤ ਔਗਣ ਨੂੰ ਖਾ ਜਾਣਾ। ਕਿਉਂਕਿ ਜਦੋਂ ਆਪ ਜੀ ਦਾ ਅੰਦਰੋਂ ਆਬਾ ਪ੍ਰਗਟ ਹੋਇਆ ਤੇ ਉਹਦੇ 'ਚ ਜਿਹੜਾ ਏ ਇਹ ਰੰਗ ਨਹੀਂ ਬਣਨਾ। ਤੇ ਬਾਕੀ ਜਦੋਂ ਤੁਸੀਂ ਉਸ ਰੰਗ ਚਾਹੋਗੇ ਨਾ, ਜਦੋਂ ਗੁਰਸਿੱਖਾਂ ਦੀ ਤੇ ਅਸੀਂ ਦੇਖਿਆ ਏ, ਅਸੀਂ ਆਪ ਜੀ ਨੂੰ 2 ਬਾਤਾਂ ਸੁਣਾਉਣੇ ਆ। ਅਸੀਂ ਕਈ ਵਾਰ ਗੁਰਸਿੱਖ ਜਿਹੜੇ ਨੇ ਨਾ ਉਹ ਪੁੱਛ ਲੈਂਦੇ, ਤੇ ਇੱਕ ਵਾਰ ਅਸੀਂ ਗੁਰਸਿੱਖ ਨੂੰ ਸਮਝਾਤਾ, ਕਹਿੰਦੇ ਸੈਕਸ ਕਦੋਂ ਕਰਨਾ ਚਾਹੀਦਾ, ਤੇ ਅਸੀਂ ਹੱਸਦੇ ਹੀ ਉਹਨਾਂ ਨਾਲ ਕਿ ਜਦੋਂ ਸਤਿਗੁਰੂ ਦਾ ਹੁਕਮ ਹੋ ਜਾਵੇ, ਜਦੋਂ ਕੋਈ ਸੇਵਾ ਦਾ ਰੰਗ ਜਾਗ ਜਾਵੇ, ਜਦੋਂ ਸਤਿਗੁਰੂ ਸੇਵਾ ਲਾ ਦੇਵੇ ਕਿ ਚੱਲ ਹੁਣ ਅੱਗੇ ਜਿਹੜੀ ਪ੍ਰਕਿਰਤੀ ਚੱਲਣੀ ਹੈ ਨਾ ਉਹਦੇ ਰੰਗ ਨੂੰ ਅੱਗੇ ਚਲਾ। ਤੇ ਨਾਲੇ ਉਹ ਕੋਲ ਰਹਿੰਦੇ ਸੀ, ਉਹ ਜਾਣਦੇ ਸੀ ਸਾਡੇ ਜੀਵਨ ਬਾਰੇ ਵੀ ਜ਼ਿਆਦਾ। ਤੇ ਉਹਨਾਂ ਨੂੰ ਯਾਦ ਹੀ ਇੱਕ ਵਾਰ ਸਾਨੂੰ ਉਦੋਂ ਆਨੰਦ ਕਾਰਜ ਨਹੀਂ ਸੀ ਹੋਇਆ, ਰਿਸ਼ਤਾ ਲੈ ਕੇ ਆਏ ਕਿਸੇ ਧੀ ਦਾ, ਤੇ ਅਸੀਂ ਉਹਨਾਂ ਨੂੰ ਕਹਿ ਦਿੱਤਾ, ਅਸੀਂ ਕਿਹਾ ਵੀ ਐਵੇਂ ਕਰੀ, ਉਹਨੂੰ ਪੁੱਛ ਲਈ ਕਿ ਕਾਹਦੇ ਲਈ ਆਨੰਦ ਕਾਰਜ ਕਰਾਉਣਾ। ਉਸ ਧੀ ਨੂੰ ਪੁੱਛ ਲਈ ਕਿ ਜੇ ਤੇ ਜੀਵਨ ਕਮਾਉਣ ਲਈ ਕਰਾਉਣਾ ਏ ਤੇ ਫਿਰ ਠੀਕ ਏ, ਜੇ ਗੁਰੂ ਪਿਤਾ ਦਾ ਗ੍ਰਸਥ ਮਾਰਗ ਲਈ ਕਰਾਉਣਾ ਏ, ਤੇ ਜੇ ਸਿਰਫ ਉਹ ਪਤੀ ਪਤਨੀ ਦਾ ਰੋਲ ਪਲੇ ਕਰਨਾ ਏ ਤੇ ਫਿਰ ਭਾਈ ਹੋਰ ਕਿਤੇ ਟਰਾਈ ਕਰ, ਇੱਥੇ ਨਹੀਂ ਗੱਲ ਬਣਨੀ। ਤੇ ਜੇ ਜੀਵਨ ਕਮਾਉਣਾ ਏ ਤੇ ਫਿਰ ਹੋ ਸਕਦਾ ਏ ਸਾਰੀ ਉਮਰ ਸਰੀਰਕ ਸੰਬੰਧ ਹੋਣ ਹੀ ਨਾ, ਤੇ ਹੋ ਸਕਦਾ ਏ ਗੁਰੂ ਦੇ ਹੁਕਮ ਮੁਤਾਬਕ ਔਲਾਦ ਨੂੰ ਮੁੱਖ ਰੱਖ ਕੇ, ਹੈ ਨਾ, ਅਰਦਾਸਾ ਸੋਧ ਕੇ ਗੁਰੂ ਪਿਤਾ ਦੇ ਅੱਗੇ ਬੜੇ ਰੰਗ ਦੇ ਵਿੱਚ ਕਿ ਹੇ ਸਾਹਿਬ ਪਿਤਾ, ਹੈ ਨਾ, ਕਿ ਤੂੰ ਦਇਆ ਕਰੀ, ਰਹਿਮਤ ਕਰੀ। ਤੇ ਫਿਰ ਜਿਹੜਾ ਏ ਉਹ ਇਸ ਕਾਮ ਰਸ, ਜਿਹੜੀ ਇਹ ਕਾਮ ਦਾਤ ਏ ਸਤਿਗੁਰੂ ਨੇ ਬਖਸ਼ਿਸ਼ ਕੀਤੀ ਏ, ਫਿਰ ਇਹਨੂੰ ਹੋ ਸਕਦਾ ਏ ਮਾਣਿਆ ਜਾ ਸਕੇ। ਤੇ ਉਹ ਜਾਣਦੇ ਸੀ ਇਹਨਾਂ ਬਾਤਾਂ ਨੂੰ, ਤੇ ਜਦੋਂ ਸਮਝਾਇਆ ਤੇ ਉਹਨਾਂ ਨੇ ਕੋਸ਼ਿਸ਼ ਕੀਤੀ, ਤੇ ਸਾਨੂੰ ਇੱਕ ਦਿਨ ਆ ਕੇ ਕਹਿਣ ਲੱਗੇ ਕਿ ਪਤਨੀ ਜਿਹੜੀ ਹੈ ਨਾ ਉਹ ਲੜਦੀ ਏ, ਤੇ ਮੈਨੂੰ ਪਤਾ ਇਹ ਲੜਾਈ ਦਾ ਕਾਰਨ ਕੀ ਏ, ਕਿਉਂਕਿ ਕੰਬਲ ਵੱਖਰਾ ਹੋ ਗਿਆ, ਲੜਾਈ ਉਹ ਹੀ ਏ। ਤੇ ਅਸੀਂ ਹੱਸ ਕੇ ਕਹਿਣ ਲੱਗੇ ਕਿ ਠੀਕ ਹੈ ਭਾਈ, ਤੂੰ ਐਵੇਂ ਕਰੀ, ਲੜਾਈ ਜ਼ਰੂਰ ਪਾਉਣੀ ਏ, ਜੇ ਜੀਵਨ ਸਾਥੀ ਨਹੀਂ ਉਸ ਰੰਗ ਤੱਕ ਪਹੁੰਚਿਆ, ਹੈ ਨਾ, ਤੂੰ ਅਜੇ ਕੋਸ਼ਿਸ਼ ਕਰ ਰਿਹਾ ਏ, ਤੇ ਐਵੇਂ ਕਰੀ ਉਹਦੀ ਸੇਵਾ 'ਚ ਉਤਰ ਜਾਈ, ਸਿਰਫ ਸੇਵਾ ਸਮਝ ਕੇ ਕਰੀ, ਉਹਦੇ ਨਾਲ ਸਰੀਰਕ ਸੰਭੋਗ ਜਿਹੜਾ ਹੈ ਨਾ ਸਿਰਫ ਸੇਵਾ ਤੱਕ ਕਰੀ। ਜਦੋਂ ਉਹਦਾ ਡਿਸਚਾਰਜ ਹੋ ਜਾਏਗਾ ਨਾ, ਉਹਦੀ ਕਾਮ ਵਾਸ਼ਨਾ ਪੂਰੀ ਹੋ ਜਾਏਗੀ, ਤੇਰੀ ਨਹੀਂ ਵੀ ਹੋਏਗੀ, ਉੱਥੇ ਛੱਡ ਦੀ, ਵਾਪਸ ਆ ਜਾਈ। ਤੇ ਕਹਿਣ ਲੱਗੇ ਬਾਬਾ ਜੀ ਇਹ ਬਹੁਤ ਔਖਾ ਕੰਮ ਹੈ, ਇਹ ਨਹੀਂ ਮੇਰੇ ਕੋ ਹੋਣਾ। ਇਹ ਬੇਅੰਤ ਰੰਗ ਨੇ ਜਿਹੜੇ ਤੁਸੀਂ ਕਮਾ ਸਕਦੇ ਹੋ। ਵੇਖੋ ਕਈ ਵਾਰ ਸਾਡੀ ਸਿੰਘਣੀ ਪੁੱਛ ਲੈਂਦੀ ਕਿ ਗੁਰੂ ਪਿਤਾ ਦਾ ਜਿਹੜਾ ਇਹ ਹੁਕਮ ਕਦੋਂ ਹੋਏਗਾ ਬੱਚੇ ਦਾ, ਤੇ ਅਸੀਂ ਹੱਸ ਕੇ ਕਹਾਂਗੇ ਕਿ ਤੂੰ ਪੁੱਤ ਕਰਿਆ ਕਰ, ਉਹਦੇ ਅੱਗੇ ਜੋਦੜੀ ਕਰਿਆ ਕਰ,
ਤੂੰ ਕਿਹਾ ਕਰ ਕਲਗੀਆਂ ਵਾਲੇ ਮਹਾਰਾਜ ਨੂੰ ਕਿ ਮਹਾਰਾਜ ਤੁਸੀਂ ਮੇਰੀ ਕੁੱਖ ਥਾਣੀ ਆਓ ਨਾ, ਹੈ ਨਾ, ਜਾਂ ਆਪਣੇ ਸਾਹਿਬਜ਼ਾਦਿਆਂ ਨੂੰ ਭੇਜੋ ਤੇ ਬੰਦਗੀ ਕਰਿਆ ਕਰ, ਜਿੱਦਣ ਹੁਕਮ ਹੋਇਆ ਉਦਣ ਹੋ ਜਾਏਗਾ, ਕੀ ਦਿੱਕਤ ਇਹਦੇ 'ਚ। ਤੇ ਜਿਸ ਦਿਨ ਹੁਕਮ ਹੋਏਗਾ ਉਸ ਪਿਆਰੇ ਦੇ ਚਰਨਾਂ ਤੇ ਨਮਸਕਾਰ ਕਰਕੇ ਦੋਵੇਂ ਜਾਣੇ ਬਹਿ ਕੇ ਉਹਨੂੰ ਚੰਗੀ ਤਰ੍ਹਾਂ ਉਹਦੇ ਅੱਗੇ ਸੀਸ ਝੁਕਾ ਕੇ ਉਹਦੇ ਅੱਗੇ ਜੋਦੜੀਆਂ ਕਰਕੇ ਉਹ ਸਤਿਗੁਰੂ ਦੀ ਦਾਤ ਨੂੰ ਭੋਗਾਂਗੇ। ਉਸ ਅਗਲੀ ਆਉਣ ਵਾਲੇ ਰੰਗ ਨੂੰ ਜਿਹੜਾ ਹੈ ਉਹਦੀ ਉਡੀਕ ਕਰਾਂਗੇ, ਉਹਦੇ ਲਈ ਦਰਵਾਜ਼ੇ ਖੋਲਾਂਗੇ, ਕੀ ਦਿੱਕਤ ਹੈ। ਮੈਲਾ ਤੇ ਉਦੋਂ ਹੁੰਦਾ ਜਦੋਂ ਹੀ ਇੱਥੋਂ ਦਿਮਾਗ ਤੋਂ ਇਹਨੂੰ ਮੈਲਾ ਕਰ ਦਿੰਦੇ। ਉੱਦਾਂ ਇਹ ਮੈਲਾ ਨਹੀਂ ਹੈ, ਉੱਦਾਂ ਤੇ ਬੜਾ ਖੂਬਸੂਰਤ ਰੰਗ ਹੈ। ਇੱਥੇ ਸਾਡੇ ਕੋਲ ਇੱਕ ਬੜੇ ਪਿਆਰੇ ਡਾਕਟਰ ਨੇ, ਉਹਨਾਂ ਨੂੰ ਇੱਕ ਵਾਰ ਅਸੀਂ ਜਿਹੜਾ ਜ਼ਿਆਦਾਤਰ ਬੰਦਿਆਂ ਦੇ ਵਿੱਚ ਜਿੱਦਾਂ ਇੱਕ ਹਾਰਮੋਨ ਹੈ ਜਿਹੜਾ ਜ਼ਿਆਦਾ ਪਾਇਆ ਜਾਂਦਾ, ਟੈਸਟੋਸਟੀਰੋਨ ਹੀ ਹੁੰਦਾ, ਉਹ ਜ਼ਿਆਦਾ ਹੁੰਦਾ ਤੇ ਅਸੀਂ ਉਹਦਾ ਪ੍ਰਵਾਹ ਜਿਹੜਾ ਹੈ ਨਾ ਉਹ ਕਿੱਧਰ ਨੂੰ ਫਲੋ ਹੁੰਦਾ, ਉਹਨਾਂ ਨੂੰ ਉਸ ਰਿਸਰਚ ਤੇ ਲਾਇਆ ਸੀ ਕਿ ਤੁਸੀਂ ਇਹ ਪਤਾ ਕਰਿਓ ਕਿੱਧਰ ਨੂੰ ਜਾਂਦਾ, ਕੀ ਕਰਦਾ। ਤੇ ਉਹਨਾਂ ਨਾਲ ਹੱਸ ਰਹੇ ਸੀ ਕਿ ਪੁਰਾਣੇ ਸਾਧੂਆਂ ਨੇ ਇੱਕ ਬੜਾ ਸੋਹਣਾ ਇੱਕ ਵਿਚਾਰ ਦੱਸਿਆ ਸੀ, ਬੜੀ ਸੋਹਣੀ ਇੱਕ ਰੰਗ ਦੱਸੀ ਸੀ ਕਿ ਜਿਹਨੂੰ ਬਿੰਦ ਕਹਿ ਦਿੰਦੇ ਆ ਜਾਂ ਸਪਰਮ ਕਹਿ ਦਿੰਦੇ ਆ ਜਾਂ ਬੀਜ ਕਹਿ ਦਿੰਦੇ ਆ, ਜਿਹਦੇ ਤੋਂ ਅੱਗੇ ਔਲਾਦ ਪੈਦਾ ਹੁੰਦੀ ਹੈ, ਕਿ ਕੋਈ ਊਰਜਾ ਹੈ ਜੇ ਉਧਰ ਨੂੰ ਪ੍ਰਵਾਹ ਨਹੀਂ ਕਰੇਗੀ ਨਾ ਤੇ ਇਹ ਦੂਜੇ ਪਾਸੇ ਨੂੰ ਜਿਹੜੀ ਹੈ ਨਾ, ਉਹ ਚਾਹੇ ਦਿਮਾਗ ਦੀ ਬਾਤ ਲਾ ਲਓ ਜਾਂ ਹੋਰਨਾਂ ਰੰਗਾਂ ਦੇ ਵਿੱਚ ਜਿਹੜੀ ਇਹ ਊਰਜਾ ਡਿਵੈਲਪ ਹੁੰਦੀ। ਤੇ ਉਹਨਾਂ ਨੇ ਪੁਰਾਣੇ ਜੋਗੀਆਂ ਨੇ ਤੇ ਉਹਨੂੰ ਚੱਕਰਾਂ ਦਾ ਤੇ ਕਈ ਤੇ ਉਹ ਕਈਆਂ ਰੰਗਾਂ ਦਾ ਜਿਹੜਾ ਉਹ ਢੰਗ ਬਣਾ ਕੇ ਦੱਸਿਆ ਸੀ। ਤੇ ਅਸੀਂ ਕਿਹਾ ਕਿ ਇਦਾਂ ਦਾ ਇੱਕ ਰੰਗ ਹੈ, ਸਾਨੂੰ ਰਿਸਰਚ ਕਰਕੇ ਦੱਸਿਓ ਕਿ ਉਹ ਹੈ ਕੀ। ਤੇ ਇੱਕ ਦਿਨ ਸਾਰੀ ਰਿਸਰਚ ਕਰਕੇ ਹਾਰਮੋਨਸ ਦੀ, ਉਸ ਊਰਜਾ ਦੇ ਪ੍ਰਵਾਹ ਦੀ ਸਾਡੇ ਕੋਲ ਆਏ ਤੇ ਦੱਸਣ ਲੱਗ ਪਏ ਤੇ ਕਹਿਣ ਲੱਗੇ ਖਾਲਸਾ ਜੀ ਜਿਹੜਾ ਟੈਸਟੋਸਟੀਰੋਨ ਹੈ ਨਾ ਉਹ ਰਿਲੀਜ਼ ਹੁੰਦਾ, ਉਹ ਜਾ ਕੇ ਜਿਹੜੇ ਟੈਸਟਿਸ ਨੇ, ਜਿਹੜੇ ਸਾਡੀ ਟੈਸਟਿਸ ਗਲੈਂਡ ਹੈ ਜਿੱਥੇ ਬਿੰਦ ਬਣਦਾ ਹੈ, ਜਿੱਥੇ ਸਪਰਮ ਬਣਦਾ ਹੈ, ਉਸ ਜਗ੍ਹਾ ਤੇ ਸੈੱਲ ਹੁੰਦੇ। ਖਾਲਸਾ ਜੀ 1 ਮਿੰਟ ਦਿਓ, ਸਿਰਫ 1 ਮਿੰਟ ਬਸ। ਵਾਹਿਗੁਰੂ ਜੀ। ਹਾਂਜੀ ਖਾਲਸਾ ਜੀ, ਆਪਣਾ ਆਪ ਜੀ ਅਨਮਿਊਟ ਕਰ। ਹਾਂਜੀ ਮਾਫੀ, ਆਵਾਜ਼ ਆ ਰਹੀ ਹੈ ਸਾਡੀ? ਠੀਕ। ਤੇ ਡਾਕਟਰ ਸਾਹਿਬ ਕਹਿਣ ਲੱਗੇ ਕਿ ਉਹ ਜਿਹੜਾ ਟੈਸਟੋਸਟੀਰੋਨ ਹੈ ਨਾ, ਉਹ ਜਦੋਂ ਸੈੱਲ ਦੀ ਜਿਹੜੀ ਬਾਹਰੀ ਪਰਤ ਹੈ ਨਾ ਉੱਥੇ ਜਾ ਕੇ ਹੁੰਦਾ ਹੈ ਤੇ ਉਹ ਇੱਕ ਰਸ ਛੱਡਦੇ ਨੇ, ਉਹ ਦੋਵੇਂ ਮਿਲ ਕੇ ਤੇ ਸਪਰਮ ਬਣਦਾ, ਬਿੰਦ ਬਣਦਾ। ਚਲੋ ਉਹਦੀ ਡਿਟੇਲ ਤੇ ਬਹੁਤ ਲੰਬੀ ਹੈ, ਹੋਰ ਵੀ ਵਿੱਚ ਲੇਅਰਸ ਨੇ, ਪਰ ਅਸੀਂ ਥੋੜੀਆਂ ਸਕਿਪ ਕਰ ਰਹੇ ਹਾਂ। ਪਰ ਜੇ ਤੁਸੀਂ, ਉਹ ਤਾਂ ਹੋਏਗਾ ਜੇ ਤੁਹਾਡਾ ਥਾਟ ਪ੍ਰੋਸੈਸ ਜਿਹੜਾ ਹੈ ਉਧਰ ਨੂੰ ਚੱਲੇਗਾ। ਉਹ ਸੇਮ ਹੀ ਟੈਸਟੋਸਟੀਰੋਨ ਜੇ ਕਿਸੇ ਨੇ ਬੋਡੀ ਬਣਾਉਣੀ ਹੈ ਨਾ ਤੇ ਉਹ ਜਿਮ 'ਚ ਜਾ ਕੇ ਵੇਟ ਲਾਵੇ ਤੇ ਉਹਦੇ ਨਾਲ ਹੀ ਉਹ ਫਿਰ ਉਹਦੇ ਡੌਲੇ ਡਿਵੈਲਪ ਕਰਨ ਤੇ ਉਹਦੀ ਬੋਡੀ ਬਿਲਡ ਕਰਨ ਤੇ ਲਾਉਂਦਾ ਹੈ। ਜੇ ਕਿਸੇ ਨੇ ਸਾਧੂ ਨੇ ਬਹਿ ਜਾਣਾ ਹੈ ਤੇ ਧਿਆਨ ਸਾਧਨਾ ਜਾਂ ਪਿਆਰੇ ਦੀ ਪ੍ਰੇਮ ਦੇ ਵਿੱਚ, ਯਾਦ ਦੇ ਵਿੱਚ, ਤੇ ਫਿਰ ਉਹ ਇਸ ਬੁੱਧ ਦਾ, ਇਸ ਜਿਹੜਾ ਇਹਦੇ ਰੰਗ ਦਾ ਜਿਹੜਾ ਹੈ ਉਹ ਇੱਧਰ ਨੂੰ ਪ੍ਰਵਾਹ ਕਰਦਾ। ਤੁਸੀਂ ਉਹਨੂੰ ਕਿਤੇ ਵੀ ਯੂਜ਼ ਕਰ ਸਕਦੇ। ਤੇ ਉਹ ਬੜੀ ਖੂਬਸੂਰਤ ਚੀਜ਼ ਹੈ, ਉਹ ਐਵੇਂ ਇੱਦਾਂ ਵੇਸਟ ਕਰਨ ਨੂੰ ਨਹੀਂ ਹੈ। ਕਈ ਵਾਰ ਕਈ ਡਾਕਟਰ ਕਹਿ ਦਿੰਦੇ ਨੇ, ਜਿਹੜੇ ਡਾਕਟਰ ਅਣਜਾਣ ਨੇ, ਉਹ ਇਹ ਕਹਿ ਦਿੰਦੇ ਨੇ ਕਿ ਜੇ ਇੱਦਾਂ ਹੋਵੇ ਤੇ ਫਿਰ ਸਪਰਮ ਇੰਨਾ ਬਣਦਾ ਹੀ ਕਿਉਂ ਹੈ, ਕਿ ਉਹ ਤੇ ਬਹੁਤ ਜ਼ਿਆਦਾ ਬਣਦਾ ਹੈ। ਪਰ ਰੌਲਾ ਇਹ ਕਿ ਬਣਦਾ ਨਹੀਂ ਹੈ, ਅਸੀਂ ਬਣਾਉਂਦੇ ਹਾਂ। ਸਾਡਾ ਜੀਵਨ ਦਾ ਚਾਲ ਢੰਗ ਉਹਨੂੰ ਬਣਾ ਰਿਹਾ ਹੈ। ਸੇਮ ਹੀ ਜਿਵੇਂ ਸਾਡੇ ਅੰਦਰ ਕੋਲੈਸਟਰੋਲ ਬਣਦਾ ਹੈ, ਸੇਮ ਹੀ ਸਾਡੇ ਅੰਦਰ ਜਿੱਦਾਂ ਦੂਜੇ ਤੱਤ ਬਣਦੇ ਨੇ, ਉੱਦਾਂ ਅਸੀਂ ਜੇ ਮੰਨ ਲਓ ਕਿ ਸਾਡਾ ਲਾਈਫ ਸਟਾਈਲ ਸਹੀ ਨਾ ਹੋਵੇ ਤੇ ਸਾਡੇ ਅੰਦਰ ਕੋਲੈਸਟਰੋਲ ਵੀ ਬਣਨਾ ਹੈ ਨਾ। ਹਰ ਇੱਕ ਚੀਜ਼ ਸਾਡੇ ਅੰਦਰ ਉੱਦਾਂ ਹੀ ਬਣਦੀ ਹੈ। ਤੇ ਇਹ ਬੜੀ ਖੂਬਸੂਰਤ ਹੈ। ਜੇ ਤੁਸੀਂ ਇਹਨੂੰ ਜਿਹੜਾ ਹੈ ਉਹ ਸੰਭਾਲ ਕੇ ਆਪਣੇ ਪਿਆਰੇ ਦੇ ਰੰਗ ਨੂੰ ਜ਼ਿਆਦਾ ਕਮਾਓਗੇ ਤੇ ਉਹ ਆਪ ਜੀ ਦੇ ਪਿਆਰੇ ਦੇ ਰੰਗ ਦੀ ਜਿਹੜੀ ਯਾਤਰਾ ਹੈ ਉਹਦੇ 'ਚ ਸਹਾਇਤਾ ਕਰੇਗਾ, ਸਹਾਈ ਹੋਏਗਾ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਧਿਆਨ 'ਚ ਰੱਖਣੀ। ਤੇ ਬਾਕੀ ਆਕਰਸ਼ਣ ਜਿਹੜੇ ਨੇ ਉਹਨੂੰ ਵੇਖੋ, ਆਕਰਸ਼ਣ ਦਾ ਸੌਖਾ ਹੀ ਕੰਮ ਹੈ ਕਿ ਜਿਵੇਂ ਪਹਿਲਾਂ ਆਪ ਜੀ ਨੂੰ ਉਦਾਹਰਨ ਦਿੱਤੀ ਸੀ ਨਾ ਕਿ ਜੇ ਕਿਸੇ ਨੇ ਤੈਰਾਕ ਨੇ ਤਰਨਾ ਸਿੱਖਣਾ ਹੈ ਨਾ
ਤੇ ਸਿਰਫ ਕਿਤਾਬ ਤੋਂ ਪੜ੍ਹ ਕੇ ਜਾਂ ਟੀਚਰ ਕੋ ਸਿੱਖ ਕੇ ਨਹੀਂ ਸਿੱਖਿਆ ਜਾਣਾ। ਤਰਨ ਦੀ ਜਿਹੜੀ ਕਲਾ ਹੈ ਉਹਨੂੰ ਧਾਰਨ ਕਰਨਾ ਪੈਣਾ ਹੈ। ਅੱਜ ਬਹੁਤੇ ਧਾਰਮਿਕ ਦੁਨੀਆ 'ਚ ਇਹੋ ਹੀ ਹੋ ਰਿਹਾ ਹੈ ਕਿ ਅਸੀਂ ਸਾਰੇ ਜਾਣੇ ਜਿਹੜੇ ਹੈ ਨਾ ਉਹ ਪੜ੍ਹ ਰਹੇ ਹਾਂ, ਇੱਕ ਦੂਜੇ ਨੂੰ ਦੱਸ ਰਹੇ ਹਾਂ, ਪਰ ਸਾਨੂੰ ਤਰਨਾ ਨਹੀਂ ਆਉਂਦਾ। ਤੇ ਜਦੋਂ ਘਟਨਾ ਆਉਂਦੀ ਹੈ ਉੱਦਾਂ ਜਦੋਂ ਕ੍ਰੋਧ ਆ ਗਿਆ ਜਾਂ ਕਾਮ ਆ ਗਿਆ ਅਸੀਂ ਫਿਰ ਡੁੱਬ ਜਾਂਦੇ, ਸਾਨੂੰ ਲੱਗਦਾ ਅਸੀਂ ਡੁੱਬ ਰਹੇ ਹਾਂ। ਪਰ ਇੱਦਾਂ ਦਾ ਰੰਗ ਹੋਵੇ ਜਿਵੇਂ ਸਤਿਗੁਰੂ ਨੇ ਸਾਨੂੰ ਯਾਦ ਹੈ ਕ੍ਰੋਧ ਤੇ ਕੁਝ ਰੰਗ ਸਮਝਾਏ ਹੀ। ਅਸੀਂ ਸਾਰਿਆਂ ਨੂੰ ਪਤਾ ਹੀ ਕ੍ਰੋਧ ਨਹੀਂ ਕਰਨਾ, ਗੁੱਸਾ ਨਹੀਂ ਜੀ ਕਰਨਾ ਚਾਹੀਦਾ। ਤੇ ਸਤਿਗੁਰੂ ਨੇ ਬੜੀ ਸੋਹਣੀ ਖੇਡ ਸਮਝਾਈ ਹੀ ਕਿ ਜੇ ਕ੍ਰੋਧ 'ਚ ਊਰਜਾ ਨੂੰ ਗਲਤਾਨ ਕਰੋਗੇ ਤੇ ਸ਼ੂਰਵੀਰਤਾ ਕਦੀ ਪ੍ਰਗਟ ਨਹੀਂ ਹੋਏਗੀ। ਸ਼ੂਰਵੀਰਤਾ ਸ਼ਿਖਰ ਏ ਪ੍ਰੇਮ ਦਾ, ਦਇਆ ਦਾ, ਸੇਵਾ ਦਾ। ਜੇ ਤੁਸੀਂ ਉਹਨੂੰ ਕ੍ਰੋਧ 'ਚ ਹੀ ਜਿਹੜਾ ਇਹ ਖਰਾਬ ਕਰ ਲਿਆ ਤੇ ਫਿਰ ਅੱਗੇ ਨਹੀਂ ਚੱਲ ਪਾਉਣਾ, ਉਹਨੇ ਸ਼ੂਰਵੀਰਤਾ 'ਚ ਪ੍ਰਗਟ ਨਹੀਂ ਹੋਣਾ। ਤੇ ਹੁਣ ਅਸੀਂ ਕਹਿੰਦੇ ਤੇ ਸਾਰੇ ਹਾਂ, ਪਰ ਜਦੋਂ ਕੋਈ ਗੱਲ ਹੋਣੀ ਕ੍ਰੋਧ ਆ ਜਾਣਾ। ਫਿਰ ਸਤਿਗੁਰੂ ਨੇ ਜਦੋਂ ਜੀਵਨ ਦਾ ਢੰਗ ਬਦਲਿਆ, ਅੰਦਰੋਂ ਸੁਭਾਅ ਬਦਲਿਆ, ਉਹ ਸਭ ਲੁਕਾਈ ਜਿਹੜੀ ਉਹਦੇ 'ਚ ਰੰਗ ਇੱਕ ਬਦਲਿਆ, ਤੇ ਫਿਰ ਹੈਰਾਨ ਹੋਏ ਕਿ ਹੁਣ ਜਦੋਂ ਕੋਈ ਬਾਤ ਕਰਦੇ ਆ ਤੇ ਕ੍ਰੋਧ ਨਹੀਂ ਆਉਂਦਾ, ਪ੍ਰੇਮ ਆਉਂਦਾ ਹੈ ਜਾਂ ਤਰਸ ਆਉਂਦਾ ਹੈ। ਸੇਵਾ ਦਾ ਕਾਰਜ ਉਤਪੰਨ ਹੁੰਦਾ। ਪਹਿਲਾਂ ਹੀ ਸੋਚਦੇ ਹਾਂ ਇਹਨੇ ਮੈਨੂੰ ਮਾੜਾ ਕਿਹਾ, ਇਹ ਕਰਕੇ ਇੱਥੋਂ ਦਿਮਾਗ ਸੋਚੀ ਤੁਰਿਆ ਜਾਂਦੇ। ਕ੍ਰੋਧ 'ਚ ਵੀ ਅਸੀਂ ਸੇਮ ਕਰਦੇ, ਕਾਮ ਵਾਸ਼ਨਾ 'ਚ ਵੀ ਅਸੀਂ ਸੇਮ ਹੀ ਕਰਦੇ, ਹੰਕਾਰ ਵਾਸ਼ਨਾ 'ਚ ਵੀ ਸੇਮ ਹੀ ਕਰਦੇ। ਅਸੀਂ ਗੱਡੀ ਵੱਡੀ ਲੈ ਲਈਏ ਤੇ ਗੱਡੀ ਵੱਡੀ ਉਹਦੇ ਤੋਂ ਸੁੱਖ ਨਹੀਂ ਮਿਲਦਾ। ਲੋਕ ਵੇਖ ਰਹੇ ਨੇ, ਲੋਕ ਕਹਿੰਦੇ ਨੇ ਤੁਸੀਂ ਗੱਡੀ ਬੜੀ ਵੱਡੀ ਲਈ, ਉਹਦੇ 'ਚ ਸੁੱਖ ਹੈ। ਕ੍ਰੋਧ 'ਚ ਵੀ ਜਿਹੜਾ ਹੈ ਉਹ ਹੀ ਹੈ ਕਿ ਮੈਨੂੰ ਇਹਨੇ ਇੱਦਾਂ ਕਿਹਾ, ਮੈਨੂੰ ਇਹਨੇ ਇੱਦਾਂ ਕਿਉਂ ਕਿਹਾ। ਬਾਰ-ਬਾਰ ਉਹਨੂੰ ਜਦੋਂ ਚਿਤਵਦੇ ਹਾਂ ਉਹਦੇ 'ਚ ਗੜਬੜ ਹੈ। ਮੇਰੀ ਇੱਜ਼ਤ ਘਟ ਗਈ, ਮੇਰਾ ਆਹ ਹੋ ਗਿਆ, ਮੇਰਾ ਉਹ ਹੋ ਗਿਆ, ਸਭ ਇਹੋ ਰੌਲਾ ਹੈ। ਇਹ ਤਿੰਨੇ ਵਾਸ਼ਨਾਵਾਂ ਸੇਮ ਵਰਕ ਕਰਦੀਆਂ ਨੇ ਜੇ ਧਿਆਨ ਨਾਲ ਦੇਖੋਗੇ ਤੇ। ਪਰ ਰੌਲਾ ਇਹ ਆ ਕਿ ਜਿਹੜਾ ਸਾਧੂ ਹੁੰਦਾ ਨਾ ਉਹ ਚਿਤਵਦਾ ਨਹੀਂ, ਉਹ ਭਾਣੇ 'ਚ ਚੱਲਦਾ ਹੈ। ਉਹ ਵੇਖਦਾ ਏ ਕਿ ਇਹ ਖੇਡ ਕੀ ਚੱਲ ਰਹੀ ਹੈ। ਕੋਈ ਮਾਲਕ ਰਚ ਕੇ ਬੈਠਾ ਏ, ਸਾਹਿਬ ਰਚ ਕੇ ਬੈਠਾ ਏ, ਤੇ ਕੋਈ ਰੰਗ ਹੋਏਗਾ, ਕੋਈ ਖੇਡ ਹੋਏਗੀ, ਉਹ ਸਵਾਰਦਾ ਏ। ਉਹ ਆਪਣੇ ਮਾਲਕ ਦੀ ਲੁਕਾਈ ਨੂੰ, ਆਪਣੇ ਸਾਹਿਬ ਦੇ ਰੰਗ ਨੂੰ ਸਵਾਰਦਾ ਏ। ਉਹਦੇ ਤੋਂ ਖਿੱਚਦਾ ਤੇ ਦੁਖੀ ਨਹੀਂ ਹੁੰਦਾ, ਕ੍ਰੋਧਵਾਨ ਨਹੀਂ ਹੁੰਦਾ। ਮੰਨ ਲਓ ਆਪ ਜੀ ਨੇ ਕਿਸੇ ਨੂੰ ਬੁਰਾ ਭਲਾ ਕਿਹਾ ਤੇ ਕ੍ਰੋਧਵਾਨ ਨਹੀਂ ਗੁਰਸਿੱਖ ਹੋਏਗਾ। ਉਹਨੂੰ ਉਸ ਗੁਰਸਿੱਖ ਨੂੰ ਸਹੀ ਕਰਨ ਦੀ, ਉਹਨੂੰ ਉੱਚਾ ਰੰਗ ਦੇਣ ਦੀ, ਉਹਦੇ ਤੋਂ ਉਹ ਬਾਰ-ਬਾਰ ਕਰਮ ਨਾ ਹੋਵੇ। ਹੋ ਸਕਦਾ ਉਹਦਾ ਸੋਧਾ ਵੀ ਲਾ ਦੇ, ਪਰ ਸੋਧਾ ਕ੍ਰੋਧ ਕਰਕੇ ਨਹੀਂ ਲਾਏਗਾ, ਉਹਦਾ ਭਲਾ ਕਰਨ ਲਈ ਕਿ ਦੁਬਾਰਾ ਕਰਮ ਨਾ ਕਰੇ। ਜਿਵੇਂ ਮਾਂ ਮਾਰਦੀ ਏ ਬੱਚੇ ਨੂੰ, ਜਲੀਲ ਕਰਨ ਨੂੰ, ਬੇਇੱਜ਼ਤ ਕਰਨ ਨੂੰ ਨਹੀਂ ਮਾਰਦੀ। ਤੇ ਜਦੋਂ ਉਹ ਸੁਭਾਅ ਪ੍ਰਾਪਤ ਹੁੰਦਾ ਏ, ਹੁਣ ਪਹਿਲੇ ਇਹ ਬੜਾ ਸੋਹਣਾ ਰੰਗ ਹੈ ਕਿ ਜਦੋਂ ਪਹਿਲੇ ਕਿਸੇ ਨੇ ਕੁਝ ਬੁਰਾ ਕਹਿਣਾ ਤੇ ਕ੍ਰੋਧ ਆ ਜਾਣਾ, ਗੁੱਸਾ ਆ ਜਾਣਾ, ਖਿਝ ਆ ਜਾਣੀ। ਫਿਰ ਸਤਿਗੁਰੂ ਨੇ ਸਮਝਾਇਆ ਕਿ ਦੋ ਹੀ ਰੰਗ ਪ੍ਰਗਟ ਹੋਣੇ ਚਾਹੀਦੇ। ਜਦੋਂ ਵੀ ਤੇਰੇ ਨਾਲ ਕੁਝ ਬੁਰਾ ਹੋ ਰਿਹਾ ਏ, ਤੈਨੂੰ ਪੀੜਾ ਹੋ ਰਹੀ ਏ, ਤੈਨੂੰ ਦੁੱਖ ਹੋ ਰਿਹਾ ਏ, ਦੋ ਹੀ ਰੰਗ ਹੋਣਗੇ। ਜਾਂ ਤੇ ਉਹਦੇ 'ਚ ਤੈਨੂੰ ਸਵਾਰ ਰਿਹਾ ਹੋਏਗਾ, ਦੁੱਖਦਾਰੂ ਹੋਏਗਾ, ਤੈਨੂੰ ਸਵਾਰਨ ਦੀ ਕੋਸ਼ਿਸ਼ ਸਾਹਿਬ ਕਰ ਰਿਹਾ ਹੋਏਗਾ, ਤੈਨੂੰ ਆਪਣੇ ਕੋਲ ਸੱਦਣਾ ਚਾਹੁੰਦਾ ਹੋਏਗਾ, ਤੈਨੂੰ ਪ੍ਰੇਮ ਕਰਨਾ ਚਾਹੁੰਦਾ ਹੋਏਗਾ, ਤਾਂ ਕਰਕੇ ਤੈਨੂੰ ਸਵਾਰ ਰਿਹਾ ਏ। ਤੈਨੂੰ ਉਹ ਜਿਹੜੀ ਪੀੜਾ ਹੋ ਰਹੀ ਹੈ ਨਾ, ਪੀੜਾ ਤੂੰ ਮੰਨੀ ਹੈ ਤਾਂ ਹੋ ਰਹੀ ਹੈ, ਤੂੰ ਮੰਨਦਾ ਇਹ ਨਹੀਂ ਚਾਹੀਦਾ ਤਾਂ ਹੋ ਰਿਹਾ ਹੈ। ਜੇ ਕਿਤੇ ਉਸ ਪੀੜਾ ਦੀ ਤੂੰ ਗਹਿਰੇ 'ਚ ਰੀਜ਼ਨ ਪੁੱਛੇ, ਵੇਖੇ, ਆਪਣੇ ਅੰਦਰ ਖੋਜੇ ਕਿ ਮੈਂ ਕਿਉਂ ਦੁਖੀ ਹੁੰਨਾ, ਮੈਂ ਕਿਉਂ ਪਰੇਸ਼ਾਨ ਹੁੰਨਾ, ਤੇ ਤੂੰ ਹੈਰਾਨ ਹੋਏਗਾ, ਤੈਨੂੰ ਆਪਣੇ ਅੰਦਰ ਕੋਈ ਰੋਗ ਦਿਖੇਗਾ। ਤੇ ਫਿਰ ਉਸ ਰੋਗ ਨੂੰ ਜਿਉਂ-ਜਿਉਂ ਕੱਢਦਾ ਜਾਏਗਾ, ਉਹਨਾਂ ਰੰਗਾਂ ਨੂੰ ਭੰਨ ਕੇ ਗੁਣੀ ਨਿਧਾਨ ਜਿਹੜਾ ਸਾਹਿਬ ਹੈ ਉਹਨੂੰ ਧਾਰਨ ਕਰਦਾ ਜਾਏਗਾ। ਤੇ ਫਿਰ ਇੱਕ ਪੜਾਅ ਆਉਣਾ ਏ, ਜਿੱਦਣ ਤੇਰੇ ਨਾਲ ਬੁਰਾ ਹੋਇਆ ਤੇ ਉਦਣ ਫਿਰ ਜਿਹੜਾ ਇਹ ਤੈਨੂੰ ਸਵਾਰਨਾ ਨਹੀਂ ਹੋਏਗਾ। ਜਿੱਦਣ ਸਵਾਰਨ ਨੂੰ ਕੁਝ ਬਚਿਆ ਨਾ, ਉਦਣ ਸੇਵਾ ਹੋਏਗਾ, ਉਹ ਤੈਨੂੰ ਸੇਵਾ ਬਖਸ਼ਦਾ ਹੋਏਗਾ। ਬੁਰੇ ਨੇ ਤੇ ਬੁਰਾ ਕਰਨਾ ਹੀ ਹੈ, ਪਰ ਗੁਰੂ ਦਾ ਸਿੱਖ ਕੀ ਕਰੇ? ਉਹਦੇ ਵਾਸਤੇ ਤੇ ਇੱਕ ਪਿਤਾ ਏਕਸ ਕੇ ਸਭ ਬਾਰਕੇ ਨਾ। ਤੇ ਹੈਰਾਨ ਹੋਏ ਹੀ, ਜਿਵੇਂ ਸਤਿਗੁਰੂ ਨੇ ਸਮਝਾਇਆ ਸੀ ਜੀਵਨ 'ਚ ਅਸੀਂ ਉਦਾਂ ਹੀ ਪਾਇਆ, ਬਿਲਕੁਲ ਉਦਾਂ ਹੀ ਹੈ ਜਿੱਦਾਂ ਸਤਿਗੁਰੂ ਕਹਿੰਦੇ ਸੀ ਕਿਸੇ ਸਮੇਂ। ਇਸ ਕਰਕੇ ਸਭ ਦਾਤਾਂ ਨੇ, ਬਸ ਅਸੀਂ ਉਲਟੇ ਸਿੱਧੇ ਢੰਗ ਨਾਲ ਇਹਨਾਂ ਨੂੰ ਜੀ ਰਹੇ ਹਾਂ। ਤੇ ਆਕਰਸ਼ਣ ਭੰਗ ਕਰਨ ਦੇ, ਕਾਮ ਵਾਸ਼ਨਾ ਦੇ, ਮਸਲ ਮੈਮਰੀ ਨੂੰ ਤੋੜਨਾ ਹੈ ਤੇ ਜਾਪ ਸਾਧਨਾ, ਜਪ ਤਪ 'ਚ ਉਤਰਨਾ ਪਏਗਾ। ਇਹ ਯਾਦ ਰੱਖਣਾ। ਆਕਰਸ਼ਣ ਨੂੰ ਤੋੜਨਾ ਹੋਏਗਾ
ਤੇ ਫਿਰ ਸਭ ਤੋਂ ਜ਼ਰੂਰੀ ਇਹ ਕਿ ਆਪ ਜੀ ਜ਼ਿਆਦਾ ਉਹਦੀ ਸਿਫਤੋ ਸਲਾਹ ਵੱਲ ਨੂੰ ਜਾਓ, ਜ਼ਿਆਦਾ ਉਹਦੇ ਰੰਗ ਨੂੰ ਮਾਣੋ। ਤੇ ਕਦੀ ਕਦਾਈ ਉਸ ਗਿਆਨ ਦਾ ਪਹਿਰਾ ਜਿਹੜਾ ਹੈ ਨਾ, ਜਿਹੜਾ ਆਪ ਜੀ ਨੂੰ ਹੁਣੇ ਹੀ ਸਾਰਾ ਸਮਝਾਇਆ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਸੋਚਦੇ ਹੋ ਤੇ ਜਿਹੜਾ ਇਹ ਜਨਮ ਇੰਦਰੀ ਐਕਟਿਵ ਹੁੰਦੀ, ਤੁਸੀਂ ਸੋਚਦੇ ਹੋ ਤੇ ਤੁਹਾਡੇ ਅੰਦਰੋਂ ਸਪਰਮ ਰਿਲੀਜ਼ ਹੁੰਦਾ, ਤੁਸੀਂ ਸੋਚਦੇ ਹੋ ਤੇ ਤੁਹਾਨੂੰ ਰਸ ਆਉਂਦਾ, ਨਹੀਂ ਤੇ ਇਦਾਂ ਦਾ ਕੁਝ ਨਹੀਂ ਹੈ। ਇਹ ਸਿਰਫ ਮਾਇਆ ਹੈ, ਇੱਕ ਇਲੂਜ਼ਨ ਹੈ। ਤੇ ਉਹਦੇ ਵਾਸਤੇ ਆਪ ਜੀ ਨੂੰ ਅਭਿਆਸ ਦੱਸਿਆ ਹੀ ਕਿ ਜਦੋਂ ਹੁਣ ਇਸ ਖੇਡ 'ਚ ਰੁੜੋਗੇ ਨਾ, ਉਦੋਂ ਧਿਆਨ ਰੱਖਣਾ ਕਿ ਵਾਕਈ ਕੁਝ ਹੋ ਵੀ ਰਿਹਾ ਹੈ ਕਿ ਤੁਸੀਂ ਸੋਚ ਹੀ ਰਹੇ ਹੋ ਬਸ। ਥੋੜੀ ਜੀ ਪਰੇਸ਼ਾਨੀ ਤੇ ਹੋਏਗੀ, ਕਿਉਂਕਿ ਅੱਜ ਤੋਂ ਬਾਅਦ ਜਦੋਂ ਭੋਗੋਗੇ ਤੇ ਜੇ ਧਿਆਨ ਰੱਖੋਗੇ ਨਾ ਤੇ ਸਿਆਪਾ ਪੈਣਾ, ਹੁਣ ਰਸ ਨਹੀਂ ਆਉਣਾ। ਇਹ ਵੀ ਖਤਰਨਾਕ ਪਹਿਰਾ ਲੱਗ ਸਕਦਾ ਕਿ ਜਨਮ ਇੰਦਰੀ ਜਿਹੜੀ ਹੈ ਉਹ ਐਕਟਿਵ ਨਾ ਹੋਵੇ। ਤੇ ਪਰ ਘਬਰਾਉਣਾ ਨਹੀਂ, ਡਰਨਾ ਨਹੀਂ। ਇਹ ਮਤ ਸੋਚ ਲੈਣਾ ਕਿ ਸ਼ਾਇਦ ਜਿਹੜਾ ਹੈ ਉਹ ਮਰਦਾਨਗੀ ਦਾ ਕੋਈ ਪਹਿਰਾ ਘਟ ਗਿਆ ਜਾਂ ਇਦਾਂ ਦਾ ਕੁਝ ਹੋ ਗਿਆ। ਕੁਝ ਨਹੀਂ ਹੋਏਗਾ। ਆਪ ਜੀ ਨੂੰ ਪਕੜ ਚਾਹੇਗਾ ਕਿ ਮੇਰਾ ਧਿਆਨ ਹੀ ਹੈ ਜਿਹੜਾ ਸਾਰਾ ਕੁਝ ਕਰ ਰਿਹਾ। ਵੈਸੇ ਇਹਦਾ ਤੁਹਾਨੂੰ ਤਜਰਬਾ ਹੋਏਗਾ ਜਦੋਂ ਤੁਸੀਂ ਕਾਮ ਵਾਸਨਾ ਭੋਗਦੇ ਹੋ। ਤੇ ਤੁਸੀਂ ਕਦੀ ਦੇਖਿਆ ਕਿ ਜਦੋਂ ਕਈ ਵਾਰ ਕਈ ਜੀ ਜਿਹੜੇ ਹੁੰਦੇ ਨਾ, ਉਹ ਸਾਡੇ ਕਿਉਂਕਿ ਸਮਾਜ ਹੀ ਇਦਾਂ ਦਾ, ਉਹਦੇ 'ਚ ਇੰਨਾ ਕੁ ਕੋੜ ਭਰਿਆ ਏ ਕਿ ਅਸੀਂ ਇੱਕ ਦੂਜੇ ਨੂੰ ਸਿੱਖਿਆਵਾਂ ਹੀ ਇਹ ਦਿੰਦੇ ਰਹਿੰਦੇ ਹਾਂ। ਜਿਵੇਂ ਅਸੀਂ ਜਵਾਨ ਹੋਏ ਤੇ ਅਸੀਂ ਬੜੀ ਘਟੀਆ ਜਿਹੜੀਆਂ ਸਿੱਖਿਆਵਾਂ ਅਸੀਂ ਆਸੇ ਪਾਸੇ ਸਮਾਜ ਤੋਂ ਸੁਣੀਆਂ ਕਿ ਜਿਵੇਂ ਆਮ ਹੀ ਕਹਿ ਦਿੰਦੇ ਸੀ ਕਿ ਪਤਨੀ ਆਈ ਤੇ ਉਹਦਾ ਨਾਲਾ ਨਹੀਂ ਵੱਜਣਾ ਚਾਹੀਦਾ। ਇੱਦਾਂ ਦੀਆਂ ਕਈ ਕਹਾਣੀਆਂ ਜਿਹੜੀਆਂ ਅਸੀਂ ਸੁਣਦੇ ਹਾਂ। ਫਿਰ ਸੈਕਸ ਨਾਲ ਰਿਲੇਟਡ ਕਿ ਲੰਮਾ ਸਮਾਂ ਕੌਣ ਸੈਕਸ ਕਰਦਾ ਏ, ਇੱਦਾਂ ਦੀਆਂ ਕਈ ਬਕਵਾਸ ਜਿਹੜੀਆਂ ਸਾਡੇ ਸਮਾਜ 'ਚ ਚੱਲਦੀਆਂ ਨੇ, ਜਿਹੜੀਆਂ ਅਸੀਂ ਧਾਰਨ ਕਰ ਲੈਂਦੇ। ਜੇ ਸੱਚ ਕਹੀਏ ਇੱਥੇ ਉਹ ਗੁਰੂ ਦੇ ਪਿਆਰਿਆਂ ਦਾ ਸਮਾਜ ਨਹੀਂ ਹੈ, ਬੜੇ ਗੰਦੇ ਮਨੁੱਖਾਂ ਦਾ ਸਮਾਜ ਹੈ। ਇਸੇ ਕਰਕੇ ਆਪ ਜੀ ਸਭਨਾਂ ਦੇ ਪਾਕ ਹੋਣ ਦੀ, ਗੁਰੂ ਦੇ ਸਿੰਘ ਬਣਨ ਦੀ ਲੋੜ ਏ, ਤਾਂ ਕਿ ਕੁਝ ਤੇ ਗੁਰੂ ਦਾ ਰੰਗ ਪ੍ਰਗਟ ਹੋਵੇ ਨਾ। ਆਪ ਜੀ ਵੱਲ ਵੇਖ ਕੇ ਕੋਈ ਉਹ ਮਹਿਮਾ ਦਾ ਰੰਗ ਤੇ ਦਿਖੇ ਨਾ ਕਿ ਹਾਂ ਆਹ ਇੱਦਾਂ ਦੇ ਗੁਰਸਿੱਖ ਹੁੰਦੇ। ਹੁਣ ਪੰਜਾਬ ਸਾਰੇ 'ਚ ਹੀ ਦਾੜੀ ਕੇ ਸਭਨਾਂ ਨੇ ਰੱਖੇ ਨੇ, ਦਸਤਾਰਾਂ ਸਜਾਉਂਦੇ ਨੇ, ਅੰਮ੍ਰਿਤ ਛਕੇ ਨੇ। ਕਹਿਣ ਨੂੰ ਸਾਰੇ ਅਸੀਂ ਸਿੱਖਿਆ, ਕਹਿਣ ਨੂੰ ਵਿਖਾਵੇ ਨੂੰ ਸਾਰੇ ਸਿੱਖਿਆ। ਜਦੋਂ ਬਹਿੰਦੇ ਹਾਂ ਬੜੀਆਂ ਉੱਚੀਆਂ ਉੱਚੀਆਂ ਬ੍ਰਹਮ ਗਿਆਨ ਦੀਆਂ ਬਾਤਾਂ ਕਰਦੇ ਹਾਂ, ਪਰ ਰੌਲਾ ਇਹ ਪੈਂਦਾ ਕਿ ਜੀਵਨ 'ਚ ਉਹ ਚੀਜ਼ਾਂ ਨਹੀਂ ਨੇ। ਜੀਵਨ 'ਚ ਉਹ ਨਹੀਂ ਹੈ। ਜੀਵਨ ਤੇ ਜਦੋਂ ਕੁਝ ਉੱਦਾਂ ਦਾ ਆਉਂਦਾ ਤੇ ਗੜਬੜ ਹੋ ਜਾਂਦੀ ਸਾਰੀ। ਕਮਾਉਣਾ ਪਏਗਾ। ਤੇ ਇਹ ਅਨੁਭਵ ਜਿਹੜਾ ਇਹ ਆਪ ਜੀ ਨੇ ਪਾਇਆ ਹੋਏਗਾ। ਆਪ ਜੀ ਨੇ ਕਦੀ ਵੇਖਿਆ ਕਈ ਵਾਰ ਕਈ ਗੁਰਸਿੱਖ ਜਿਹੜੇ ਨੇ ਜਾਂ ਉੱਦਾਂ ਗੁਰੂ ਪਿਤਾ ਦੇ ਜੀ ਨੇ, ਉਹ ਜੇ ਜੀਵਨ ਸਾਥੀ ਦੇ ਨਾਲ ਸਰੀਰਕ ਸੰਬੰਧਾਂ 'ਚ ਨੇ ਤੇ ਕਈ ਵਾਰ ਇੱਦਾਂ ਹੁੰਦਾ ਕਿ ਉਹ ਜ਼ਿਆਦਾ ਉਤੇਜਿਤ ਹੋ ਜਾਂਦੇ, ਜ਼ਿਆਦਾ ਉਤਸ਼ਾਹ 'ਚ ਚਲੇ ਜਾਂਦੇ, ਹਾਈਪਰ ਹੋ ਜਾਂਦੇ। ਤੇ ਹੁੰਦਾ ਕਿ ਇਹ ਡਿਸਚਾਰਜ ਹੋਣ ਦਾ ਸਮਾਂ ਆ ਜਾਂਦਾ ਤੇ ਫਿਰ ਉਹ ਛੇਤੀ ਨਾਲ ਆਪਣਾ ਧਿਆਨ ਹਟਾ ਲੈਂਦੇ ਕਿ ਅਜੇ ਮੈਂ ਡਿਸਚਾਰਜ ਨਹੀਂ ਜਾਣਾ, ਅਜੇ ਸਪਰਮ ਰਿਲੀਜ਼ ਨਹੀਂ ਕਰਨਾ। ਉਹ ਧਿਆਨ ਹਟਾ ਲੈਂਦੇ। ਤੇ ਜਦੋਂ ਇੱਥੋਂ ਧਿਆਨ ਹਟਾ ਲੈਂਦੇ ਤੇ ਤੁਸੀਂ ਵੇਖੋਗੇ ਕਿ ਜਿਹੜੀ ਜਨਮ ਇੰਦਰੀ ਏ ਉਹ ਆਪਣੇ ਅਕੜਾਪਨ ਤੋਂ ਜਿਹੜਾ ਏ ਉਹ ਲੂਜ਼ ਹੋਣਾ ਸ਼ੁਰੂ ਹੋ ਜਾਂਦੀ। ਪਰ ਕਦੀ ਨਹੀਂ ਸੋਚਦੇ ਕਿ ਇਹ ਮੈਂ ਹੀ ਸੋਚ ਰਿਹਾ, ਮੇਰੇ ਕਰਨਾ ਹੀ ਹੋ ਰਿਹਾ। ਦੂਜੀ ਚੀਜ਼ ਜਿਹੜੀ ਇਹ ਅਸੀਂ ਜ਼ਿਆਦਾ ਸਾਨੂੰ ਰਸ ਜਿਹੜਾ ਹੈ ਨਾ, ਆਪ ਜੀ ਨੇ ਕਦੀ ਨੋਟਿਸ ਕੀਤਾ ਕਾਮ ਵਾਸ਼ਨਾ 'ਚ ਹੰਕਾਰ ਵਾਸ਼ਨਾ ਵੀ ਹੁੰਦੀ। ਜਦੋਂ ਤੁਸੀਂ ਜੀਵਨ ਸਾਥੀ ਦੇ ਨਾਲ ਜਿਹੜਾ ਹੈ ਉਹ ਸਰੀਰਕ ਸੰਬੰਧਾਂ 'ਚ ਹੁੰਦੇ ਆ ਨਾ, ਤੇ ਜ਼ਿਆਦਾ ਇੱਕ ਰਸ ਇਹ ਵੀ ਬਣਦਾ ਹੈ ਕਿ ਜਿਹੜਾ ਸਾਹਮਣੇ ਵਾਲਾ ਹੈ ਉਹ ਰਿਸਪੌਂਸ ਕਿੱਦਾਂ ਕਰ ਰਿਹਾ ਹੈ। ਇੱਕ ਰਸ ਉਹਦੇ ਵਿੱਚ ਹਉਮੈ ਦਾ ਵੀ ਹੁੰਦਾ ਜਿਹਨੂੰ ਅਸੀਂ ਕਦੀ ਜਾਣਿਆ ਨਹੀਂ, ਹੰਕਾਰ ਦਾ ਵੀ ਹੁੰਦਾ। ਜੇ ਉਹ ਰਿਸਪੌਂਡ ਨਾ ਸਹੀ ਕਰੇ, ਆਰਾਮ ਨਾਲ ਮੁਰਦਿਆਂ ਨੂੰ ਪਏ ਰਹੇ ਤੇ ਕਈ ਖਿੱਝ ਜਾਂਦੇ, ਕਈ ਲੜ ਪੈਂਦੇ ਕਿ ਇਹ ਕੀ ਹੋ ਰਿਹਾ। ਇਸ ਕਰਕੇ ਕੱਲੀ ਕਾਮ ਵਾਸ਼ਨਾ ਨਹੀਂ ਹੁੰਦੀ, ਉਹਦੇ 'ਚ ਹਉਮੈ ਵਾਸ਼ਨਾ ਵੀ ਮਿਕਸ ਹੁੰਦੀ, ਹੰਕਾਰ ਵਾਸ਼ਨਾ ਵੀ ਮਿਕਸ ਹੁੰਦੀ। ਇਹ ਬੜੀਆਂ ਬਰੀਕੀਆਂ ਨੇ ਜਿਹੜੀਆਂ ਸਮਝਣ ਵਾਲੀਆਂ ਨੇ ਤੇ ਜਾਗ ਕੇ ਸਮਝੀਆਂ ਜਾ ਸਕਦੀਆਂ, ਗੁਰੂ ਦੇ ਰੰਗ 'ਚ ਰਹਿ ਕੇ ਸਮਝੀਆਂ ਜਾ ਸਕਦੀਆਂ। ਇਹ ਕਰਕੇ ਹਰ ਕਾਰਜ ਜਿਹੜਾ ਹੈ ਨਾ ਗੁਰੂ ਦੇ ਰੰਗ 'ਚ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਹਰ ਰੰਗ ਨੂੰ ਗੁਰੂ ਦੀ ਖੇਡ ਦੇ ਵਿੱਚ, ਗੁਰੂ ਦੀ ਸ਼ਰਨ ਦੇ ਵਿੱਚ ਜਿਹੜਾ ਹੈ ਨਾ ਸੁਰਤ ਦੇ ਵਿੱਚ, ਉਹਨੂੰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਚਾਹੇ ਆਪਣਾ ਉਗਣੀ ਕਿਉਂ ਨਾ ਹੋਵੇ, ਉਹਦੀ ਵੀ ਕੋਸ਼ਿਸ਼ ਕਰ ਲਿਆ ਕਰੋ।
ਫਿਰ ਸਤਿਗੁਰੂ ਨੇ ਆਪਣੇ ਆਪ ਰਸਤੇ ਦੱਸ ਦੇਣੇ, ਆਪਣੇ ਆਪ ਰਾਹ ਦੱਸ ਦੇਣੇ, ਆਪਣੇ ਆਪ ਖੇਡ ਦੱਸ ਦੇਣੀ। ਅਸੀਂ ਜਾ ਦੇ ਸਾਨੂੰ ਕੁਝ ਨਹੀਂ ਪਤਾ ਹੁੰਦਾ। ਅਸੀਂ ਇੱਕ ਦਿਨ ਇੱਕ ਸਿੰਘ ਨਾਲ ਵੀ ਦੱਸਦੇ ਪਏ ਹਾਂ, ਛੋਟੇ ਜਿਹੇ ਹਾਂ, 6ਵੀਂ 7ਵੀਂ ਕਲਾਸ 'ਚ ਹੋਣੇ, ਅਤੇ ਸਾਡੇ ਪਿੰਡ 'ਚ ਇੱਕ ਨੌਜਵਾਨ ਵੀਰ ਜਿਹੜਾ ਸੀ ਨਾ, ਉਹ ਹੋਸਟਲ ਤੋਂ ਆਇਆ। ਸਾਨੂੰ ਜਦੋਂ ਪਹਿਲੀ ਵਾਰ ਕੰਮ ਵਾਸ਼ਨਾ ਬਾਰੇ ਸਾਨੂੰ ਉਦੋਂ ਪਤਾ ਨਹੀਂ ਲੱਗਾ, ਅਤੇ ਸਾਰੇ ਜਾਣੇ ਉੱਥੇ ਬਾਹਰ ਬੰਬੀ 'ਤੇ ਮੋਟਰ 'ਤੇ ਅਸੀਂ 5-7 ਜਾਣੇ ਹਾਂ, ਅਤੇ ਇੱਦਾਂ ਹੀ ਬਾਥਰੂਮ ਕਰਨ ਇੱਕ ਖਾਲ ਜਿਹੜੀ ਪਾਣੀ ਦੀ ਇੱਕ ਉਦ ਸੁੱਕੀ ਸੀ ਉਦੋਂ, ਅਤੇ ਉੱਥੇ ਬਾਥਰੂਮ ਕਰਨ ਗਏ 2-3 ਜਾਣੇ ਇੱਦਾਂ ਹੀ ਖਲੋਤੇ। ਅਤੇ ਉਹਨੇ ਸਾਰਿਆਂ ਨੂੰ ਕਿਹਾ, ਉਹਨੇ ਕਿਹਾ ਆਪਣਾ ਜਿਹੜਾ ਪੀਨਿਸ ਹੈ ਨਾ, ਜਿਹੜੀ ਜਨਮ ਇੰਦਰੀ ਨੂੰ ਹਿਲਾਓ ਸਾਰੇ ਜਾਣੇ। ਉਹ ਸਾਰੇ ਬੱਚੇ ਤੇ ਸਾਰੇ ਲੱਗ ਗਏ, ਕਰਦੇ ਰਹੇ। ਅਸੀਂ ਕਹੀਏ ਹੁੰਦਾ ਕਿ ਉਹ ਕਹਿੰਦਾ ਨਹੀਂ ਹੋਊਗਾ, ਤੁਸੀਂ ਵੇਟ ਕਰੋ। ਉਹ ਤੋਂ ਪਹਿਲਾਂ ਸਾਨੂੰ ਕੁਝ ਨਹੀਂ ਪਤਾ। ਅਸੀਂ ਥੱਕ ਜੇ ਗਏ ਕਿ ਆਹ ਕੀ ਕਮਲਿਆਂ ਨੂੰ ਕਰੀ ਜਾਂਦੇ। ਅਸੀਂ ਆ ਗਏ ਵੀ ਪਤਾ ਨਹੀਂ ਐਵੇਂ ਕੀ ਕਰੀ ਜਾਂਦਾ। ਸਾਡੇ ਉਹਨਾਂ 5-7 ਜਾਣਿਆਂ 'ਚੋਂ 3-4 ਜਾਣਿਆਂ ਨੂੰ ਉਦੋਂ ਪਤਾ ਲੱਗਾ ਕਿ ਕਾਮ ਵਾਸ਼ਨਾ ਇੱਦਾਂ ਵੀ ਕੋਈ ਚੀਜ਼ ਹੁੰਦੀ, ਵੀ ਇੱਦਾਂ ਇਹਨੂੰ ਹਿਲਾਉਣ ਨਾਲ ਵੀ ਕੁਝ ਹੁੰਦਾ। ਉਹ ਤੋਂ ਪਹਿਲਾਂ ਉਦੋਂ ਸਾਨੂੰ ਵੀ ਨਹੀਂ ਪਤਾ। ਫਿਰ ਉਹਨਾਂ ਨੇ ਆ ਕੇ ਦੱਸਿਆ, ਬੜਾ ਮਜ਼ਾ ਆਉਂਦਾ, ਬੜਾ ਇੱਦਾਂ ਹੁੰਦਾ, ਬੜਾ ਉੱਦਾਂ ਹੁੰਦਾ। ਅਤੇ ਮਨ ਜਿਹੜਾ ਸੀ ਉਹ ਸੋਚਦਾ ਕੀ ਹੁੰਦਾ ਹੋਏਗਾ। ਜਦੋਂ ਅਸੀਂ ਵੱਡੇ ਹੋਏ, ਗੁਰੂ ਪਿਤਾ ਦੀਆਂ ਬਾਤਾਂ ਨੂੰ ਸਮਝਿਆ, ਅਤੇ ਫਿਰ ਸਤਿਗੁਰੂ ਨੇ ਜਦੋਂ ਰੰਗ ਸਮਝਾਇਆ ਕਿ ਇਹਨੂੰ ਕੋਈ ਖਾਸ ਆਨੰਦ ਨਹੀਂ ਆਉਂਦਾ। ਆਪ ਜੀ ਦੇ ਸਰੀਰ 'ਚ ਇੱਕ ਜਿਹੜਾ ਇੱਕ ਚੇਂਜ ਆਉਂਦਾ ਹੈ, ਬਸ ਕੋਈ ਨਾ ਕੋਈ ਜਿਹੜੀ ਹੈ ਉਹ ਐਨਰਜੀ ਜਿਹੜੀ ਹੈ, ਕੋਈ ਨਾ ਕੋਈ ਜਿਹੜਾ ਕੈਮੀਕਲ ਹੈ ਉਹ ਰਿਲੀਜ਼ ਹੁੰਦਾ ਹੈ। ਉਹਦੇ ਰਿਲੀਜ਼ 'ਚ ਇੱਕ ਚੇਂਜ ਆਉਂਦਾ ਹੈ ਜਿਹੜਾ ਆਪ ਜੀ ਨੂੰ ਆਨੰਦ ਪੂਰਨ ਕਰਦਾ ਹੈ। ਹੋਏ ਤਾਂ ਤੁਸੀਂ ਫਰਸਟ੍ਰੇਟਡ ਹੀ ਹੁੰਨੇ, ਦੁਖੀ ਹੁੰਨੇ, ਪਛਤਾਤਾਪ ਹੀ ਜਾਂਦੇ ਆ। ਹਰ ਵਾਰਾਂ ਜਿੰਨੀ ਵਾਰਾਂ ਕਾਮ ਵਾਸ਼ਨਾ 'ਚ ਭੋਗੋਗੇ ਉਨੀ ਵਾਰਾਂ ਪਛਤਾਤਾਪ ਹੁੰਦਾ। ਪਰ ਹੁੰਦਾ ਕੀ ਹੈ, ਫਿਰ ਮਿੱਤਰ ਨੂੰ ਦੱਸਦੇ ਆ। ਜਿੰਨਾ ਇਸ ਕਾਮ ਵਾਸ਼ਨਾ ਜਾਂ ਇਹਨਾਂ ਵਾਸ਼ਨਾਵਾਂ ਦੇ ਵਿੱਚ ਮਿੱਤਰ ਆਪ ਬੇੜਾ ਗਰਕ ਕਰਦੇ ਨੇ ਨਾ, ਇਹਨਾਂ ਦੁਸ਼ਮਣ ਵੀ ਨਹੀਂ ਕਰਦਾ। ਫਿਰ ਮਿੱਤਰ ਦੂਜੇ ਮਿੱਤਰ ਨੂੰ ਦੱਸਦਾ ਹੈ ਬੜੇ ਸਵਾਦ ਨਾਲ ਕਿ ਇੱਦਾਂ ਹੋਇਆ, ਬੜਾ ਮਜ਼ਾ ਆਇਆ, ਮੈਂ ਇੱਦਾਂ ਕੀਤਾ, ਮੈਂ ਉਸ ਇਸਤਰੀ ਨਾਲ ਇੱਦਾਂ ਕੀਤਾ। ਅਤੇ ਹੈਰਾਨੀ ਦੀ ਬਾਤ ਹੈ, ਜਿਹੜਾ ਸੁਣ ਰਿਹਾ ਹੁੰਦਾ ਹੈ ਉਹਨੂੰ ਲੱਗਦਾ ਪਤਾ ਨਹੀਂ ਕੀ ਹੋ ਰਿਹਾ, ਅਤੇ ਕਹਿਣ ਵਾਲਾ ਤੇ ਖੁਦ ਰਿਗਰੈਟ 'ਚ ਹੁੰਦਾ। ਉਹਦੇ ਰਿਗਰੈਟ ਤੋਂ ਕੁਝ ਬੋਲ, ਉਹਦੇ ਪਛਤਾਤਾਪ ਤੋਂ ਕੁਝ ਬੋਲ ਹੁੰਦੇ, ਅਤੇ ਉਹ ਦੂਜੇ ਦੀਆਂ ਅੱਖਾਂ 'ਚੋਂ, ਦੂਜੇ ਦੇ ਰਿਐਕਸ਼ਨ ਤੋਂ ਜਿਹੜਾ ਹੈ ਉਹਨੂੰ ਲੱਗਦਾ ਮੈਂ ਠੀਕ ਕੀਤਾ ਨਹੀਂ ਹੁੰਦਾ। ਆਪਣੇ ਆਪ 'ਚ ਉਹਨੂੰ ਭਰੋਸਾ ਨਹੀਂ ਹੁੰਦਾ। ਫਿਰ ਦੂਜਾ ਜਿਹੜਾ ਹੈ ਉਹ ਵੀ ਕੋਸ਼ਿਸ਼ ਕਰਦਾ, ਫਿਰ ਉਹ ਵੀ ਉੱਦਾਂ ਹੀ ਕਰਦਾ। ਫਿਰ ਸਭ ਇੱਕ ਦੂਜੇ ਨੂੰ ਧੋਖਾ ਦੇਣ ਦੇ ਇੱਦਾਂ ਹੀ ਇੱਕ ਦੂਜੇ ਨੂੰ ਚੁਣ ਲੈਂਦੇ। ਉਹ ਉਹਨੂੰ ਦੱਸ ਦਿੰਦਾ, ਉਹਨੂੰ ਦੱਸ ਦਿੰਦਾ, ਪਰ ਗਹਿਰੇ ਦੇ ਵਿੱਚ ਬੇਚੈਨੀ ਘਟਦੀ ਜਾਂਦੀ। ਸਾਧੂਆਂ ਦੀ ਦੁਨੀਆ ਦੇ ਵਿੱਚ ਇਹਨੂੰ ਵੀ ਬਖਸ਼ਿਸ਼ ਮੰਨਦੇ, ਕਿਉਂਕਿ ਉਹ ਸੋਚਦੇ ਨੇ ਕਿ ਜਿੰਨੀ ਬੇਚੈਨੀ ਵਧੂਗੀ ਨਾ, ਇੱਕ ਦਿਨ ਉਹ ਜੀ ਜਿਹੜਾ ਇਹਨਾਂ ਖੋਜੇਗਾ ਕਿ ਫਿਰ ਸੱਚ ਕੀ ਹੈ, ਮੈਂ ਕਿੰਨੀ ਕੁ ਦੇਰ ਧੋਖਾ ਦੇਵਾਂਗਾ ਆਪਣੇ ਆਪ ਨੂੰ, ਕਿੰਨੀ ਕੁ ਦੇਰ ਇਸੇ 'ਚ ਹੀ ਰਵਾਂਗਾ, ਕੀ ਇਹ ਕਿਤੇ ਰੁਕੇਗਾ ਵੀ, ਕਿਤੇ ਖਤਮ ਵੀ ਹੋਏਗਾ। ਸਾਨੂੰ ਯਾਦ ਹੈ, ਅਸੀਂ ਜਦੋਂ ਉਹ ਛੋਟੀ ਜਿਹੀ ਉਮਰ 'ਚ ਜਿਹੜਾ ਦੱਸਦੇ ਹਾਂ ਕਿ ਕੋਈ ਹੋਸਟਲ ਤੋਂ ਵੱਡਾ ਮੁੰਡਾ ਆਇਆ ਸੀ ਪਿੰਡ ਦੇ ਵਿੱਚ, ਪਿੰਡੋਂ ਹੀ ਪੜ੍ਹਦਾ ਸੀ, ਹੋਸਟਲ 'ਚ ਰਹਿੰਦਾ ਸੀ, ਅਤੇ ਉਹਨੇ ਜਦੋਂ ਇੱਦਾਂ ਕਰਨਾ ਤਾਂ ਸਾਨੂੰ ਸਮਝ ਨਾ ਆਉਣੀ, ਸਾਰਿਆਂ ਨੇ ਕਹਿਣਾ ਬੜਾ ਮਜ਼ਾ ਆਉਣਾ। ਸਾਡੇ ਇੱਕ ਬਜ਼ੁਰਗ ਹੁੰਦੇ ਸੀ, ਉਹਨਾਂ ਬਜ਼ੁਰਗਾਂ ਨੂੰ ਪੁੱਛਿਆ ਕਿ ਬਾਪੂ ਜੀ ਇੱਦਾਂ ਕਰਨਾ ਕੀ ਹੁੰਦਾ, ਅਤੇ ਸਾਨੂੰ ਉਹਨਾਂ ਨੇ 3 ਗੱਲਾਂ ਕਹੀਆਂ ਸੀ ਜਿਹੜੀਆਂ ਅੱਜ ਤੱਕ ਸਾਨੂੰ ਯਾਦ ਹੈ। ਸਾਨੂੰ ਕਹਿਣ ਲੱਗੇ, ਪੁੱਤ ਇਹ ਪਾਪ ਹੁੰਦਾ, ਅਤੇ ਜਿਨ੍ਹਾਂ ਨੇ ਕਮਲੇ ਰਮਲੇ ਬਣਨਾ ਹੋਵੇ ਨਾ, ਉਹ ਇਹ ਕੰਮ ਕਰਦੇ। ਅਸੀਂ ਪੁੱਛਿਆ ਬਾਪੂ ਜੀ ਉਹ ਕਿੱਦਾਂ, ਅਤੇ ਸਾਨੂੰ ਨਾ ਇੱਕ ਉਹ ਪਿੰਡਾਂ ਦੇ ਵਿੱਚ ਇੱਕ ਜੀ ਜਿਹਾ ਤੁਰਿਆ ਫਿਰਦਾ ਹੁੰਦਾ ਸੀ, ਕਮਲਾ ਜਿਹਾ, ਉਹ ਕਦੀ ਕਿਤੇ ਡਿੱਗ ਪਿਆ, ਕਦੀ ਕਿਤੇ ਡਿੱਗ ਪਿਆ, ਅਤੇ ਉਹਨੂੰ ਕੁੱਟਦੇ ਕੱਟਦੇ, ਕਦੀ ਉਹਨੇ ਕੁੱਟਤਾ, ਕਦੀ ਉਹਨੇ ਕੱਟਤਾ, ਅਤੇ ਉਹਨੂੰ ਉਹਦੇ ਵੱਲ ਇਸ਼ਾਰਾ ਕਰਕੇ ਅਤੇ ਉਹਦਾ ਨਾਂ ਲੈ ਕੇ ਅਤੇ ਕਹਿੰਦੇ ਉੱਦਾਂ ਦਾ ਕਮਲਾ। ਅਤੇ ਜਦੋਂ ਅਸੀਂ ਸਤਿਗੁਰੂ ਤੋਂ ਚੀਜ਼ਾਂ ਸਮਝੀਆਂ ਅਤੇ ਅਸੀਂ ਸੋਚਿਆ ਕਿ ਉਹ ਤਾਂ ਫਿਰ ਵੀ ਕਮਲਾ ਛੋਟਾ ਜਿਹਾ ਕਮਲਾ ਸੀ, ਉਹਦੇ ਤੋਂ ਵੱਡੇ ਕਮਲੇ ਬਣੀਦਾ ਹੈ ਨਾ। ਉਹ ਜਿਹੜਾ ਕਮਲਾ ਹੈ ਉਹਨੂੰ ਤਾਂ ਫਿਰ ਸਾਰੇ ਪਿੰਡ ਨੂੰ ਪਤਾ ਲੱਗਦਾ ਹੈ ਕਿ ਉਹ ਕਮਲਾ ਹੈ। ਇਹ ਤਾਂ ਇੱਦਾਂ ਦੇ ਕਮਲੇ ਨੇ ਕਿ ਸਾਰੇ ਹੀ ਇੱਕ ਦੂਜੇ ਨੂੰ ਜਿਹੜਾ ਹੈ ਉਹ ਕਮਲਾ ਬਣਾ ਰਹੇ ਨੇ, ਅਤੇ ਸਭ ਉਹ ਕਮਲ ਦੇ ਵਿੱਚ ਨੇ। ਸੱਚ ਤਾਂ ਇਹੋ ਹੀ ਹੈ ਕਿ ਮਨ ਜਿਹੜਾ ਹੈ ਨਾ, ਉਹ ਆਕਰਸ਼ਣ ਦੀ ਦੁਨੀਆ ਤੋਂ ਬਾਹਰ ਆਵੇ, ਸੱਚ ਨੂੰ ਪਹਿਚਾਣੇ, ਭਾਣੇ ਨੂੰ ਪਹਿਚਾਣੇ, ਸਤਿਗੁਰੂ ਦੇ ਉਹ ਜਿਹੜਾ ਬੇਪਰਵਾਹ ਹੁਕਮ ਚੱਲ ਰਿਹਾ ਹੈ ਉਹਨੂੰ ਮਾਣੇ, ਅਤੇ ਫਿਰ ਇਹ ਛੋਟੀਆਂ ਛੋਟੀਆਂ ਚੀਜ਼ਾਂ 'ਚ ਉਲਝਦਾ ਨਹੀਂ।
ਫਿਰ ਇਹ ਛੋਟੀਆਂ ਇੱਧਰ ਉੱਧਰ ਕਹਾਣੀਆਂ 'ਚ ਰਸ ਨਹੀਂ ਖੋਜਦਾ। ਫਿਰ ਇਹ ਕੰਮ ਵਾਸ਼ਨਾ, ਇਹ ਫਲਾਣੀ ਵਾਸ਼ਨਾ, ਇਹ ਆਪ ਜੀ 'ਤੇ ਅਸਰ ਨਹੀਂ ਕਰਦੀ। ਇਸ ਕਰਕੇ ਕੋਸ਼ਿਸ਼ ਕਰਿਓ ਤਗੜੇ ਹੋ ਕੇ ਕਿ ਪਿਆਰੇ ਨਾਲ ਜਿਹੜੀ ਉਹ ਸਿਫਤੋ ਸਲਾਹ ਦੀ, ਉਹਦੇ ਦਰਸ਼ਨਾਂ ਦੀ, ਉਹਦੀ ਮਹਿਮਾ ਦੀ ਜ਼ਿਆਦਾ ਸਾਂਝ ਰੱਖਿਓ। ਰੂਪ ਤੋਂ ਪਰਹੇਜ਼ ਕਰਨਾ, ਦੇਖਣ ਤੋਂ, ਆਪਣੇ ਮਨ ਨੂੰ ਸਮਝਾਉਣ ਤੋਂ। ਕਦੀ ਕਦਾਈ ਦਿਹਾੜੀ 'ਚ ਬਹਿ ਕੇ ਨਾ ਵੱਧ ਤੋਂ ਵੱਧ 5-10 ਮਿੰਟ ਜਾਂ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਆਪ ਜੀ ਦਾ ਮਨ ਰਸ ਨਹੀਂ ਲੈਣਾ ਸ਼ੁਰੂ, ਜੇ ਰਸ ਲੈਣਾ ਸ਼ੁਰੂ ਕਰੇ ਉਸੇ ਵੇਲੇ ਛੱਡ ਦਿਓ ਉਹਨੂੰ। ਮਨ ਨੂੰ ਸਮਝਾਉਣਾ ਹੈ ਕਿ ਮਨਾ ਕਿੱਧਰ ਉਲਝਿਆ ਫਿਰਦਾ, ਇਹ ਕੋਈ ਸੱਚ ਥੋੜ੍ਹੀ ਏ, ਮਾਇਆ ਏ, ਤੂੰ ਹੀ ਮੰਨ ਕੇ ਬੈਠਾ, ਇੱਦਾਂ ਕੁਝ ਹੁੰਦਾ ਨਹੀਂ। ਸਤਿਗੁਰੂ ਸਭਨਾਂ ਦਾ ਭਲਾ ਕਰੇ। ਜੇ ਹੁਣ ਵੀ ਕੋਈ ਕੁਐਸਚਨ ਬਚਿਆ ਏ ਤੇ ਫਿਰ ਦੱਸ ਦਿਓ, ਨਹੀਂ ਤੇ ਅਭਿਆਸ ਕਰ ਲਓ। ਜੇ ਫਿਰ ਕੁਝ ਬਚੇਗਾ, ਵੈਸੇ ਬਚੇਗਾ, ਅਗਰ ਸਾਨੂੰ ਪਤਾ ਹੈ ਕੀ ਬਚੇਗਾ। ਕੁਝ ਸਮੇਂ ਬਾਅਦ ਫਿਰ ਲੋੜ ਪਏਗੀ, ਪਰ ਇਹਨੂੰ ਕੋਈ 5-6 ਮਹੀਨੇ ਰੀਝ ਨਾ ਕਮਾਇਓ ਜਿਹੜੇ ਅਭਿਆਸ ਦੱਸੇ ਨੇ। ਜੇ ਤੇ ਪੂਰੀ ਇਮਾਨਦਾਰੀ ਨਾਲ ਰੀਝ ਨਾ ਕਮਾ ਲੋਗੇ, ਫਿਰ ਉਹ ਤੋਂ ਅਗਲੀ ਬਾਤ ਕਰ ਸਕਦੇ ਹਾਂ, ਤੇ ਨਹੀਂ ਤੇ ਫਿਰ ਇਹੋ ਹੀ ਕਹਾਣੀਆਂ ਬਾਰ-ਬਾਰ ਜਿਹੜੀਆਂ ਉਹ ਗਾਉਣੀਆਂ ਪੈਣਗੀਆਂ। ਤੇ ਜੇ ਹੁਣ ਕਿਸੇ ਦਾ ਕੋਈ ਸਵਾਲ ਹੈ ਤੇ ਖਾਲਸਾ ਜੀ ਪੁੱਛ ਲਓ ਗੁਰਸਿੱਖਾਂ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਗਲਾ ਸਵਾਲ ਜਿਹੜਾ ਹੈ ਆਪਾਂ ਭਾਈ ਲక్ష్మణ ਸਿੰਘ ਜੀ ਤੇ ਉਹਨਾਂ ਤੋਂ ਗਾਂ ਭਾਈ ਰਾਜਵੀਰ ਸਿੰਘ ਜੀ। ਸੋ ਆਪ ਜੀ ਕਰੋ ਕਿਰਪਾ। ਸੋ ਆਪ ਜੀ ਜੋ ਹੈ ਆਪਣਾ ਸਵਾਲ ਪੁੱਛੋ ਜੀ। ਹਾਂਜੀ, ਬੇਨਤੀ ਸੀ ਕਿ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦੇ ਹੋ। ਭਾਈ ਕੁਲਦੀਪ ਸਿੰਘ ਹੁਣੀ ਵੀ ਹੱਥ ਖੜਾ ਕਰ ਰਹੇ ਨੇ। ਉਸ ਤੋਂ ਪਹਿਲਾਂ ਜਿਹਨਾਂ ਗੁਰਸਿੱਖਾਂ ਦੇ ਨਾਮ ਲੈ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਆਪ ਜੀ ਨੇ ਇੱਕ ਮਸਲ ਮੈਮਰੀ ਕਹੀ ਆ, ਇੱਕ ਹੈਬਿਟ ਦੀ ਕਹੀ ਆ। ਮਸਲ ਮੈਮਰੀ ਲਈ ਤੁਸੀਂ ਜਪ ਤਪ ਕਿਹਾ ਵਾ, ਤੇ ਹੈਬਿਟ ਲਈ ਤੁਸੀਂ ਕੀ ਕਿਹਾ ਸੀ ਉਹ ਨਹੀਂ ਮੈਂ ਨੋਟ ਕਰ ਪਾਇਆ। ਹੈਬਿਟ ਲਈ ਜਿਹੜਾ ਆਪ ਜੀ ਨੂੰ ਆਰੇ ਲੱਗਣ ਨੂੰ ਕਿਹਾ ਸੀ ਕਿ ਆਪਣੇ ਆਹਾਰ ਜਿਹੜੇ ਉਹ ਗੁਰੂ ਪਿਤਾ ਦੀ ਮਹਿਮਾ ਨੂੰ ਬਣਾਉਣਾ। ਇਹਦੇ ਚ ਕੋਈ ਥੋੜਾ ਜਿਹਾ ਫਰਕ ਦੱਸ ਸਕਦੇ? ਜਪ ਤਪ ਤੇ ਜਿਹੜਾ ਉਹ ਆਹਾਰ ਆ ਉਹਦੇ ਚ ਕੋਈ ਫਰਕ ਲੱਗਦਾ? ਹਾਂਜੀ, ਜਿਹੜੇ ਗੁਰੂ ਪਿਤਾ ਦੇ ਮਹਿਮਾ ਦੇ ਰੰਗ ਨੂੰ ਕਮਾਉਣਾ ਜਿਹੜਾ ਏ ਉਹ ਇੱਕ ਬਾਤ ਹੁੰਦੀ। ਜਦੋਂ ਤੁਸੀਂ ਉਹਦੀਆਂ ਖੂਬੀਆਂ ਤੇ, ਉਹਦੀ ਮਹਿਮਾ ਤੇ, ਉਹਦੀ ਸਿਫਤ ਸਲਾਹ ਤੇ, ਉਹਦਿਆਂ ਰੰਗਾਂ ਤੇ ਜਿਹੜਾ ਏ ਉਹਨਾਂ ਨੂੰ ਮਾਣਦੇ ਆ। ਜਪ ਤਪ ਦਾ ਹੁੰਦਾ ਕਿ ਕੋਈ ਇੱਕ ਸ਼ਬਦ ਲੈ ਲੈਣਾ, ਉਹਦੀ ਰਿਪੀਟ ਕਰਦੇ ਰਹਿਣਾ ਤੇ ਆਪਣਾ ਧਿਆਨ ਉਹਦੇ ਤੇ ਕੇਂਦਰਿਤ ਕਰਕੇ ਰੱਖਣਾ, ਉਹ ਜਪ ਤਪ ਦੀ ਸਾਧਨਾ ਹੁੰਦੀ। ਜਿਹੜੀ ਉਹ ਸਤਿਗੁਰੂ ਦੀ ਮਹਿਮਾ ਨੂੰ ਮੰਨਣ ਦੀ ਹੁੰਦੀ ਆ, ਉਹ ਧਿਆਨ ਕੇਂਦਰਿਤ ਨਹੀਂ ਕਰਨਾ ਪੈਂਦਾ, ਉੱਥੇ ਧਿਆਨ ਨੂੰ ਖੁੱਲ੍ਹਾ ਛੱਡਣਾ ਪੈਂਦਾ ਉਹਦੇ ਰੰਗਾਂ ਤੇ। ਫਿਰ ਉਹ ਜਦੋਂ ਸੁਰਤ ਜਿਹੜੀ ਹੈ ਉਹ ਯਾਤਰਾ 'ਚ ਜਾਂਦੀ ਹੈ ਤੇ ਉਹ ਬੜੇ ਮਹਿਮਾ ਦੇ ਰੰਗ ਖੋਜ ਕੇ ਲਿਆਉਂਦੀ। ਇਹ ਦੋ ਵੈਸੇ ਬਹੁਤ ਵੱਡੇ ਅੰਤਰ ਨੇ। ਹਾਂਜੀ, ਧੰਨਵਾਦ ਜੀ। ਹੋਰ ਜਿਨ੍ਹਾਂ ਗੁਰਸਿੱਖ ਪਿਆਰਿਆਂ ਦਾ ਨਾਮ ਲਿਆ ਗਿਆ, ਜਿਹਦੇ ਸਵਾਲ ਨੇ ਆਪ ਪੁੱਛ ਸਕਦੇ ਹੋ। ਠੀਕ ਹੈ, ਪਰਮਿੰਦਰ ਖਾਲਸਾ ਜੀ, ਆਪ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਿੱਦਾਂ ਆਕਰਸ਼ਣ ਨੂੰ ਲੈ ਕੇ ਆਪ ਜੀ ਨੇ ਬੇਨਤੀਆਂ ਕੀਤੀਆਂ ਨੇ, ਉਸੇ ਤਰੀਕੇ ਦੇ ਜਿੱਦਾਂ ਸਾਡੇ ਸਵਾਲ ਸੀਗੇ ਪਰ ਉਹ ਕਲੀਅਰ ਹੋ ਗਏ ਨੇ। ਗੁਰੂ ਮਹਾਰਾਜ ਨੂੰ ਦਇਆ ਕੀਤੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਮਾਉਣ ਦੀ। ਠੀਕ ਹੈ, ਸਤ ਵਚਨ ਖਾਲਸਾ। ਧੰਨਵਾਦ ਪਰਮਿੰਦਰ ਖਾਲਸਾ ਜੀ। ਇੱਕ ਖਾਲਸਾ ਜੀ ਸਵਾਲ ਆਏ ਸੀ ਸਾਡੇ ਕੋਲ ਆਡੀਓ ਰਿਕਾਰਡਿੰਗ ਦੇ ਵਿੱਚ। ਉਹ ਵੈਸੇ ਤਾਂ ਆਪ ਜੀ ਨੇ ਉਹਨਾਂ ਦਾ ਆਨਸਰ ਦੇ ਹੀ ਦਿੱਤਾ ਆ, ਪਰ ਫਿਰ ਵੀ ਸਿਰਫ ਉਹਨਾਂ ਦਾ ਸਵਾਲ ਅਸੀਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਜੀ। ਇੱਕ ਮਿੰਟ ਮੈਂ ਪਲੇ ਕਰ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਇੱਕ ਸਬਕੌਂਸ਼ੀਅਸ ਮਾਈਂਡ ਚੋਂ ਨਿਕਲ ਕੇ ਇੱਕ ਕਰਮ ਹੋ ਜਾਂਦਾ ਵਧੂ ਵਧੀ, ਜੋ ਮੈਨੂੰ ਪਤਾ ਨਹੀਂ ਲੱਗਦਾ। ਨਾ ਮੈਂ ਜਦੋਂ ਉੱਠਦਾ ਵੀ ਆ ਜਾਗਦਾ ਵੀ ਆ ਉਦੋਂ ਵੀ ਨਹੀਂ ਪਤਾ ਲੱਗਦਾ। ਜਦੋਂ ਮੈਂ ਸੁੱਤਾ ਪਿਆ ਹੁੰਦਾ ਉਦੋਂ ਬਾਅਦ ਚ ਮੇਰੇ ਮਿੱਤਰ ਦੱਸਦੇ ਆ ਕਿ
ਕਦੇ ਕਦੇ ਤੋਂ ਕਾਮ ਭੋਗਣ ਦੀ ਸਾਡੇ ਨਾਲ ਕੋਸ਼ਿਸ਼ ਕਰਦਾ, ਬਟ ਤੈਨੂੰ ਪਤਾ ਨਹੀਂ ਲੱਗਦਾ। ਤੈਨੂੰ ਜਦੋਂ ਤੂੰ ਜਾਗਦਾ, ਸੁਬਾਹ ਉੱਠਦਾ, ਉਦੋਂ ਤੈਨੂੰ ਕੋਈ ਪਤਾ ਹੈ? ਮੈਂ ਉਹਨਾਂ ਨੂੰ ਦੱਸਦਾ ਵੀ ਮੈਨੂੰ ਨਹੀਂ ਪਤਾ ਲੱਗਿਆ ਵੀ ਜਿਵੇਂ ਜੋ ਵੀ ਤੁਸੀਂ ਦੱਸੀ ਜਾਂਦੇ ਹੋ। 2018 ਚ ਤਾਂ ਇਹ ਪ੍ਰੋਬਲਮ ਬਹੁਤ ਜ਼ਿਆਦਾ ਸੀ, ਇਹਨੇ ਬੜੀ ਪੀੜਾ ਦਿੱਤੀ, ਕਿਉਂਕਿ ਉਦੋਂ ਅਸੀਂ ਗੁਰੂ ਦੇ ਸਿੰਘ ਵੀ ਨਹੀਂ ਸੀ ਸੱਜੇ। ਬਟ 2019 ਤੋਂ ਬਾਅਦ ਜਦੋਂ ਸਿੰਘ ਸੱਜੇ, ਉਦੋਂ ਬਾਅਦ ਫਰਕ ਤਾਂ ਬਹੁਤ ਜ਼ਿਆਦਾ ਪੈ ਗਿਆ, ਪਰ ਜਮਾਂ ਇਹ ਜੜੋਂ ਨਿਕਲੀ ਨਹੀਂ ਚੀਜ਼। ਜਦੋਂ ਅਸੀਂ 8ਵੀਂ 9ਵੀਂ ਚ ਹੁੰਦੇ ਸੀ, ਉਦੋਂ ਬਾਅਦ ਉਦੋਂ ਮਾੜੇ ਕਰਮ ਹੋਏ ਆ। ਉਹ ਮੈਂ ਜਾਣਦਾ ਕਿ ਇਹ ਕੰਮ ਤਾਂ ਕਰਮ ਜਿਹੜਾ ਹੋ ਰਿਹਾ ਇਹ ਉਹਨਾਂ ਮਾੜੇ ਕੰਮਾਂ ਦੀ ਬਦੌਲਤ ਹੀ ਆ, ਕਿਉਂਕਿ ਉਹ ਬਹੁਤ ਜ਼ਿਆਦਾ ਗਹਿਰੇ ਚ ਚਲੇ ਗਏ ਆ। ਤੇ ਉਸ ਤੋਂ ਬਾਅਦ ਚ ਉਦੋਂ ਨਹੀਂ ਹੋਏ, ਬਟ ਜਦੋਂ ਇੱਥੇ ਕੈਨੇਡਾ ਆਉਣਾ ਹੋਇਆ ਤੇ ਇੱਥੇ ਆ ਕੇ ਕਾਫੀ ਜ਼ਿਆਦਾ ਤੰਗ ਕੀਤਾ ਇਹਨੇ 2018 ਚ। ਤਾਂ 2019 ਵਿੱਚ ਗੁਰੂ ਮਹਾਰਾਜ ਅੱਗੇ ਬੇਨਤੀਆਂ ਜੋਦੜੀਆਂ ਕੀਤੀਆਂ, ਬਹੁਤ ਜ਼ਿਆਦਾ ਫਰਕ ਪੈ ਗਿਆ। ਤੇ ਹੁਣ ਵੀ ਅੱਜ ਦੇ ਟਾਈਮ ਚ ਵੀ ਹੁਣ ਤਾਂ ਕਦੇ 6 ਮਹੀਨਿਆਂ ਬਾਅਦ ਇੱਕ ਅੱਧੀ ਵਾਰੀ ਆ, ਨਹੀਂ ਤਾਂ ਪਹਿਲਾਂ 2018-19 ਚ ਆਏ ਵੀਕ ਜਾਂ 10-15 ਦਿਨਾਂ ਚ ਇੱਕ ਅੱਧੀ ਵਾਰੀ ਇਹ ਕਰਮ ਆਪੇ ਹੋ ਜਾਂਦਾ ਸੀ। ਬਟ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀ ਲੱਗਦਾ। ਨਾਲਦਿਆਂ ਦੇ ਦੱਸਣ ਦੀ ਗੱਲ ਹੁੰਦੀ ਆ, ਪਹਿਲੀ ਵਾਰੀ ਤਾਂ ਮੈਂ ਮੰਨਿਆ ਵੀ ਨਹੀਂ ਜਦੋਂ ਦੱਸਿਆ। ਫਿਰ ਮੈਨੂੰ ਜਦੋਂ ਦੂਜੇ ਸਿੰਘ ਨੇ ਦੱਸਿਆ ਕਿ ਵਾਕਈ ਗੱਲ ਸਹੀ ਆ ਉਹਨਾਂ ਦੀ, ਬਟ ਮੈਨੂੰ ਨਹੀਂ ਪਤਾ ਲੱਗਿਆ। ਫਿਰ ਜਦੋਂ ਇਹ ਕਰਮ ਹੋਣ ਲੱਗ ਗਿਆ, ਵਿੱਚੋਂ 2 ਪੀੜਾਂ ਨਿਕਲ ਕੇ ਬਾਹਰ ਆਈਆਂ ਕਿ ਇੱਕ ਤਾਂ ਪਹਿਲਾਂ ਤਾਂ ਆਪਦੀ ਆਈ, ਕਿਉਂਕਿ ਮੈਂ ਥੋੜੀ ਜਿਹੀ ਜ਼ਿਆਦਾ ਪਿਆਰੀ ਆ, ਹਜੇ ਵੀ ਪਿਆਰੀ ਆ, ਤੇ ਉਹਦੇ ਵੀ ਆਪਦੀ ਕੀ ਇੱਥੇ ਸੁਸਾਇਟੀ ਚ ਇਮੇਜ ਹੋ ਜਾਊਗੀ, ਤੇ ਜੇ ਕਿਸੇ ਨੇ ਗੱਲ ਬਾਹਰ ਕਰਤੀ ਜਾਂ ਜਿਵੇਂ ਵੀ ਆ। ਬਟ ਉਹ ਫਿਰ ਵਿੱਚ ਦੀ ਸੋਚ ਐ ਵੀ ਆ ਗਈ ਕਿ ਕੋਈ ਏਡੀ ਗੱਲ ਨਹੀਂ, ਇਹਨੇ ਤਾਂ ਮਿੱਟੀ ਹੋ ਜਾਣਾ। ਪਰ ਜੋ ਗੁਰੂ ਮਹਾਰਾਜ ਦਾ ਸਰੂਪ ਬਖਸ਼ਿਆ ਹੋਇਆ ਹੁਣ, ਤੇ ਇਹਦੀ ਬਦਨਾਮੀ ਬਹੁਤ ਜ਼ਿਆਦਾ ਹੋਣੀ ਆ ਇਸ ਕਰਮ ਨਾਲ। ਇਹ ਕਰਮ ਦਾ ਨਹੀਂ ਮੈਨੂੰ ਪਤਾ ਲੱਗਦਾ, ਬਟ ਗੁਰੂ ਮਹਾਰਾਜ ਦੇ ਸਰੂਪ ਦੀ ਬਦਨਾਮੀ ਜੋ ਬਖਸ਼ਿਆ ਗੁਰੂ ਮਹਾਰਾਜ ਦਾ, ਇਸ ਸਿੰਘ ਦਾ ਸਰੂਪ ਬਖਸ਼ਿਆ, ਇਹਦੀ ਬਦਨਾਮੀ ਬਹੁਤ ਜ਼ਿਆਦਾ ਹੋਣੀ ਆ। ਕਿਉਂਕਿ ਜੋ ਨਾਰਮਲ ਬੰਦੇ ਆ ਜਿਨ੍ਹਾਂ ਨੂੰ ਨਹੀਂ ਚੀਜ਼ਾਂ ਪਤਾ, ਉਹ ਇਸੇ ਤਾਂ ਉਹਨਾਂ ਦੇ ਦਿਮਾਗ 'ਚ ਹੀ ਦੇਖ ਕੇ ਗੁਰੂ ਦੇ ਸਿੱਖਾਂ ਨੂੰ, ਗੁਰੂ ਦੇ ਸਿੰਘਾਂ ਨੂੰ ਦੇਖ ਕੇ ਆਹੀ ਲੱਗਣਾ ਕਿ ਹੋ ਸਕਦਾ ਵੀ ਇਹ ਵੀ ਉਹੋ ਜਿਹੀ ਹੋਣ। ਇਹਨਾਂ ਬਾਰੇ ਦੱਸੋ ਕਿ ਕਿਵੇਂ ਖਹਿੜਾ ਛਡਾਇਆ ਜਾ ਸਕੇ ਇਸ ਕਰਮ ਤੋਂ, ਕਿਉਂਕਿ ਇਹ ਜਦੋਂ ਹੁੰਦਾ ਉਦੋਂ ਬਾਅਦ ਚ ਬੜੀ ਪੀੜਾ ਹੁੰਦੀ। ਉਦੋਂ 3-4 ਦਿਨ ਤਾਂ ਗੁਰੂ ਮਹਾਰਾਜ ਦੀ ਗੋਦ ਦਾ ਵੀ ਆਨੰਦ ਮਿਲਦਾ, ਕਿਉਂਕਿ ਜਦੋਂ ਉਹਨਾਂ ਕੋਲ ਬੈਠੀ ਦਾ ਫਿਰ ਕਾਫੀ ਫਰਕ ਹੁੰਦਾ। ਫਿਰ ਜਦੋਂ ਸੌਂਦੇ ਉਦੋਂ ਵੀ ਸੁਰਤ ਜਾਗਦੀ ਰਹਿੰਦੀ ਆ 2-4 ਦਿਨ, ਤੇ ਫਿਰ ਹੌਲੀ ਹੌਲੀ ਫਿਰ ਉਸੇ ਪਾਸੇ ਨੋਰਮਲ ਹੀ ਹੋ ਜਾਂਦਾ ਦਿਮਾਗ। ਤੇ ਫਿਰ ਕਦੇ ਨਾ ਕਦੇ ਜਦੋਂ ਕਿ ਜ਼ਿਆਦਾ ਥੱਕੇ ਹੋਈਏ, ਜਦ ਜਮੇ ਹੀ ਪਤਾ ਨਾ ਲੱਗੇ ਵੀ ਕਿੱਥੇ ਪਏ ਆ, ਉਦੋਂ ਜ਼ਿਆਦਾ ਇਸ ਕਰਮ ਦਾ ਹੋਣ ਦਾ ਡਰ ਮਨ ਚ। ਹੁਣ ਇਹ ਵੀ ਖਿਆਲ ਰਹਿੰਦੇ ਆ ਕਿ ਜੇ ਕਿਸੇ ਮਿੱਤਰ ਦੇ ਘਰੇ ਜਾਂਦੇ ਜਿਹਦੇ ਕੋਲ ਪਹਿਲਾਂ ਨਹੀਂ ਰਹੇ, ਉਹਨਾਂ ਕੋਲ ਵੀ ਜੇ ਕਿਤੇ ਰਾਤ ਨੂੰ ਰਹਿਣਾ ਪੈ ਗਿਆ ਤੇ ਕਿਤੇ ਕਰਮ ਹੋ ਗਿਆ ਤਾਂ ਉੱਥੇ ਵੀ ਜਾ ਬਦਨਾਮੀ ਹੋਣੀ ਆ। ਕਿਰਪਾ ਕਰਕੇ ਇਹਦੇ ਬਾਰੇ ਦੱਸੋ ਵੀ ਕਿਹੜੇ ਹਿਸਾਬ ਨਾਲ ਇਹ ਚੋਂ ਇਸ ਕਰਮ ਚੋਂ ਨਿਕਲਿਆ ਜਾਵੇ, ਕਿਹੜਾ ਅਭਿਆਸ ਕਰਨਾ ਪੈਣਾ। ਵੈਸੇ ਕੰਮ ਇੰਨਾ ਤੰਗ ਨਹੀਂ ਕਰਦਾ, ਵੈਸੇ ਲਗਭਗ ਗੁਰੂ ਮਹਾਰਾਜ ਦੀ ਬੜੀ ਕਿਰਪਾ, ਲਗਭਗ ਹੀ ਕੰਟਰੋਲ ਚ ਆ। ਪਰ ਇਹ ਚੀਜ਼ ਬੜੀ ਤੰਗ ਕਰਦੀ ਆ, ਜੋ ਪੁਰਾਣੇ ਕਰਮ ਕੀਤੇ ਹੋਏ ਆ ਉਹ ਬੜੇ ਜ਼ਿਆਦਾ ਤੰਗ ਕਰਦੇ ਆ। ਪਰ ਹੁਣ ਤਾਂ ਗੁਰੂ ਮਹਾਰਾਜ ਦੀ ਕਿਰਪਾ, ਹੁਣ ਇੰਨਾ ਤੰਗ ਨਹੀਂ ਕਰਦਾ ਇਹ, ਪੁਰਾਣੇ ਕਰਮ ਹੀ ਜ਼ਿਆਦਾ ਤੰਗ ਕਰਦੇ ਆ। ਕਿਰਪਾ ਕਰਕੇ ਦੱਸੋ ਕਿ ਇਹਨਾਂ ਚੋਂ ਨਿਕਲਿਆ ਕਿਵੇਂ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਸੋਹਣਾ ਸਵਾਲ ਹੈ, ਕਿਉਂਕਿ ਇਹਦੇ ਸ਼ਿਕਾਰ ਜਿਹੜੇ ਨੇ ਨਾ ਉਹ ਬਹੁਤ ਲੋਕ ਨੇ। ਸ਼ਾਇਦ ਇਹ ਕਹਿ ਸਕਦੇ ਹਾਂ ਕਿ ਕਾਮ ਵਾਸ਼ਨਾ 'ਚ ਗਲਤਾਨ ਹੋਣ ਦਾ ਇਹ ਦੂਜਾ ਸਟੈਪ ਹੈ। ਪਹਿਲਾ ਜਿਹੜਾ ਤਕਰੀਬਨ ਸਾਰੇ ਹੀ ਭੋਗਦੇ ਨੇ ਆਪਣੇ ਫਿਲਮਾਂ ਦੇ ਜ਼ਰੀਏ, ਮੀਡੀਆ ਦੇ ਜ਼ਰੀਏ, ਡਿਜੀਟਲ ਲਾਈਫ ਦੇ ਜ਼ਰੀਏ ਜਿਹੜਾ ਇਹ ਰੂਪ ਵੇਖਣ ਦਾ ਕਾਰਜ ਸਾਰੇ ਹੀ ਕਰ ਲੈਂਦੇ, ਬਾਹਰ ਪਾਰਕਾਂ 'ਚ ਵੀ ਕਰ ਲੈਂਦੇ, ਇੱਧਰ ਉੱਧਰ ਵੀ ਕਰ ਲੈਂਦੇ, ਜਾਂ ਕੋਈ ਉੱਦਾਂ ਵੀ ਸਰੀਰਕ ਸੰਬੰਧਾਂ 'ਚ ਵੀ ਚਲੇ ਜਾਂਦੇ। ਪਰ ਉਹਦੇ 'ਚ ਦਿੱਕਤ ਇਹ ਆਉਂਦੀ ਹੈ ਕਿ ਜਦੋਂ ਪਹਿਲੇ ਸਟੈਪ ਦੇ ਵਿੱਚ ਜਦੋਂ ਅਸੀਂ ਇੱਛਾ ਨੂੰ ਬਹੁਤ ਜ਼ਿਆਦਾ ਗਹਿਰੇ 'ਚ ਚਲੇ ਜਾਂਦੇ ਹਾਂ ਤੇ ਉਹ ਸਬ ਕੌਨਸ਼ੀਅਸ 'ਚ ਚਲੀ ਜਾਂਦੀ। ਜਦੋਂ ਸਬ ਕੌਨਸ਼ੀਅਸ 'ਚ ਚਲੀ ਜਾਂਦੀ ਹੈ ਤੇ ਉਦੋਂ ਫਿਰ ਇਹ ਜਿਹੜਾ ਹੈ ਜਾਂ ਸੁਪਨ ਦੋਸ਼ ਦਾ ਜਾਂ ਇੱਦਾਂ ਦਾ ਅਸੀਂ ਸੁਪਨੇ 'ਚ ਵੀ ਉਹ ਕਰਮ ਕਰਨੇ ਸ਼ੁਰੂ ਕਰ ਦਿੰਦੇ। ਵੇਖੋ, ਇੱਕ ਪਾਸੇ ਸਾਧੂ ਨੇ, ਉਹਨਾਂ ਦੇ ਸੁਪਨੇ 'ਚ ਨਾਨਕ ਆਉਣਗੇ, ਉਹਨਾਂ ਦੇ ਸੁਪਨੇ 'ਚ ਕਲਗੀਆਂ ਵਾਲੇ ਸਾਹਿਬ ਆਉਣਗੇ, ਹੈ ਨਾ। ਉਹ ਕਿਤੇ ਸੁੱਤੇ ਹੋਣਗੇ ਤੇ ਉਹਨਾਂ ਦੇ ਸੁਪਨੇ 'ਚ ਕੀਰਤਨ ਚੱਲਦਾ ਹੋਏਗਾ, ਉਹ ਕੀਰਤਨ ਸੁਣਦੇ ਹੋਣਗੇ। ਉਹਨਾਂ ਦੇ ਸੁਪਨੇ ਦੇ ਵਿੱਚ ਕਿਤੇ ਬਾਣੀ ਦੀਆਂ ਉਹ ਪੰਕਤੀਆਂ ਦੇ ਗਹਿਰੇ ਅਰਥ ਪ੍ਰਗਟ ਹੋਣਗੇ
ਜਿਹੜੇ ਉਹ ਚਾਹੁੰਦੇ ਸੀ ਸਿੱਖਣਾ। ਇੱਕ ਯਾਤਰਾ ਤੇ ਉਹ ਏ, ਪਰ ਉਸੇ ਹੀ ਸ਼ਕਤੀ ਦੇ ਵਿੱਚ ਜੇ ਆਹ ਮੈਲ ਵਾਲਾ ਕਰਮ ਵੜ ਜਾਵੇ ਤੇ ਵੇਖੋ ਇਹ ਮੰਦਭਾਗ ਨਹੀਂ। ਫਿਰ ਇਸ ਤੋਂ ਅਗਲਾ ਜਿਹੜਾ ਸਟੈਪ ਏ ਉਹ ਤੇ ਗੇ ਗੂ ਵੀ ਬੰਦੇ ਬਣ ਜਾਂਦੇ। ਉਹ ਤੇ ਕਈ ਕੁਝ ਯਾਤਰਾ ਤੇ ਬਾਅਦ 'ਚ ਪਤਾ ਹੀ ਨਹੀਂ ਕਿੱਧਰ ਨੂੰ ਤੁਰ ਪੈਂਦੀ। ਪਰ ਇਹ ਹੈ ਕਿ ਇੱਥੋਂ ਵੀ ਮੁੜਿਆ ਜਾ ਸਕਦਾ। ਉਹਦੇ ਵਾਸਤੇ ਜਿਹੜਾ ਸਭ ਤੋਂ ਪਹਿਲਾ ਕੰਮ ਹੈ ਨਾ, ਇੱਕ ਤੇ ਪਛਚਾਤਾਪ ਬਹੁਤਾ ਨਹੀਂ ਕਰਨਾ। ਜਦੋਂ ਮਨੁੱਖ ਪਛਚਾਤਾਪ ਕਰਦਾ ਹੈ ਨਾ, ਉਦੋਂ ਵੀ ਆਪਣੇ ਔਗਣ ਨੂੰ ਗਹਿਰਾ ਕਰਦਾ ਹੈ। ਪਛਚਾਤਾਪ ਦੇ ਨਾਲ ਅਸੀਂ ਆਪਣੀ ਸਬ ਕੌਨਸ਼ੀਅਸ ਨੂੰ ਹੋਰ ਰਿਟਨ ਕਰਦੇ। ਜਿੰਨਾ ਪਛਚਾਤਾਪ 'ਚ ਕਰਦੇ ਹਾਂ ਓਨਾ ਹੀ ਉੱਦਾਂ ਉਦਮ 'ਚ ਨਹੀਂ ਕਰ ਪਾਉਂਦੇ। ਇਹ ਕਰਕੇ ਤੋਂ ਸਭ ਤੋਂ ਜ਼ਰੂਰੀ ਹੈ ਕਿ ਪਛਚਾਤਾਪ ਨਹੀਂ ਕਰਨਾ, ਗੁਰੂ ਪਿਤਾ ਅੱਗੇ ਅਰਦਾਸ ਕਰਨੀ ਤੇ ਸਮਝਣਾ ਹੈ ਕਿ ਇਹ ਮੇਰਾ ਰੋਗ ਹੈ, ਗੁਰੂ ਪਿਤਾ ਨੇ ਕੱਟਣਾ ਹੈ ਤੇ ਉਹ ਤੇ ਸਭਨਾਂ ਦੇ ਕੱਟ ਦਿੰਦਾ, ਮੇਰੇ ਵੀ ਕੱਟ ਦੇਗਾ ਇੱਕ ਦਿਨ। ਉਹਦੇ ਤੋਂ ਜਿਹੜੀ ਦੂਜੀ ਬਾਤ ਹੈ ਕਿ ਆਪਣੇ ਜਿਹੜਾ ਧਿਆਨ ਹੈ, ਧਿਆਨ ਜਿਹੜਾ ਹੈ ਉਹ ਸਤਿਗੁਰੂ ਦੇ ਰੰਗਾਂ ਤੇ, ਕੋਈ ਜਿੱਦਾਂ ਕਿਤਾਬ ਪੜ੍ਹਨ, ਕੋਈ ਰਾਤ ਨੂੰ ਸੌਣ ਤੋਂ ਪਹਿਲਾਂ ਜਿੱਦਾਂ ਗੁਰੂ ਪਿਤਾ ਦੀਆਂ ਕੁਝ ਸਾਖੀਆਂ ਪੜ੍ਹ ਕੇ ਸੌਵੋ, ਕੁਝ ਸ਼ਬਦ ਦੇ ਅਰਥ ਪੜ੍ਹ ਕੇ ਸੌਵੋ, ਕੁਝ ਸਤਿਗੁਰੂ ਦੇ ਸ਼ਬਦ ਦਾ ਜਿਹੜਾ ਹੈ ਉਹ ਅਰਥਾਂ ਦੇ ਨਾਲ ਕੋਈ ਜਿਹੜਾ ਆਪ ਜੀ ਨੂੰ ਸ਼ਬਦ ਪਸੰਦ ਹੈ ਉਹ ਗਾ ਕੇ ਸੌਵੋ, ਹੈ ਨਾ। ਸੌਣ ਲੱਗਿਆਂ ਸਤਿਗੁਰੂ ਪਿਤਾ ਦੇ ਚਰਨਾਂ ਤੇ ਸੁਰਤ ਰੂਪ 'ਚ ਜਿਹੜਾ ਹੈ ਉਹ ਸੀਸ ਰੱਖ ਕੇ ਸੌਵੋ ਕਿ ਮੈਂ ਕਲਗੀਆਂ ਵਾਲੇ ਮਹਾਰਾਜ ਦੇ ਚਰਨਾਂ ਤੇ ਜਿਹੜਾ ਹੈ ਉਹ ਸੀਸ ਰੱਖ ਕੇ ਤੇ ਸੌਂ ਜੋ ਆਰਾਮ ਨਾਲ। ਇੱਦਾਂ ਦੇ ਕੁਝ ਅਭਿਆਸ ਨੇ ਜਿਹੜੇ ਸਬ ਕੌਨਸ਼ੀਅਸ ਨੂੰ ਤੋੜਨਗੇ ਤੇ ਜਿਹਦੇ 'ਚੋਂ ਇਹ ਰੰਗ ਨਹੀਂ ਪ੍ਰਗਟ ਹੋਣਗੇ, ਪਰ ਉਹਨੂੰ ਥੋੜ੍ਹਾ ਸਮਾਂ ਲੱਗੇਗਾ। ਤੇ ਬਾਕੀ ਥੋੜ੍ਹੀਆਂ ਠੰਡੀਆਂ ਚੀਜ਼ਾਂ ਦਾ ਸੇਵਨ, ਗਰਮ ਚੀਜ਼ਾਂ ਦਾ ਸੇਵਨ ਘਟਾ ਦਿਓ। ਬਸ ਇਹ 4-5 ਅਭਿਆਸ ਨੇ, ਕਰ ਲਓ, ਸਤਿਗੁਰੂ ਦਿਆ ਕਰਨਗੇ। ਬਾਕੀ ਤੇ ਸਭ ਉਹਦੀ ਮਹਿਮਾ ਤੇ ਹੈ। ਠੀਕ ਹੈ ਖਾਲਸਾ ਜੀ, ਧੰਨਵਾਦ ਜੀ। ਆਪਣੇ ਦੀਪ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ। ਦੀਪ ਸਿੰਘ ਜੀ ਆਪਣਾ ਅਨਮਿਊਟ ਕਰਕੇ ਤੁਸੀਂ ਸਵਾਲ ਪੁੱਛ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੇਰਾ ਸਵਾਲ ਕੁਝ ਇਦਾਂ ਦੀ ਸਿਚੁਏਸ਼ਨ ਆ ਮੇਰੀ। ਇੱਕ ਮੈਂ ਪਹਿਲਾਂ ਤੇ ਸੱਚ ਦੱਸਦਾ ਵੀ ਇਹ ਸ਼ਾਇਦ ਮੇਰੀ ਸ਼ਮਤਾ ਨਾ ਹੋਏ ਇੰਨੀ ਇਹ ਸਵਾਲ ਦਾ ਜਵਾਬ ਲੈਣ ਲਈ, ਪਰ ਸ਼ਾਇਦ ਉੱਥੋਂ ਤੱਕ ਮੈਂ ਅਜੇ ਪੜ੍ਹਿਆ ਨਾ ਹੋਵਾਂ, ਪਰ ਇਹ ਮਨ 'ਚ ਆਇਆ ਸੀ ਸਵਾਲ, ਸੋ ਤਾਂ ਮੈਂ ਪੁੱਛਣਾ ਚਾਹੁੰਦਾ। ਤੇ 2 ਸਾਲ ਆਪ ਜੀ ਦੀ ਕਥਾ ਸੁਣਦਿਆਂ ਹੋ ਗਏ, ਤਾਂ ਉਹਦੇ ਨਾਲ ਕੁਝ ਨਾ ਕੁਝ ਫਰਕ ਤਾਂ ਜ਼ਰੂਰ ਪਿਆ ਹੈ ਥੋੜ੍ਹਾ ਜਿਹਾ। ਕੁਝ ਆਪਣੇ ਬੁਰੇ ਕਰਮਾਂ ਨੂੰ ਛੱਡਣ ਦਾ ਯਤਨ ਕੀਤਾ, ਪਰ ਜੋ ਇੱਕ ਮੇਨ ਤੰਗੀ ਜੋ ਮੈਨੂੰ ਆਉਂਦੀ ਉਹ ਹੈ ਕਿ ਜਿਵੇਂ ਅੱਜ ਮੈਨੂੰ ਕਾਮ ਵਾਸ਼ਨਾ ਨੇ ਢਾਹ ਲਿਆ, ਮੈਂ ਉਹਦਾ ਅਭਿਆਸ ਸ਼ੁਰੂ ਕਰ ਦੇਣਾ। ਆਪ ਜੀ ਦੀ ਕਥਾ 'ਚੋਂ ਬੇਅੰਤ ਅਭਿਆਸ ਲਿਖ ਕੇ ਕਾਪੀਆਂ ਤੇ ਰੱਖੇ। ਅੱਜ ਉਹ ਇੱਕ ਅਭਿਆਸ ਸ਼ੁਰੂ ਕਰਤਾ, ਉਹ ਥੋੜ੍ਹੇ ਦਿਨ 10 ਦਿਨ ਜਾਂ 15 ਦਿਨ ਕਰਨਾ, ਉਸ ਤੋਂ ਮਗਰੋਂ ਜਿਵੇਂ ਕ੍ਰੋਧ ਆ ਗਿਆ ਤੇ ਉਹ ਲੱਗਣਾ ਵੀ ਨਹੀਂ ਕਾਮ ਵਾਸ਼ਨਾ ਤੇ ਫਿਰ ਮੇਰੇ ਤੱਕ ਹੀ, ਪਹਿਲਾਂ ਕ੍ਰੋਧ ਦਾ ਇਲਾਜ ਕਰੀਏ, ਫਿਰ ਉਸ ਦਾ ਅਭਿਆਸ ਸ਼ੁਰੂ ਕਰ ਦੇਣਾ, ਪਹਿਲਾਂ ਛੱਡ ਦੇਣਾ। ਤੇ ਏਦਾਂ ਹੀ ਹੌਲੀ ਹੌਲੀ ਕਦੀ ਹੰਕਾਰ ਦਾ ਮਤਲਬ ਇੱਕ ਥਾਂ ਤੇ ਟਿਕਿਆ ਨਹੀਂ ਜਾਂਦਾ, ਉਹ ਥੋੜ੍ਹੇ ਦਿਨ ਉਸ ਦਾ ਸ਼ੁਰੂ ਕਰੀਦਾ, ਉਸ ਤੋਂ ਮਗਰੋਂ ਉਹ ਛੁੱਟ ਕੇ ਅਗਲਾ ਸ਼ੁਰੂ ਕਰ ਦਈਦਾ। ਤੇ ਇੱਕ ਮਨ 'ਚ ਬੇਚੈਨੀ ਹੈ ਵੀ ਛੇਤੀ ਇਹਨਾਂ ਚੀਜ਼ਾਂ ਤੋਂ ਪਾਰ ਜਾਣਾ ਬਸ। ਤੇ ਉਹ ਮੈਂ ਇੱਕੋ ਹੀ ਸਵਾਲ ਸੀ ਮੇਰਾ ਆਪ ਜੀ ਦਾ, ਕਿ ਜਿਵੇਂ ਇੱਕ ਮੈਥ 'ਚ ਅਸੀਂ ਪੜ੍ਹਦੇ ਹੁੰਦੇ ਇੱਕ ਹੋਲ ਫਾਰਮੂਲਾ ਨਹੀਂ ਹੁੰਦਾ, ਤੇ ਬਸ ਇੱਕ ਹੀ ਫਾਰਮੂਲਾ ਹੈ ਜਿਹਦੇ ਨਾਲ ਸਾਰੇ ਸਵਾਲ ਹੱਲ ਹੋ ਜਾਣ। ਤੇ ਜੋ ਇਸ ਜਿਹੜੀ ਖੇਡ 'ਚ ਸਤਿਗੁਰੂ ਨੇ ਪਾਇਆ ਉਸ ਦਾ ਜੋ ਛੇਤਰ ਹੈ ਉਸ ਤੇ ਵੀ ਅੱਪੜ ਜਾਈਏ, ਪਰ ਉਸ ਦੇ ਵਿੱਚ ਇਹ ਸਾਰੇ ਹੱਲ ਹੋ ਜਾਣ, ਅਲੱਗ-ਅਲੱਗ ਨਾ ਇਹਨਾਂ ਦਾ ਕੁਛ ਕਰਨਾ। ਹਾਂਜੀ, ਇਹਦਾ ਥੋੜਾ ਜਿਹਾ ਕਹਿ ਲਓ ਕਿ ਅੱਜ ਦੇ ਸਮੇਂ ਮੁਤਾਬਕ, ਜੀਵਨ ਦੀ ਧਾਰਾ ਦੇ ਮੁਤਾਬਕ ਇਹ ਮੁਸ਼ਕਲ ਆਉਂਦੀ ਏ। ਅਸਲ ਦੇ ਵਿੱਚ ਜੀ ਜਿਹੜਾ ਪ੍ਰਚਾਰ ਦਾ ਰੰਗ ਹੀ ਨਾ ਉਹ ਇੱਦਾਂ ਨਹੀਂ ਸੀ। ਉਹ ਪ੍ਰਚਾਰ ਦਾ ਰੰਗ ਸੀ ਕਿ ਸਤਿਗੁਰੂ ਕੋ ਬਹਿ ਕੇ ਕਮਾਉਣਾ, ਫਿਰ ਉਹਨਾਂ ਨੂੰ ਜਿੱਥੇ ਸਤਿਗੁਰੂ ਦੇ ਹੁਕਮ ਮੁਤਾਬਕ, ਹੋਕੇ ਮੁਤਾਬਕ ਜਿਹੜਾ ਹੈ ਉਹਨੂੰ ਉੱਥੇ ਵੰਡਣਾ। ਹੁਣ ਅੱਜ ਦਾ ਜਗਤ ਜਿਹੜਾ ਹੈ ਉਹ ਸੋਸ਼ਲ ਮੀਡੀਆ ਦਾ ਜਗਤ ਆ ਗਿਆ। ਹੁਣ ਜਿਹੜੀ ਇੱਕ ਥਾਂ ਤੇ ਬਾਤ ਕਹੀ ਹੈ ਉਹ ਹੋ ਸਕਦਾ ਹੈ ਜਿਵੇਂ ਆਪ ਜੀ ਨੇ ਸਵਾਲ ਪੁੱਛਿਆ ਤੇ ਉਹ ਆਪ ਜੀ ਦਾ ਇੱਕ ਜਵਾਬ ਹੋਵੇ, ਪਰ ਉਹ ਪੂਰੀ ਲਕਾਈ ਨੂੰ ਚਲਿਆ ਜਾਂਦਾ। ਤੇ ਬਾਕੀ ਕੁਝ ਪ੍ਰਚਾਰ ਦੇ ਸਾਧਨ ਇੱਦਾਂ ਦੇ ਹੋ ਗਏ ਕਿ ਹੁਣ ਕਈ ਵਾਰ ਇੱਕ ਉਹ ਰੰਗ ਨੂੰ ਜਿਹੜਾ ਇਹ ਦੱਸਿਆ ਜਾਂਦਾ, ਫਿਰ ਉਹ ਜੀ ਜਿਹੜੇ ਨੇ ਪਹਿਲਾਂ ਕੀ ਹੁੰਦਾ ਸੀ ਕਿ ਕੋਈ ਗੁਰਸਿੱਖ ਜਿਹੜਾ ਹੈ ਉਹ ਜੇ ਜੀਵਨ ਕਮਾਉਣਾ ਚਾਹੁੰਦਾ ਸੀ ਤੇ ਉਹ ਕਿਸੇ ਦੂਜੇ ਗੁਰਸਿੱਖ ਕੋ, ਸਤਿਗੁਰੂ ਦੇ ਕਿਸੇ ਰੰਗੇ ਹੋਏ ਕੋ ਉਹਦੇ ਲਾਗੇ ਚਲਿਆ ਜਾਂਦਾ ਹੈ।
ਤੇ ਉਹ ਇੱਕ ਤੋਂ ਸ਼ੁਰੂ ਕਰਦੇ ਸੀ, ਕਿਸੇ ਇੱਕ ਅਭਿਆਸ ਤੋਂ ਪੂਰਾ ਕਰਕੇ ਫਿਰ ਅੱਗੇ ਚੱਲਦੇ ਸੀ ਜੇ ਲੋੜ ਪੈਂਦੀ ਸੀ ਤੇ। ਪਰ ਹੁਣ ਕੀ ਹੈ ਕਿ ਹੁਣ ਜਿਹੜਾ ਹੈ ਉਹ ਕਾਫੀ ਅਭਿਆਸ ਆਪ ਜੀ ਸਾਰਿਆਂ ਨੂੰ ਪਤਾ ਲੱਗ ਜਾਂਦੇ, ਤੇ ਉਹ ਫਿਰ ਜੀ ਬਹੁਤਾਤ 'ਚ ਬਹੁਤੇ ਗੁਰਸਿੱਖਾਂ ਦਾ ਇਹ ਆਉਂਦਾ ਹੈ ਕਿ ਖਾਲਸਾ ਜੀ ਅਸੀਂ ਨਾ ਲਿਖ ਲੈਂਦੇ ਹਾਂ, ਅਸੀਂ ਆਹ ਕਮਾਉਂਦੇ ਹਾਂ, ਫਿਰ ਦੂਜਾ ਆ ਜਾਂਦਾ, ਫਿਰ ਉਹ ਲੱਗ ਜਾਂਦੇ, ਪਿਛਲਾ ਛੱਡ ਦਿੰਦੇ, ਇੱਦਾਂ ਕਰਦੇ। ਆਪ ਜੀ ਨੂੰ ਇੱਕ ਉਹਦਾ ਗੋਲਡ ਫਾਰਮੂਲਾ ਇਹਨਾਂ ਉਹ ਆਪ ਜੀ ਨੂੰ ਦੱਸ ਦੇ। ਆਪ ਜੀ ਕੋਈ ਇੱਕ ਕਮਾ ਲਓ। ਆਪ ਜੀ ਇਹਨਾਂ ਚੋਂ ਜਿਹੜਾ ਕਈ ਫਾਰਮੂਲੇ ਨੇ ਜਿਹੜੇ ਸਤਿਗੁਰੂ ਦੀ ਬਾਣੀ ਨਾਲ ਲਾ ਕੇ ਦੱਸਦੇ ਆ ਨਾ, ਜਿੱਦਾਂ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਉਹ ਇੱਕ ਕਮਾ ਲਓ ਕਿ ਸਭਨਾਂ ਚੋਂ ਇੱਕ ਹੀ ਹੈ। ਮੈਂ ਇੱਕ ਨਾਲ ਹੀ ਵਿਵਹਾਰ ਕਰਨਾ ਹੈ, ਇੱਕ ਨਾਲ ਹੀ ਵਰਤਣਾ ਹੈ, ਇੱਕ ਨਾਲ ਹੀ ਖੇਡ ਹੈ, ਇੱਕ ਦੀ ਖੇਡ ਹੈ, ਸਭਨਾਂ 'ਚ ਇੱਕ ਵੇਖਣਾ, ਇੱਕ ਸਮਝ ਕੇ ਸੇਵਾ ਕਰਨੀ, ਮਾਂ 'ਚ ਵੀ ਉਹਨੂੰ ਵੇਖਣਾ, ਪਤਨੀ 'ਚ ਵੀ, ਬੱਚੇ 'ਚ ਵੀ, ਦੁਸ਼ਮਣ ਵੈਰੀ ਸਭਨਾਂ 'ਚ ਵੇਖਣਾ। ਤੁਸੀਂ ਉਹ ਇੱਕ ਕਮਾ ਲਓ। ਜਿਹੜੇ ਸਤਿਗੁਰੂ ਦੀ ਇੱਕ ਇੱਕ ਪੰਕਤੀ ਹੈ ਨਾ, ਉਹ ਗੋਲਡ ਫਾਰਮੂਲਾ ਹੀ ਹੈ। ਕੋਈ ਇੱਕ ਕਮਾ ਲਓ, 1430 ਅੰਗਾਂ 'ਚੋਂ ਕੋਈ ਇੱਕ ਕਮਾ ਲਓ, ਸਭ ਕੁਝ ਆਪਣੇ ਆਪ ਜੀ ਨੂੰ ਮਿਲ ਜਾਣਾ। ਬਾਕੀ ਬਹੁਤੇ ਕਮਾਉਣ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਆਪ ਜੀ ਦੇ ਸਾਹਮਣੇ ਬੈਠੇ, ਅਸੀਂ ਆਪ ਜੀ ਨੂੰ ਪੱਕਾ ਕਹਿੰਦੇ ਆਪਣੇ ਤਜਰਬੇ ਤੋਂ, ਬਹੁਤੇ ਨਹੀਂ ਕਮਾਉਣੇ ਪੈਂਦੇ, ਪਰ ਪਤਾ ਆਪ ਜੀ ਨੂੰ ਸਾਰੇ ਲੱਗ ਜਾਂਦੇ। ਕਮਾਇਆ ਇੱਕ ਹੀ ਜਾਂਦਾ ਏ, ਜਦੋਂ ਤੁਸੀਂ ਉਹਦੀ ਗਾਂਹ ਜਾਈ ਜਾਂਦੇ ਤੇ ਆਪਣੇ ਆਪ ਉਹ ਦੂਜੇ ਬਿਹਾਈਂਡ ਦਾ ਜਿਹੜਾ ਕਹਿੰਦੇ ਹੁੰਦੇ ਨਾ, ਜਿਵੇਂ ਫੋਨ ਸਾਡਾ ਬੈਕਅਪ ਸਿਸਟਮ 'ਚ ਹੀ ਕੁਝ ਨਾ ਕੁਝ ਕਰਦਾ ਰਹਿੰਦਾ ਏ, ਉਹ ਆਪਣੇ ਆਪ ਦੂਜੇ ਹੋ ਜਾਂਦੇ, ਹੈ ਨਾ। ਗੁਰੂ ਪਿਤਾ ਦੇ 1430 ਅੰਗਾਂ 'ਚੋਂ ਕੋਈ ਇੱਕ ਕਮਾ ਲਓ। ਉਹ ਜਿਹੜਾ ਇੱਕ ਕਮਾ ਲਿਆ ਉਹਨੇ ਆਪ ਜੀ ਨੂੰ ਇੱਕ ਤੱਕ ਲੈ ਜਾਣਾ, ਸਾਰੇ ਮਸਲੇ ਹੱਲ ਹੋ ਜਾਣੇ। ਸਾਰਿਆਂ ਦੇ ਕਮਾਉਣ ਦੀ ਜ਼ਰੂਰਤ ਨਹੀਂ ਹੈ। ਵੇਖੋ ਇਹ ਜਿਹੜੀਆਂ ਵਾਸ਼ਨਾਵਾਂ ਨੇ, ਜਿੱਦਣ ਤੁਸੀਂ ਆਪਣੇ ਆਪ ਨੂੰ ਭੇਟ ਹੀ ਕਰਨਾ ਸਿੱਖ ਲਿਆ, ਹੈ ਨਾ। ਇੱਕ ਫਾਰਮੂਲਾ ਜਿਹੜਾ ਕਲਗੀਆਂ ਵਾਲੇ ਮਹਾਰਾਜ ਨੇ ਸਾਨੂੰ ਸਭਨਾਂ ਨੂੰ ਦਿੱਤਾ ਹੈ ਨਾ, ਕਿ ਆਪਣਾ ਸੀਸ ਦੇ ਤੇ ਲਿਆ ਮੈਂ ਤੈਨੂੰ ਅੰਮ੍ਰਿਤ ਦੇਵਾਂ, ਕਿ ਤੂੰ ਆਪਣਾ ਜਿਹੜਾ ਇਹ ਸੀਸ ਦੇ ਦੇ ਤੇ ਆ ਮੈਂ ਤੈਨੂੰ ਆਪਣਾ ਸੀਸ ਦੇਣਾ ਆ ਕਲਗੀਆਂ ਵਾਲਾ। ਉਹ ਕਮਾ ਲਓ ਕੱਲਾ, ਉਹਦੇ 'ਚ ਵੀ ਸਾਰੇ ਮਸਲੇ ਹੱਲ ਹੋ ਜਾਂਦੇ। ਕਿਉਂਕਿ ਜਦੋਂ ਤੁਸੀਂ ਨਾ ਬਚੇ ਤੇ ਤੁਹਾਡਾ ਹੰਕਾਰ ਬਚੇਗਾ, ਕ੍ਰੋਧ ਬਚੇਗਾ, ਵਾਸ਼ਨਾ ਕੋਈ ਬਚੇਗੀ। ਜਦੋਂ ਤੁਸੀਂ ਫਨਾ ਹੋ ਗਏ ਕਿ ਅੱਜ ਤੋਂ ਬਾਅਦ ਮੈਂ ਤੇਰਾ, ਜੋ ਤੂੰ ਕਹਿਣਾ ਉੱਦਾਂ ਜੀਣਾ ਹੈ, ਨਹੀਂ ਤੇ ਨਹੀਂ ਜੀਣਾ, ਜੋ ਤੇਰੇ 1430 ਅੰਗਾਂ ਤੇ ਹੁਕਮ ਨੇ ਬਸ ਉਹਦੇ ਮੁਤਾਬਕ ਜੀਵਨ ਹੈ, ਗੱਲ ਖਤਮ ਹੋ ਗਈ। ਅੱਜ ਤੋਂ ਬਾਅਦ ਕੋਈ ਇੱਕ ਕਮਾ ਲਓ, ਉੱਥੋਂ ਤੱਕ ਜਿਹੜਾ ਉਹ ਪਹੁੰਚ ਜਾਣਾ। ਆਪ ਜੀ ਕ੍ਰੋਧ ਦਾ ਇੱਕ ਕਮਾ ਲਓ। ਆਪ ਜੀ ਕ੍ਰੋਧ ਦਾ ਕਮਾਓਗੇ ਤੇ ਹੈਰਾਨ ਹੋਣਾ, ਉਹਨੇ ਵੀ ਆਪ ਜੀ ਨੂੰ ਉੱਥੇ ਹੀ ਲੈ ਜਾਣਾ। ਜਿੰਨੇ ਆਪ ਜੀ ਨੂੰ ਕਹਿ ਲਓ ਕਿ ਬਹੁਤਾਤ ਦੇ ਵਿੱਚ ਜਿਹੜੇ ਨੇ ਉਹ ਅਭਿਆਸ ਦੱਸੇ ਨੇ, ਉਹਨਾਂ 'ਚੋਂ ਕੋਈ ਇੱਕ ਦੋ ਅਭਿਆਸ ਜਿਹੜੇ ਉਹ ਰੀਝ ਨਾਲ ਪੂਰੇ ਕਮਾ ਲਓ, ਉਹ ਇੱਕੋ ਥਾਂ ਹੀ ਪਹੁੰਚਣੇ ਸਾਰਿਆਂ ਨੇ। ਠੀਕ ਹੈ ਖਾਲਸਾ ਜੀ, ਆਪਾਂ ਹੁਣ ਸਮਾਪਤੀ ਵੱਲ ਵੱਧ ਰਹੇ ਜੀ। ਇੱਕ ਦੋ ਸਿਰਫ ਲਾਸਟ ਦੇ ਸਵਾਲ ਰਹਿੰਦੇ ਨੇ। ਪਿੰਦਰਪਾਲ ਸਿੰਘ ਜੀ ਹੁਣੀ ਆਪਣੇ ਨਾਲ ਹੈਗੇ ਨੇ, ਉਹਨਾਂ ਦਾ ਨਾਮ ਲਿਖਿਆ ਆ ਰਿਹਾ ਪਿੰਦਰਪਾਲ ਸਿੰਘ। ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਸਾਰੀ ਸੰਗਤ ਨੂੰ ਸਵਾਲ ਇੱਦਾਂ ਹੈਗਾ ਵੀ ਫੁਰਨੇ ਜਿਹੜੇ ਨਾ, ਉਹ ਜਿਹੜੀ ਸਮਝ ਆਈ ਕਿ ਵੀ ਫੁਰਨੇ ਨਹੀਂ ਰੁਕ ਸਕਦੇ, ਫੁਰਨਾ ਆਏਗਾ ਕਿਸੇ ਵੀ, ਭਾਵੇਂ ਅੱਖਾਂ ਬੰਦ ਕਰਕੇ ਬੈਠਾਂਗੇ ਤਾਂ ਕੋਈ ਨਾ ਕੋਈ ਗੱਲ ਚੱਲਦੀ ਰਹੇਗੀ। ਉਹਨੂੰ ਮੈਂ ਸਮਝਦਾ ਕਿ ਉਹ ਫੁਰਨਾ ਹੈਗਾ, ਕਿਸੇ ਵੀ ਰੂਪ ਚ ਆਏਗਾ, ਕਿਸੇ ਦੇ ਪ੍ਰਤੀ ਵੀ ਆਏਗਾ, ਗੁਰੂ ਸਾਹਿਬ ਪ੍ਰਤੀ ਵੀ ਆਏਗਾ। ਲੇਕਿਨ ਉਹ ਫੁਰਨਾ ਜਦੋਂ ਆਉਂਦਾ ਤਾਂ ਅਸੀਂ ਉਹਨੂੰ ਮੈਂ ਨਾਲ ਜੋੜਦੇ ਜਾਂ ਗੁਰੂ ਸਾਹਿਬ ਦੇ ਆਦੇਸ਼ ਜਿਹੜੇ ਨੇ ਉਹ ਨਾਲ ਜੋੜਦੇ। ਜਦੋਂ ਆਪਣੇ ਨਾਲ ਜੋੜਦੇ ਤਾਂ ਲੱਗਦਾ ਕਿ ਵੀ ਇਹ ਕਰਮ ਕਮਾ ਲਿਆ ਸੀ ਹੁਣ, ਤੇ ਉਹਦਾ ਜਿਵੇਂ ਦਾ ਜੋੜਾਂਗੇ ਉਦਾਂ ਦਾ ਫਲ ਮਿਲ ਜਾਏਗਾ। ਔਰ ਜੇ ਗੁਰੂ ਸਾਹਿਬ ਦੇ ਨਾਲ ਜੋੜਦੇ ਉਸ ਫੁਰਨੇ ਨੂੰ, ਤੇ ਫਿਰ ਕੋਈ ਉੱਤੇ ਥੱਲੇ ਵਾਲੀ ਗੱਲ ਨਹੀਂ ਮਹਿਸੂਸ ਹੁੰਦੀ। ਤੇ ਇਹ ਮਤਲਬ ਐਕਸਪੀਰੀਅੰਸ ਦੇ ਉੱਤੇ, ਮਤਲਬ ਤੁਸੀਂ ਉਹਦਾ ਐਕਸਪੀਰੀਅੰਸ ਸ਼ੇਅਰ ਕਰੋਗੇ ਤਾਂ ਅੱਗੇ ਕੋਈ ਮਾਰਗ ਮਿਲੇਗਾ ਵੀ, ਮਤਲਬ ਕਿ ਜਿਵੇਂ ਗੁਰੂ ਸਾਹਿਬ ਦੱਸ ਰਹੇ ਨੇ ਕਿ ਵੀ ਇੱਦਾਂ ਦਾ ਮਹਿਸੂਸ ਹੁੰਦਾ ਹੈ ਵੀ ਕਿ ਮਤਲਬ ਕਿ ਇਹਦੇ ਉੱਤੇ ਬਸ ਮੈਂ ਉਹਦਾ ਐਕਸਪੀਰੀਅੰਸ ਸ਼ੇਅਰ ਕਰਨਾ ਸੀਗਾ ਤੇ ਤੁਹਾਡਾ ਐਕਸਪੀਰੀਅੰਸ ਇਸ ਬਾਬਤ ਪੁੱਛਣਾ ਸੀਗਾ ਵੀ ਕਿਵੇਂ ਹੈਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਤੇ ਸੱਚੀ ਪਿੰਦਰਪਾਲ ਹੀ ਨਿਕਲੇ। ਸ਼ੁਰੂਆਤ ਦੇ ਪੜਾਵਾਂ 'ਚ ਇੱਦਾਂ ਹੀ ਹੁੰਦਾ ਕਿ ਕੋਈ ਨਾ ਕੋਈ ਫੁਰਨਾ ਤੇ ਆਵੇਗਾ। ਫੁਰਨਿਆਂ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਉਹਨਾਂ ਨੂੰ ਬਦਲਣ ਦੀ ਜ਼ਰੂਰਤ ਹੁੰਦੀ। ਇੱਥੇ ਆਪ ਜੀ ਬਹੁਤ ਸੋਹਣਾ ਜਾ ਰਹੇ ਹੋ, ਬਹੁਤ ਸੋਹਣੀ ਖੇਡ ਹੈ, ਪਰ ਇਹ ਉਦੋਂ ਤੱਕ ਹੀ ਹੈ ਜਦੋਂ ਤੱਕ ਜਿਹੜਾ ਹੈ ਉਹ ਮੈਂ ਦਾ ਰੰਗ ਬਚਦਾ ਹੈ। ਇੱਕ ਸਮਾਂ ਆਉਂਦਾ ਹੈ ਜਦੋਂ ਫੁਰਨੇ ਵੀ ਨਹੀਂ ਬਚਦੇ, ਕਿਉਂਕਿ ਸਾਰੀ ਤਰ੍ਹਾਂ ਦੇ ਜਿਹੜੇ ਫੁਰਨੇ ਨੇ ਨਾ, ਇਹ ਕਿਤੇ ਨਾ ਕਿਤੇ ਹਉਮੈ ਤੋਂ ਪ੍ਰਗਟ ਹੁੰਦੇ ਨੇ, ਭੇਟ ਹੋਏ ਤੋਂ ਪ੍ਰਗਟ ਨਹੀਂ ਹੁੰਦੇ। ਪਹਿਲੇ ਪੜਾਅ 'ਚ ਜਿਵੇਂ ਆਪ ਜੀ ਕਹਿ ਰਹੇ ਹੋ ਕਿ ਫੁਰਨਾ ਕੋਈ ਨਾ ਕੋਈ ਆਏਗਾ, ਇਹ ਬਿਲਕੁਲ ਸੱਚ ਬਾਤ ਹੈ। ਤੇ ਪਹਿਲੇ ਪੜਾਅ ਦੇ ਵਿੱਚ ਫੁਰਨੇ ਜਿਹੜੇ ਨੇ ਉਹ ਬੰਦ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਬਦਲਣ ਦੀ ਜ਼ਰੂਰਤ ਹੁੰਦੀ ਹੈ। ਇਹ ਬਿਲਕੁਲ ਸੱਚ ਹੈ ਆਪ ਜੀ ਦੀ ਖੇਡ। ਪਰ ਇੱਕ ਪੜਾਅ ਅਗਲੇ ਨੇ ਜਿੱਥੇ ਫੁਰਨਿਆਂ ਦਾ ਕੋਈ ਮਤਲਬ ਨਹੀਂ ਹੈ, ਜਿੱਥੇ ਜੀਵਨ ਦਾ, ਜਿੱਥੇ ਦਰਸ਼ਨ ਨੇ, ਉੱਥੇ ਫੁਰਨੇ ਨਹੀਂ ਹੋਣਗੇ, ਉੱਥੇ ਸਿਰਫ ਦਰਸ਼ਨ ਨੇ। ਫੁਰਨੇ ਬਹੁਤ ਕਹਿ ਲਓ ਕਿ ਉਰਲੀ ਅਵਸਥਾ ਦੀ ਬਾਤ ਹੈ, ਬੁਰੀ ਨਹੀਂ ਹੈ, ਬਹੁਤ ਸੋਹਣੀ ਬਾਤ ਹੈ ਉਹ ਵੀ। ਪਰ ਫੁਰਨੇ ਜਿਹੜੇ ਨੇ ਉਹ ਆਪ ਜੀ ਦੀ ਕਿਤੇ ਨਾ ਕਿਤੇ ਜਿਹੜਾ ਇਹ ਹੋਂਦ ਨੂੰ, ਐਗਜ਼ਿਸਟੈਂਸ ਦੀ ਜਿਹੜੀ ਹੈ ਹਉਮੈ ਦੇ ਰੰਗ ਨੂੰ ਪ੍ਰਗਟ ਕਰਦੇ ਨੇ। ਇੱਕ ਸਮਾਂ ਆਉਂਦਾ ਹੈ ਜਦੋਂ ਜੀਵਨ ਦੀ ਧਾਰਾ 'ਚ ਤੁਸੀਂ ਚਲੇ ਜਾਂਦੇ ਹੋ ਤੇ ਉਸ ਧਾਰਾ 'ਚ ਫਿਰ ਫੁਰਨੇ ਨਹੀਂ ਨੇ, ਉੱਥੇ ਦਰਸ਼ਨ ਨੇ। ਤੇ ਦਰਸ਼ਨ ਇੰਨੇ ਆਲਾ ਨੇ ਕਿ ਉੱਥੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ, ਕੁਝ ਦੱਸਿਆ ਨਹੀਂ ਜਾ ਸਕਦਾ, ਸਿਰਫ ਦਰਸ਼ਨ ਨੇ, ਹੈ ਨਾ। ਦਰਸ਼ਨ ਨੇ ਤੇ ਮਹਾਨੰਦ ਹੈ, ਦਰਸ਼ਨ ਹੈ ਤੇ ਮਹਾਰੰਗ ਹੈ, ਬਸ। ਉੱਥੇ ਫੁਰਨੇ ਨਹੀਂ ਹੋਣਗੇ। ਫੁਰਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਚੰਚਲਤਾਈ ਦੀ ਵੀ ਕਹਿ ਲਓ ਕਿ ਚੰਚਲ ਵੀ ਉੱਥੇ ਮਨ ਹੁੰਦਾ ਜਿੱਥੇ ਫੁਰਨੇ ਹੁੰਦੇ। ਜਦੋਂ ਤੁਸੀਂ ਅੱਗੇ ਸਹਿਜ ਆਨੰਦ 'ਚ ਜਾਂਦੇ ਹੋ, ਉੱਥੇ ਚੰਚਲਤਾਈ ਦਾ ਕੁਝ ਨਹੀਂ ਹੈ, ਫਿਰ ਉੱਥੇ ਫੁਰਨੇ ਵੀ ਨਹੀਂ ਨੇ। ਜੇ ਇਹਨੂੰ ਪੂਰੇ ਰੂਪ 'ਚ ਬਿਆਨ ਕਰਨਾ ਹੋਵੇ ਤੇ ਇਹ ਕਹਿ ਸਕਦੇ ਹਾਂ ਕਿ ਉੱਥੇ ਆਪ ਜੀ ਦੀ ਇੱਛਾ ਤੋਂ ਘਟਦਾ ਏ, ਉੱਥੇ ਸੁਰਤ ਤੋਂ ਨਹੀਂ ਘਟਦਾ। ਅਜੇ ਸ਼ੁਰੂਆਤ ਦੇ ਵਿੱਚ ਮਨੁੱਖ ਦੀ ਸੁਰਤ ਜਿਹੜੀ ਹੁੰਦੀ ਨਾ, ਉਹਦੇ ਆਪਣੇ ਆਪ ਤੋਂ ਅੱਗੇ ਹੁੰਦੀ। ਸੁਰਤ ਜ਼ਿਆਦਾ ਸੋਚਦੀ ਏ, ਸੁਰਤ ਮੁਤਾਬਕ ਹੀ ਉਹ ਖਾਣ ਦੇ, ਆਹ ਖਾਵਾਂ, ਆਹ ਨਾ ਖਾਵਾਂ, ਇੱਦਾਂ ਖਾਵਾਂ, ਆਹ ਪੀਵਾਂ, ਇੱਦਾਂ ਸੌਵਾਂ, ਆਹ ਕਰਾਂ, ਉਹ ਸਾਰੇ ਇਹਦੇ ਦਿਵਾਲੀ ਫੁਰਨਿਆਂ ਦਾ ਗੇੜ ਜਿਹੜਾ ਘੁੰਮਦਾ ਰਹਿੰਦਾ। ਕਿਹਨੂੰ ਮਿਲਣਾ, ਕਿਹਨੂੰ ਨਹੀਂ ਮਿਲਣਾ, ਕਿਹਦੇ ਨਾਲ ਕੀ ਕਰਨਾ, ਉਹ ਸਾਰਾ ਕੁਝ ਫੁਰਨਿਆਂ ਦਾ ਚੱਲਦਾ ਰਹਿੰਦਾ। ਪਰ ਜਦੋਂ ਉਹ ਸਾਹਿਬ ਦੀ ਜੀਵਨ ਧਾਰਾ 'ਚ ਚਲੇ ਜਾਂਦੇ, ਫਿਰ ਉੱਥੇ ਇੱਕ ਜੀਵਨ ਦਾ ਰੰਗ ਹੈ, ਇੱਕ ਵਹਿਣ ਹੈ, ਇੱਕ ਕਹਿ ਲਓ ਕਿ ਚਲਾਈਮਾਨ ਹੁਕਮ ਹੈ। ਉੱਥੇ ਫੁਰਨੇ ਨਹੀਂ ਹੋਣਗੇ। ਤੇ ਬਾਕੀ ਇਹ ਹੈ ਕਿ ਕਾਹਲੇ ਨਹੀਂ ਪੈਣਾ। ਜਿਵੇਂ ਪਹਿਲੇ ਵੀ ਗੁਰਸਿੱਖ ਕਹਿੰਦੇ ਸੀ ਕਿ ਜੀ ਕਰਦਾ ਛੇਤੀ ਨਾ ਖਤਮ ਹੋ ਜੇ, ਇਹੋ ਖੇਡ ਹੈ। ਹਾਂ, ਇਹ ਚਾਹਤ ਕਰਨੀ ਕਿ ਮੈਂ ਉਹਦਾ ਪਾਕ ਖਾਲਸ ਸਿੰਘ ਬਣਾ, ਉਹਦੇ ਵਾਸਤੇ ਹਰ ਕੰਮ ਨੂੰ ਖਾਲਸ ਕਰਨ ਦੀ ਕੋਸ਼ਿਸ਼ ਕਰਨੀ, ਹਰ ਰੰਗ ਨੂੰ ਖਾਲਸ ਕਰਨ ਦੀ ਕੋਸ਼ਿਸ਼ ਕਰਨੀ, ਹਰ ਖੇਡ ਨੂੰ ਖਾਲਸ ਕਰਨ ਦੀ ਕੋਸ਼ਿਸ਼ ਕਰਨੀ। ਜਿੰਨਾ ਵੱਧ ਤੋਂ ਵੱਧ ਖਾਲਸਾਈ ਰੰਗ ਨੂੰ ਮਾਣਿਆ ਜਾ ਸਕਦਾ, ਜਿੰਨਾ ਉਹਦੇ 'ਚ ਰਿਹਾ ਜਾ ਸਕਦਾ, ਜਿੰਨਾ ਉਹਦੇ ਨਾਲ ਵਿਵਹਾਰ ਕੀਤਾ ਜਾ ਸਕਦਾ, ਓਨਾ ਕਰਨਾ। ਬਾਕੀ ਉਹ ਸਾਹਿਬ ਤੇ ਛੱਡ ਦੇਣਾ ਜੋਦੜੀ ਕਰਕੇ ਕਿ ਸਤਿਗੁਰੂ ਤੂੰ ਭਲੀ ਕਰੀ। ਜਿਸ ਦਿਨ ਉਹ ਖੇਡ ਤੇ ਖੁਸ਼ ਹੋ ਗਿਆ, ਉਹਨੇ ਆਪਣੇ ਆਪ ਸਾਰੇ ਰੰਗ ਬਦਲ ਦੇਣੇ। ਤੇ ਇਹੋ ਹੀ ਖੇਡ, ਇਹੋ ਹੀ ਸਾਰੇ ਅਸੀਂ ਖੇਡਣ ਆਏ ਆ। ਇਹ ਕਰਕੇ ਇਹਦੇ ਤੋਂ ਕਦੀ ਇੱਦਾਂ ਵੀ ਨਹੀਂ, ਹਤਾਸ਼ ਨਹੀਂ ਹੋ ਜਾਣਾ ਕਿ ਹਾਏ ਹਾਏ ਹੋ ਨਹੀਂ ਰਿਹਾ ਜਾਂ ਇੱਦਾਂ ਨਹੀਂ ਹੋਇਆ, ਇੰਨਾ ਚਿਰ ਹੋ ਗਿਆ। ਅੱਕਣਾ ਨਹੀਂ, ਥੱਕਣਾ ਨਹੀਂ, ਬਸ ਚੱਲਦੇ ਰਹਿਣਾ ਉਹਨੂੰ ਪ੍ਰੇਮ ਕਰਨ ਦੇ ਰੰਗ ਦੇ ਵਿੱਚ, ਉਹਨੂੰ ਚਾਹੁਣ ਦੀ ਦੁਨੀਆ ਦੇ ਵਿੱਚ ਬਸ ਚੱਲਦੇ ਰਹਿਣਾ। ਤੇ ਹਾਂਜੀ ਖਾਲਸਾ ਜੀ। ਠੀਕ ਹੈ ਹਰਦੀਪ ਖਾਲਸਾ ਜੀ, ਕੋਈ ਹੋਰ ਜੀ ਕੋਈ ਸਵਾਲ ਪੁੱਛਣਾ ਚਾਹੁੰਦੇ ਤਾਂ ਆਪਾਂ ਸਮਾਪਤੀ ਕਰੀਏ। ਹਾਂਜੀ ਖਾਲਸਾ ਜੀ, ਮੈਨੂੰ ਲੱਗਦਾ ਚੜ੍ਹਦੀ ਕਲਾ। ਭਾਈ ਗੁਰਬੀਰ ਸਿੰਘ ਹੋਣਾ ਨੇ ਕਾਫੀ ਸੰਗਤਾਂ ਨੂੰ ਪ੍ਰੇਰਿਆ ਵੀ ਇਹਦੇ ਲਈ। ਭਾਈ ਪਰਮਿੰਦਰ ਸਿੰਘ ਹੋਣੀ, ਗੁਰਬੀਰ ਬੇਅੰਤ ਸਿੰਘਾਂ ਨੇ ਇਹਦੇ ਵਿੱਚ ਸੇਵਾ ਨਿਭਾਈ। ਭਾਈ ਗੁਰਬੀਰ ਸਿੰਘ ਹੋਣਾ ਦਾ ਹੱਥ ਖੜਾ ਆ ਲਾਸਟ ਵਿੱਚ, 1 ਮਿੰਟ ਤੇ ਉਹਦਾ
ਉਸ ਤੋਂ ਪਹਿਲਾਂ ਭਾਈ ਆਪਣੇ ਪਵਨੂਰ ਸਿੰਘ ਹੁਣੀ, ਜੋ ਡਾਕਟਰ ਕੁਲਦੀਪ ਸਿੰਘ ਹੁਣੀ ਉਸ ਆਈਡੀ ਤੇ ਸੀਗੇ, ਉਹਨਾਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਖਾਲਸਾ ਜੀ ਦਾ ਸਪੈਸ਼ਲ ਧੰਨਵਾਦ ਕੀਤਾ ਵੀ ਆਪ ਜੀ ਨੇ ਆ ਕੇ ਸਾਡੇ ਜੀਵਨ ਦੇ ਵਿੱਚ ਚਾਨਣਾ ਪਾਇਆ ਤੇ ਉਹਨਾਂ ਨੇ ਮੈਸੇਜ ਲਿਖ ਕੇ ਪਾਇਆ ਸੀ। ਅਸੀਂ ਸਮੇਂ ਨੂੰ ਬਚਾਉਂਦੇ ਹੋਏ ਥੋੜਾ ਜਿਹਾ ਉਹਨਾਂ ਦੇ ਵੱਲੋਂ ਮੈਸੇਜ ਪੜ੍ਹ ਦਿੰਦੇ ਹਾਂ। ਬਾਕੀ ਭਾਈ ਗੁਰਬੀਰ ਸਿੰਘ ਜੀ ਆਪ ਜੀ ਦਾ ਅਖੀਰਲਾ ਸਵਾਲ ਲੈ ਕੇ ਫਿਰ ਆਪਾਂ ਸਮਾਪਤੀ ਕਰ ਦੇਂਗੇ। ਭਾਈ ਗੁਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਹਾਂਜੀ ਖਾਲਸਾ ਜੀ, ਇੱਕ ਨਾ ਸਾਡੀ ਬੇਨਤੀ ਹੈ ਜੀ ਆਪ ਜੀ ਨੂੰ ਕਿ ਖਾਲਸਾ ਜੀ ਥੋੜਾ ਸਾਨੂੰ ਜਲਦੀ ਸਮਾਂ ਦੇ ਕੇ ਇਸ ਤਰ੍ਹਾਂ ਸਾਡੇ ਨਾਲ ਜ਼ਰੂਰ ਸਾਂਝ ਪਾਉਂਦੇ ਰਿਹਾ ਕਰੋ। ਸਾਨੂੰ ਇਹਦੇ ਨਾਲ ਨਾ ਜਿਵੇਂ ਕਹਿ ਦਈਏ ਸਾਡੇ ਵਿੱਚ ਇੰਨੀ ਸ਼ਮਤਾ ਆ ਜਾਂਦੀ ਆ ਕਿ ਛਾਲ ਮਾਰ ਕੇ ਜਿਵੇਂ ਕਹਿ ਦਿੰਦੇ ਟੱਪਣ ਜਿੰਨੀ ਸਾਡੇ ਵਿੱਚ ਸ਼ਮਤਾ ਆ ਜਾਂਦੀ। ਸਾਨੂੰ ਬਹੁਤ ਜ਼ਿਆਦਾ ਇਹਦੇ ਨਾਲ ਤਾਕਤ ਮਿਲਦੀ ਆ। ਕਿਸੇ ਵੀ ਅਸੀਂ ਮੁਸ਼ਕਲ ਦੇ ਵਿੱਚ ਜਾਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜਿੱਥੇ ਫਸੇ ਹੋਈਏ, ਸਾਨੂੰ ਐਂ ਲੱਗਦਾ ਵੀ ਬਸ ਹੁਣ ਤਾਂ ਅਸੀਂ ਨਿਕਲ ਹੀ ਪਏ ਇਹਦੇ ਵਿੱਚੋਂ, ਬਸ ਹੁਣ ਤਾਂ ਨਿਕਲ ਹੀ ਗਏ। ਇੰਨੀ ਸਾਡੇ ਅੰਦਰ ਉਸ ਚੀਜ਼ ਦੇ ਨਾਲ, ਗੁਰਸਿੱਖਾਂ ਦੀ ਸੰਗਤ ਦੇ ਨਾਲ, ਆਪ ਜੀ ਦੇ ਪਿਆਰੇ ਪਿਆਰੇ ਬਚਨਾਂ ਦੇ ਨਾਲ ਸਾਡੇ ਵਿੱਚ ਸ਼ਮਤਾ ਆ ਜਾਂਦੀ ਹੈ। ਕਿਰਪਾ ਕਰਕੇ ਸਾਡੇ ਇੰਨੀ ਕਿ ਜ਼ਰੂਰ ਕਿਰਪਾ ਕਰਦੇ ਰਿਹਾ ਕਰਿਓ, ਸਾਡੇ ਨਾਲ ਜਲਦੀ ਤੋਂ ਜਲਦੀ ਸਾਂਝ ਜ਼ਰੂਰ ਪਾਉਂਦੇ ਰਿਹਾ ਕਰੋ ਜੀ। ਠੀਕ ਹੈ, ਸਾਡੀ ਇਹੀ ਬੇਨਤੀ ਹੈ। ਠੀਕ ਹੈ। ਸਾਰਿਆਂ ਗੁਰਸਿੱਖਾਂ ਨੂੰ ਜੇ ਕੋਈ ਭੁੱਲ ਚੁੱਕ ਹੋਈ ਤੇ ਉਹਦੇ ਲਈ ਖਿਮਾ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।